ਬੜਾ ਸਾਹਿਬ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਵੈਲਕਮ। ਥੈਂਕ ਯੂ ਸਰ। ਆਪਣੇ ਸੁਣਨ ਵਾਲੇ ਹੈਗੇ ਆ ਜਾਂ ਮੈਂ ਜਿਨ੍ਹਾਂ ਨੂੰ ਮੁਹੱਬਤ ਕਰਦਾ ਜਾਂ ਮੈਨੂੰ ਮੁਹੱਬਤ ਕਰਦੇ ਆ, ਉਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ ਵੀ ਆਪਣੇ ਵਿਚਾਰਾਂ ਦੀ ਖਾਤਰ ਕਿਸੇ ਨਾਲ ਲੜੋ ਨਾ, ਕਿਸੇ ਨਾਲ ਝਗੜਾ ਨਾ ਕਰੋ ਇਸ ਗੱਲ ਕਰਕੇ ਵੀ ਕਿਉਂਕਿ ਤੇਰੇ ਜਿਹੜੇ ਵਿਚਾਰ ਆ ਮੇਰੇ ਨਾਲ ਮੇਲ ਨਹੀਂ ਖਾਂਦੇ, ਜਾਂ ਇਸ ਗੱਲ ਕਰਕੇ ਵੀ ਤੂੰ ਵੀ ਉੱਦਾਂ ਹੀ ਸੋਚ ਜਿੱਦਾਂ ਮੈਂ ਸੋਚਦਾ। ਇਸ ਗੱਲ ਤੇ ਝਗੜਾ ਨਾ ਕਰੋ, ਇਸ ਗੱਲ ਤੇ ਬਹਿਸ ਵੀ ਨਾ ਕਰੋ ਇਸ ਗੱਲ ਦੇ ਉੱਤੇ, ਕਿਉਂਕਿ ਹਰ ਬੰਦੇ ਨੂੰ ਜਿਹੜਾ ਹੈਗਾ ਉਹ ਰਾਈਟ ਆ ਆਪਣੇ ਵਿਚਾਰ ਰੱਖਣ ਦਾ, ਜਿੱਦਾਂ ਤੁਹਾਨੂੰ ਰਾਈਟ ਆ ਉੱਦਾਂ ਉਹਨਾਂ ਨੂੰ ਰਾਈਟ ਆ। ਅੱਛਾ, ਇਹ ਗੱਲਾਂ ਜਿਹੜੀਆਂ ਮੈਂ ਜਿਹੜੀ ਗੱਲ ਮੈਂ ਕਹਿਣ ਲੱਗਾ, ਮੈਂ ਇਸ ਗੱਲ ਕਰਕੇ ਨਹੀਂ ਕਹਿ ਰਿਹਾ ਵੀ ਕੋਈ ਸਿੱਖਿਆ ਆ ਜਾਂ ਕੁਛ ਆ, ਇਹ ਮੈਂ ਤਾਂ ਇਹ ਕਹਿ ਰਿਹਾ ਕਿ ਜ਼ਿੰਦਗੀ ਦੇ ਵਿੱਚ ਜਿਹੜੀਆਂ ਮੈਂ ਗਲਤੀਆਂ ਕੀਤੀਆਂ ਆ ਉਹ ਸੁਣਨ ਵਾਲੇ ਮੇਰੇ ਅਜ਼ੀਜ਼ ਜਿਹੜੇ ਹੈਗੇ ਆ, ਮੇਰੇ ਸਟੂਡੈਂਟ ਆ ਜਾਂ ਮੇਰੇ ਤੋਂ, ਉਹ ਨਾ ਕਰਨ। ਇਹ ਮੈਂ ਗਲਤੀਆਂ ਕੀਤੀਆਂ ਜ਼ਿੰਦਗੀ ਵਿੱਚ, ਇੱਦਾਂ ਦੀਆਂ ਗੱਲਾਂ ਜਾ ਕੇ ਵੀ ਉਹਨਾਂ ਨੂੰ ਝਗੜਿਆਂ ਲੜਿਆਂ ਸਾਰਿਆਂ ਨਾਲ ਜਿਨ੍ਹਾਂ ਦੇ ਵਿਚਾਰ ਮੇਰੇ ਨਾਲ ਨਹੀਂ ਸੀ ਮੇਲ ਖਾਂਦੇ। ਅੱਛਾ ਜੀ। ਉਹਨਾਂ ਨੂੰ ਫੋਰਸ ਕਰਦਾ ਸੀ ਵੀ ਤੂੰ ਵੀ ਉੱਦਾਂ ਹੀ ਸੋਚ ਜਿੱਦਾਂ ਮੈਂ ਸੋਚਦਾ। ਸੋ ਤਾਂ ਮੈਂ ਇਸ ਗੱਲ ਕਰਕੇ ਕਹਿ ਰਿਹਾ ਵੀ ਜਿਹੜੀਆਂ ਮੇਰੇ ਤੋਂ ਗਲਤੀਆਂ ਹੋਈਆਂ ਉਹ ਤੁਸੀਂ ਨਾ ਕਰੋ, ਕਿਉਂਕਿ ਆਪ ਗਲਤੀ ਕਰਕੇ ਉਹ 'ਚੋਂ ਸਿੱਖਣਾ ਬਹੁਤ ਮਹਿੰਗਾ ਪੈਂਦਾ ਜੀ। ਜੇ ਅਸੀਂ ਕਿਸੇ ਦੀ ਗਲਤੀ ਤੋਂ ਸਿੱਖ ਲਈਏ ਤਾਂ ਉਹ ਸੌਖਾ ਰਹਿੰਦਾ, ਔਰ ਮੈਂ ਇਹ ਸੁਣਨ ਵਾਲਿਆਂ ਨੂੰ ਵਿਸ਼ਵਾਸ ਦਵਾਉਣਾ ਵੀ ਤੁਸੀਂ ਸੌਖੇ ਰਹੋਗੇ ਜੇ ਤੁਸੀਂ ਇਹ ਝਗੜਾ ਨਾ ਕਰੋਗੇ ਉਸ ਗੱਲ ਦੇ ਨਾਲ, ਕਿਉਂਕਿ ਥਿੰਨ ਸਾਹਿਬ ਦੇਖੋ, ਡਾਇਵਰਸਿਟੀ ਆਫ ਓਪੀਨੀਅਨ ਤਾਂ ਰਹਿਣੀ ਹੈ। ਬਿਲਕੁਲ ਠੀਕ ਹੈ। ਇਹ ਤੁਸੀਂ ਸਾਰੀ ਦੁਨੀਆ ਨੂੰ ਉੱਦਾਂ ਦਾ ਸੋਚਣ ਲਾ ਨਹੀਂ ਸਕਦੇ ਜਿੱਦਾਂ ਤੁਸੀਂ ਸੋਚਦੇ ਆ। ਅਪੋਜੀਸ਼ਨ ਤਾਂ ਰਹਿਣੀ ਹੈ। ਸੋ ਇਹਦੇ ਨਾਲ ਸਾਨੂੰ ਐਡਜਸਟ ਕਰਨਾ ਪੈਣਾ ਜੀ। ਹੁਣ ਮੈਂ ਇੱਕ ਰੈਫਰੈਂਸ ਦੇ ਦੇਵਾਂ ਵਿੱਚੋਂ ਵੀ ਇੰਡੀਆ ਦੇ ਜਿਹੜੇ ਪਹਿਲੇ ਪ੍ਰਧਾਨ ਮੰਤਰੀ ਹੋਇਆ ਜਵਾਹਰ ਲਾਲ ਨਹਿਰੂ ਨਾ, ਉਹਨਾਂ ਦੀ ਜਿਹੜੀ ਬਹੁਤ ਦੋ ਮਸ਼ਹੂਰ ਕਿਤਾਬਾਂ ਹੋਈਆਂ, ਇੱਕ ਤਾਂ ਡਿਸਕਵਰੀ ਆਫ ਇੰਡੀਆ, ਇੱਕ ਗਲਿੰਪਸਸ ਆਫ ਵਰਲਡ ਹਿਸਟਰੀ। ਜਿਹੜੀ ਗਲਿੰਪਸਸ ਆਫ ਵਰਲਡ ਹਿਸਟਰੀ ਆ ਉਹ ਅਸਲ ਦੇ ਵਿੱਚ ਇੱਕ ਫਾਦਰ ਤੋਂ ਇੱਕ ਡਾਟਰ ਵੱਲ ਨੂੰ ਲੈਟਰਸ ਆ ਜ਼ਿਆਦਾ, ਚਿੱਠੀਆਂ ਆ ਜ਼ਿਆਦਾ। ਉਹਨਾਂ ਵਿੱਚ ਉਹ ਇੱਕ ਥਾਂ ਲਿਖਦੇ ਆ ਜੀ, ਉਹ ਕਹਿੰਦੇ ਹੈਗੇ ਆ, ਉਹ ਆਪਣੀ ਬੇਟੀ ਨੂੰ ਕਹਿੰਦੇ ਹੈਗੇ ਆ, ਉਹਨੇ ਪਤਾ ਨਹੀਂ ਸਿੱਖਿਆ ਨਹੀਂ ਸਿੱਖਿਆ ਮੈਨੂੰ ਨਹੀਂ ਪਤਾ, ਉਹ ਕਹਿੰਦੇ ਆ ਲਰਨ ਟੂ ਲਿਵ ਵਿਦ ਦੀ ਅਪੋਜੀਸ਼ਨ। ਅਪੋਜੀਸ਼ਨ ਦੇ ਨਾਲ ਰਹਿਣਾ ਸਿੱਖੋ, ਕਿਉਂਕਿ ਅਪੋਜੀਸ਼ਨ ਰਹਿਣੀ ਹੈ। ਤੁਸੀਂ ਸਾਰੇ ਇੱਦਾਂ ਨਹੀਂ ਹੋ ਸਕਦੇ ਹੈ ਵੀ ਤੁਸੀਂ ਸਾਰਿਆਂ ਨੂੰ ਉੱਦਾਂ ਸੋਚਣ ਲਾਤਾ ਜਿੱਦਾਂ ਤੁਸੀਂ ਸੋਚਦੇ ਆ। ਅਪੋਜੀਸ਼ਨ ਤਾਂ ਰਹਿਣੀ ਹੈ। ਸੋ ਲਰਨ ਟੂ ਲਿਵ ਵਿਦ ਇਟ। ਔਰ ਇਹ ਗੱਲ ਜਿਹੜੀ ਹੈਗੀ ਆ, ਇਕੱਲੀ ਮੈਂ ਇਹ ਬਾਹਰਲੀ ਦੁਨੀਆ 'ਚ ਨਹੀਂ ਕਹਿ ਰਿਹਾ, ਮੈਂ ਫੈਮਲੀਆਂ 'ਚ ਵੀ ਕਹਿ ਰਿਹਾ ਜੀ। ਫੈਮਲੀ ਵਿੱਚ ਵੀ ਜਿਹੜਾ ਤੁਹਾਡਾ ਮੇਲ ਨਹੀਂ ਖਾਂਦਾ ਜੀ, ਉਹਦੇ ਨਾਲ ਝਗੜਾ ਨਾ ਕਰੋ। ਸਮਝ ਲਓ ਵੀ ਇਹਦਾ ਵਿਚਾਰ ਇੱਦਾਂ ਆ। ਵਿਚਾਰਾਂ ਦਾ ਵਿਰੋਧ ਬੱਚਿਆਂ ਨਾਲ ਹੋ ਜਾਂਦਾ ਜੀ, ਬੱਚਿਆਂ ਨਾਲ ਵਿਚਾਰ ਹੁੰਦਾ, ਘਰ ਵਾਲੇ ਨਾਲ ਹੁੰਦਾ, ਪੇਰੈਂਟਸ ਨਾਲ ਹੁੰਦਾ ਆ। ਉਹਨੂੰ ਐਕਸੈਪਟ ਕਰ ਲੈਣਾ ਚਾਹੀਦਾ ਵੀ ਕੋਈ ਗੱਲ ਨਹੀਂ। ਹੁਣ ਤੁਹਾਨੂੰ ਯਾਦ ਹੋਣਾ ਇੱਕ ਵਾਰ ਜਿਹੜਾ ਫਰੈਂਚ ਫਿਲੋਸਫਰ ਵੋਲਟੇਅਰ ਹੋਇਆ ਨਾ ਜੀ, ਵੋਲਟੇਅਰ ਨੇ ਇੱਕ ਬੰਦੇ ਨੂੰ ਇਹ ਗੱਲ ਕਹੀ, ਉਹਨੂੰ ਬੰਦੇ ਨੇ ਉਹਦੇ ਖਿਲਾਫ ਗੱਲ ਕਹੀ। ਵੋਲਟੇਅਰ ਕਹਿੰਦਾ ਵੀ ਜਿਹੜਾ ਤੇਰਾ ਵਿਚਾਰ ਆ ਇਹਨੂੰ ਮੈਂ 100% ਗਲਤ ਸਮਝਦਾ, ਪਰ ਮੈਂ ਤੇਰੇ ਇਸ ਵਿਚਾਰ ਰੱਖਣ ਦੇ ਅਧਿਕਾਰ ਨੂੰ 100% ਸਪੋਰਟ ਕਰਦਾ। ਕਿਆ ਬਾਤ ਹੈ। ਠੀਕ ਹੈ, ਕਿਉਂਕਿ ਤੈਨੂੰ ਹੱਕ ਹੈ ਇਹ ਵਿਚਾਰ ਰੱਖਣ ਦਾ ਜਾ ਕੇ, ਚਾਹੇ ਮੈਂ ਇਹਨੂੰ ਗਲਤ ਸਮਝਦਾ। ਸੋ ਇਸ ਗੱਲ ਕਰਕੇ ਮੈਂ ਇਹ ਗੱਲ ਫੇਰ ਬਾਰ-ਬਾਰ ਕਹਿਣਾ ਚਾਹੁੰਦਾ ਵੀ ਘਰ ਵਿੱਚ ਆ ਚਾਹੇ ਬਾਹਰ ਦੇ ਵਿੱਚ ਹੈਗਾ, ਇਸ ਗੱਲ ਤੇ ਕਿਸੇ ਨਾਲ ਝਗੜਾ ਨਾ ਕਰੋ ਹੈਗਾ ਵੀ ਤੇਰੇ ਵਿਚਾਰ ਮੇਰੇ ਨਾਲ ਮੇਲ ਨਹੀਂ ਖਾਂਦੇ ਹੈਗੇ ਆ। ਕੋਈ ਗੱਲ ਨਹੀਂ, ਉੱਦਾਂ ਰਹਿਣਾ ਤਾਂ ਪੈਣਾ ਹੀ ਹੈ। ਸਾਰਿਆਂ ਨੂੰ ਤੁਸੀਂ ਫੋਰਸ ਤਾਂ ਤੁਸੀਂ ਸਾਰਿਆਂ ਨੂੰ ਕਰ ਨਹੀਂ ਸਕਦੇ। ਅੱਛਾ, ਅਗਲੀ ਗੱਲ ਜਿਹੜੀ ਮੇਰੇ ਦਿਮਾਗ ਦੇ ਵਿੱਚ ਆਉਂਦੀ ਹੈ ਉਹ ਬਹੁਤ ਜ਼ਰੂਰੀ ਹੈ ਜੀ। ਉਹ ਕੀ ਹੈ ਜੀ? ਉਹ ਥਿੰਨ ਸਾਹਿਬ ਇਹ ਆ, ਮੈਨੂੰ ਇੱਦਾਂ ਲੱਗਦਾ ਜਾ ਕੇ ਜੀ ਵੀ ਅਸੀਂ ਜਿਹੜੇ ਹੈਗੇ ਆ, ਅਸੀਂ ਨੈਗੇਟਿਵ ਬਹੁਤ ਹਾਂ ਜੀ। ਨੈਗੇਟਿਵ ਬਹੁਤ ਹੈ। ਹਰ ਗੱਲ ਜਿਹੜੀ ਹੈਗੀ ਆ ਮਾੜੀ ਆ, ਉਹ ਹਰ ਗੱਲ ਜਿਹੜੀ ਹੈਗੀ ਆ ਅਸੀਂ ਉਹਨੂੰ ਬਹੁਤ ਬੜਾਵਾ ਦਿੰਦੇ ਆ ਜਾ ਕੇ। ਚੰਗੀ ਗੱਲ ਜਿਹੜੀ ਹੈਗੀ ਆ ਉਹ ਸਾਨੂੰ ਜਿਹੜੀ ਹੈਗੀ ਆ ਉਨੀ ਅਪੀਲ ਨਹੀਂ ਕਰਦੀ। ਹੁਣ ਤੁਸੀਂ ਆਮ ਦੇਖੋ, ਹੁਣ ਇਲੈਕਸ਼ਨਾਂ ਵੀ ਉੱਠੀਆਂ, ਪੰਜਾਬ ਦਿਨ ਬ ਦਿਨ ਨਿੱਘਰ ਰਿਹਾ ਜਾ ਕੇ, ਪੰਜਾਬ ਦਾ ਬੇੜਾ ਬੈਠ ਗਿਆ ਜੀ, ਪੰਜਾਬ ਤਾਂ ਹੁਣ ਖਤਮ ਹੋ ਗਿਆ ਜੀ, ਪੰਜਾਬ ਅੱਗੇ ਨਾਲੋਂ ਬਹੁਤ ਬੇੜਾ ਬੈਠ ਗਿਆ ਪੰਜਾਬ ਦਾ, ਪੰਜਾਬ ਤਾਂ ਹੈ ਹੀ ਕੁਛ ਨਹੀਂ ਜੀ। ਇਹ ਤਾਂ ਇਹ ਜ਼ਿਆਦਾ ਆ। ਕੋਈ ਇਹ ਨਹੀਂ ਕਹਿੰਦਾ ਹੈ ਜਾ ਕੇ ਜੀ ਵੀ ਜਿਹੜਾ 50s ਦੇ ਵਿੱਚ ਪੰਜਾਬ ਹੁੰਦਾ ਸੀ, ਜਿਹਦੇ 'ਚ ਲੋਕਾਂ ਕੋਲ ਜੁੱਤੀ ਵੀ ਨਾ ਸੀ ਹੁੰਦੀ ਪਾਉਣ ਨੂੰ ਜਾ ਕੇ, ਜਿਹਦੇ ਵਿੱਚ ਲੋਕ ਕੱਪੜੇ ਵੀ ਮੰਗ ਕੇ ਜਾਂਦੇ ਹੁੰਦੇ ਸੀ ਬਾਹਰ ਨੂੰ ਜਾ ਕੇ, ਸਾਰੇ ਪਿੰਡ ਦੇ ਵਿੱਚ ਇੱਕ ਐਪਲ ਵੀ ਨਾ ਸੀ ਕਦੇ ਕਿਸੇ ਨੇ ਦੇਖਿਆ ਹੁੰਦਾ ਜਾ ਕੇ, ਸਾਰੇ ਗੱਡੇ ਅੜ ਜਾਂਦੇ ਹੁੰਦੇ ਸੀ ਸੜਕਾਂ ਦੇ ਵਿੱਚ, ਤਾਂ ਇਕੱਠੇ ਹੋ ਕੇ ਕੱਢਣ ਜਾਂਦੇ ਹੁੰਦੇ ਸੀ ਵੀ ਉਹਦਾ ਗੱਡਾ ਫਸ ਗਿਆ ਰਾਹ ਦੇ ਵਿੱਚ, ਉਹ ਕੱਢੋ ਜਾ ਕੇ। ਹੁਣ ਪਿੰਡ ਦੇ ਵਿੱਚ ਜਾ ਕੇ ਕੱਚੇ ਮਕਾਨ 50% ਨੂੰ ਜ਼ਿਆਦਾ ਕੱਚੇ ਮਕਾਨ ਹੁੰਦੇ ਸੀ, ਜਦ ਬਰਸਾਤ ਪੈਣੀ ਤੋਂ ਢਹਿ ਜਾਣੇ, ਠਾਹ ਆਉਣੀ ਆਵਾਜ਼ ਵੀ ਫਲਾਣੇ ਦਾ ਮਕਾਨ ਛੱਤ ਡਿੱਗ ਪਈ। ਠੀਕ ਹੈ ਨਾ, ਹੁਣ ਪੱਕੇ ਮਕਾਨ ਆ ਸਾਰੇ, ਕਾਰਾਂ ਪਿੰਡ ਦੀਆਂ ਗੋਰੇ, ਉਹ ਇਹਦੀ ਕੋਈ ਗੱਲ ਨਹੀਂ ਕਰਦਾ ਜੀ। ਉਹ ਕੋਈ ਬਸ ਪੰਜਾਬ ਦਾ ਤਾਂ ਗਿਆ, ਪੰਜਾਬ ਦਾ ਤਾਂ ਬੇੜਾ ਬੈਠ ਗਿਆ, ਪੰਜਾਬ ਦਾ ਬੇੜਾ। ਇੱਦਾਂ ਨਾ ਮੇਰਾ ਖਿਆਲ ਹੋਈਏ, ਆਪਾਂ ਨੂੰ ਦੋਨੋਂ ਪੱਖ ਤਾਂ ਅਸੀਂ ਇੱਦਾਂ ਕਹਿ ਸਕਦੇ ਹਾਂ ਵੀ ਪੰਜਾਬ ਦੀ ਉਨੀ ਤਰੱਕੀ ਨਹੀਂ ਹੋਈ ਜਿੰਨੀ ਮੈਂ ਚਾਹੁੰਦਾ।
ਠੀਕ ਹੈ, ਪਰ ਇਹ ਨਹੀਂ ਤੁਸੀਂ ਕਹਿ ਸਕਦੇ ਵੀ ਪੰਜਾਬ ਦੀ ਤਰੱਕੀ ਨਹੀਂ ਹੋਈ ਹੈ, ਪਰ ਅਸੀਂ ਕਹਿੰਦੇ ਇਹੀ ਹੈ ਪੰਜਾਬ ਦੀ ਤਾਂ ਜੀ ਅੱਗੇ ਨਾਲੋਂ ਬਹੁਤ ਬਹੁਤ ਪਿੱਛੇ ਜਾ ਕੇ ਦੇਖੋ ਬਹਿਗਾ ਹੈ ਹੀ ਕੁਛ ਨਹੀਂ, ਹੈਗਾ ਹੀ ਕੁਛ ਨਹੀਂ। ਉਹ ਮੇਰੇ ਪੰਜਾਬ ਗਏ ਸੀ ਦੋਸਤ, ਉਹ ਕਹਿੰਦੇ ਮੈਨੂੰ ਇੱਦਾਂ ਲੱਗਦਾ ਵੀ ਉਹ ਸਾਡਾ ਅਮੀਰ ਆ ਲੋਕ ਹੈ ਜਿਹੜੀਆਂ ਤਈਆਂ ਕੱਢਦੇ ਨੋਟਾਂ ਦੀਆਂ ਉੱਥੇ ਜਾ ਕੇ ਇੰਨੇ ਉਹਨਾਂ ਦੇ ਸੜਕਾਂ ਬਹੁਤ ਵਧੀਆ ਹੈ ਜੀ, ਤਾਂ ਉਹ ਪੱਕੇ ਮਕਾਨ ਆ ਸਾਰਿਆਂ ਦੇ ਜਾ ਕੇ। ਚਲੋ ਇਹ ਨਹੀਂ ਵੇ ਨੈਗੇਟਿਵ ਜ਼ਿਆਦਾ ਹੈ। ਦੇਖੋ ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਜੀ। ਉਹ ਖਬਰ ਆਉਂਦੀ ਆ ਵੀ ਇੱਕ ਲੜਕੀ ਖੜੀ ਸੀ, ਉਹ ਬਹੁਤ ਡਰੀ ਹੋਈ ਸੀਗੀ। ਜਾ ਕੇ ਪਿੱਛੋਂ 2 ਮੁੰਡੇ ਕਾਰ ਦੇ ਵਿੱਚ ਆਏ, ਉਹਨੂੰ ਕਾਰ ਦੇ ਵਿੱਚ ਬਿਠਾ ਲਿਆ, ਕਾਰ ਦੇ ਵਿੱਚ ਬਿਠਾ ਕੇ ਉਹਦੇ ਘਰ ਛੱਡਿਆ। ਕਿਸੇ ਨੇ ਕੋਈ ਖਬਰ ਨਹੀਂ ਲਾਉਣੀ। ਇਹ ਕਾਹਦੀ ਖਬਰ ਹੈ ਜੀ, ਇਹ ਕੀ ਖਬਰ ਹੈ? ਜਾ ਕੇ ਦੇਖ ਫੇਰ ਖਬਰ ਆਉਂਦੀ ਆ ਜੀ, ਲੜਕੀ ਖੜੀ ਸੀ, 2 ਨੇ ਉਹਨੂੰ ਚੱਕਿਆ ਜੀ, ਚੱਕ ਕੇ ਰੇਪ ਦੀ ਕੋਸ਼ਿਸ਼ ਕੀਤੀ ਜਾ ਕੇ ਜੀ। ਉਹ ਲੜਕੀ ਨੂੰ ਨਹੀਂ ਚੱਕ ਕੇ ਉਹਦੇ ਨਾਲ ਜ਼ਿਆਦਤੀ ਕੀਤੀ। ਜ਼ਿਆਦਤੀ ਕਰਦੇ ਹੋਏ ਲੋਕਾਂ ਨੇ ਫਿਰ ਫੜ ਲਿਆ ਜੀ। ਲੋਕਾਂ ਨੇ ਫੜ ਕੇ ਫਿਰ ਉਹਨਾਂ ਦੀ ਜੁੱਤੀਆਂ ਮਾਰੀਆਂ ਜੀ, ਜੁੱਤੀਆਂ ਦਾ ਹਾਰ ਗਲ 'ਚ ਪਾਇਆ। ਉਹ ਬੜੀ ਖਬਰ ਲੱਗ ਜਾਣੀ ਹੈ, ਲੋਕਾਂ ਨੇ ਦੇਖਣ ਵੀ ਜਾਣਾ ਉਹਨੂੰ ਜਾ ਕੇ ਜੀ, ਉਹ ਕਿਹਦੇ ਜੁੱਤੀਆਂ ਵੱਜਦੀਆਂ ਕਿਹਦੇ ਹਾਰ। ਮਤਲਬ ਜਿਹੜੀ ਹੁਣ ਪਹਿਲੀ ਖਬਰ ਗੁੱਡ ਖਬਰ ਸੀ, ਉਹਨੂੰ ਨੋਬਡੀ ਕੇਅਰਸ। ਕਿਉਂਕਿ ਇਹ ਕਾਹਦੀ ਗੱਲ ਹੈ ਜੀ, ਲੜਕੀ ਸੇਫ ਘਰ ਪਹੁੰਚਾਤੀ ਹੈ, ਕੋਈ ਖਬਰ ਆ? ਨੈਗੇਟਿਵ ਖਬਰ ਜ਼ਿਆਦਾ ਧਿਆਨ ਉਹਨੂੰ ਜ਼ਿਆਦਾ ਧਿਆਨ ਖਿੱਚਦੀ ਹੈ। ਹੁਣ ਮੈਂ ਦੇਖੋ ਇਹ ਕਹਿਣਾ ਚਾਹੁੰਦਾ ਜੀ ਵੀ ਨੈਗੇਟਿਵ ਨਹੀਂ, ਰੀਅਲਿਸਟ ਤਾਂ ਰਹੋ ਨਾ ਘੱਟੋ ਘੱਟ। ਜੇ ਪੋਜ਼ੀਟਿਵ ਨਹੀਂ ਹੋਣਾ, ਘੱਟੋ ਘੱਟ ਰੀਅਲਿਸਟ ਤਾਂ ਹੋਈਏ ਨਾ ਆਪਾਂ ਜਾ ਕੇ। ਤੁਸੀਂ ਇੱਥੇ ਆ ਜਾਂਦੇ ਜੀ, ਇੱਕ ਬੰਦਾ ਖਬਰ ਦਿੰਦਾ ਜੀ ਵੀ ਪ੍ਰੋਫੈਸਰ ਕਸ਼ਮੀਰਾ ਸਿੰਘ ਬਹੁਤ ਮੁਹੱਬਤ ਪਿਆਰ ਨਾਲ ਆਪਣੇ ਘਰ ਦੇ ਵਿੱਚ ਰਹਿ ਰਿਹਾ। ਠੀਕ ਹੈ, ਰਹਿ ਰਿਹਾ, ਉਹਨਾਂ ਕੀ ਹੁੰਦੀ ਹੈ। ਫਿਰ ਖਬਰ ਆਉਂਦੀ ਹੈ ਜੀ ਵੀ ਪ੍ਰੋਫੈਸਰ ਕਸ਼ਮੀਰਾ ਸਿੰਘ ਦੇ ਘਰ ਕੱਲ੍ਹ ਜੁੱਤੀ ਖੜਕਦੀ ਸੀ, ਤਾਂ ਉਹਦੀ ਘਰ ਵਾਲੀ ਨੇ 911 ਕਰ ਦਿੱਤਾ। ਤਾਂ ਪੁਲਿਸ ਆਈ, ਪੁਲਿਸ ਪ੍ਰੋਫੈਸਰ ਨੂੰ ਲੈ ਗਈ ਜੀ। ਪ੍ਰੋਫੈਸਰ ਨੂੰ ਲਿਜਾ ਕੇ ਉਹਨੇ ਕਸਟਡੀ ਵਿੱਚ ਤਾਂ ਹੁਣ ਥਾਣੇ 'ਚ ਅੰਦਰ ਆ, ਕੱਲ੍ਹ ਨੂੰ ਕੋਰਟ ਦੇ ਵਿੱਚ ਪੇਸ਼ ਕਰਨਾ। ਸਾਰੇ ਮੇਰਾ ਖਿਆਲ ਖਬਰ ਫੈਲ ਜਾਣੀ ਹੈ ਜੀ, ਫੋਨ ਕਰਕੇ ਜਾ ਕੇ ਜੀ ਪ੍ਰੋਫੈਸਰ ਅੰਦਰ ਦੇਤਾ ਜੀ, ਪ੍ਰੋਫੈਸਰ ਅੰਦਰ ਦੇਤਾ। ਅਤੇ ਉਹ ਹੋ ਸਕਦਾ ਮੀਡੀਆ ਏਰੀਆ ਤੁਸੀਂ ਵੀ ਚੱਕ ਦੇਣੀ ਹੈ ਖਬਰ, ਇੱਥੋਂ ਜਾ ਕੇ ਹੋ ਸਕਦਾ ਤੁਸੀਂ ਟਾਕ ਸ਼ੋ ਵੀ ਕਰਨ ਲੱਗ ਪਵੋ ਇਹਦੇ ਉੱਤੇ ਜਾ ਕੇ ਖਬਰ ਜਾ ਕੇ। ਅਤੇ ਉਹ ਕੱਲ੍ਹ ਨੂੰ ਕੋਈ ਖਬਰ ਫੇਰ ਆ ਜਾਵੇ ਜਾ ਕੇ ਪਈ ਜੀ ਨਹੀਂ ਉਹ ਤਾਂ ਗਲਤ ਸੀ, ਉਹ ਕਸ਼ਮੀਰਾ ਸਿੰਘ ਨਹੀਂ ਸੀ, ਉਹ ਤਾਂ ਹਮੀਰਾ ਸਿੰਘ ਸੀਗਾ, ਗਲਤ ਹੋ ਗਏ। ਮਾੜੀ ਜਿਹੀ ਖਬਰ ਲਾ ਦੇਣੀ ਹੇਠਾਂ ਜੀ ਵੀ ਸਾਡੀ ਉਹ ਇਨਫੋਰਮੇਸ਼ਨ ਠੀਕ ਨਹੀਂ ਸੀ, ਹੈ ਠੀਕ ਗੱਲ ਸੀ। ਅਸੀਂ ਸਿਫਤ ਨੂੰ ਇੰਜੋਏ ਨਹੀਂ ਕਰਦੇ ਜੀ ਕਿਸੇ ਦੀ, ਸਕੈਂਡਲ ਨੂੰ ਇੰਜੋਏ ਕਰਦੇ ਹਾਂ ਜੀ। ਮੈਂ ਇੱਕ ਗੱਲ ਕਹਿੰਦਾ ਜੀ ਵੀ ਜਿਹੜੀ ਐਪਰੀਸੀਏਸ਼ਨ ਆ ਉਹ ਖੁੱਲ੍ਹ ਕੇ ਕਰੋ, ਕਿਸੇ ਦੀ ਕਰਨੀ। ਕ੍ਰਿਟਿਸਿਜ਼ਮ ਦੇ ਵਿੱਚ ਥੋੜ੍ਹੀ ਕੰਜੂਸੀ ਵਰਤ ਲਓ ਜਾ ਕੇ। ਅਸੀਂ ਉਲਟ ਕਰਦੇ ਹਾਂ ਜੀ, ਅਸੀਂ ਉਲਟ ਕਰਦੇ ਹਾਂ। ਇੱਕ ਵਾਰ ਉਹ ਲਾਲਾ ਹਰਦਿਆਲ ਦਾ ਮੈਂ ਅੱਗੇ ਵੀ ਰੈਫਰੈਂਸ ਦਿੱਤਾ ਜੀ ਕਈ ਵਾਰ ਉਸ ਬੁੱਕ ਦਾ। ਉਹ ਕਹਿੰਦੇ ਵੀ ਜੇ ਤੁਹਾਨੂੰ ਜਿਹੜੇ ਹੈਗੇ ਆ ਕਿਸੇ ਦੀ ਕੋਈ ਸਿਫਤ ਦਿਖਦੀ ਆ, ਮਾੜੀ ਅੰਗ ਦਿਖਦਾ, ਤਾਂ ਉਹਦੇ ਕੰਨ 'ਚ ਕਹੋ ਜਾ ਕੇ। ਜੇ ਉਹਦੀ ਸਿਫਤ ਆ ਤਾਂ ਲੋਕਾਂ ਨੂੰ ਦੱਸੋ, ਪਰ ਹੁੰਦਾ ਉਲਟਿਆ ਜਾ ਕੇ ਜੀ। ਜਿਹੜੀ ਉਹਦੀ ਸਿਫਤ ਹੈ ਉਹਦੇ ਮੂੰਹ 'ਤੇ ਕਰ ਦਿੰਦੇ ਜਾ ਕੇ ਜੀ, ਜਾ ਕੇ ਉਹ ਜਿਹੜਾ ਉਹਦੀ ਕੋਈ ਸਿਫਤ ਹੈ ਲੋਕਾਂ ਦੇ ਵਿੱਚ ਜਾ ਕੇ ਉਹਦੀ ਭੰਡੀ ਪ੍ਰਚਾਰ ਕਰਦੇ ਜਾ ਕੇ। ਅਤੇ ਬਾਕੀ ਇੱਕ ਗੱਲ ਜ਼ਰੂਰ ਦਿਮਾਗ ਦੇ ਵਿੱਚ ਰੱਖ ਲੈਣੀ ਚਾਹੀਦੀ ਆ ਵੀ ਜਿਹੜੀ ਵੀ ਚੀਜ਼ ਆਉਂਦੀ ਆ ਉਹਦਾ ਦੂਜਾ ਪੱਖ ਹੁੰਦਾ ਆ। ਇਹ ਐਬਸੋਲੂਟ ਟਰੁੱਥ ਨਾ ਆਪਾਂ ਸਮਝ ਲਈਏ ਕਿਸੇ ਗੱਲ ਨੂੰ ਵੀ, ਆਪਣੀ ਸਟੇਟਮੈਂਟ ਨੂੰ ਵੀ, ਹੋਰ ਵੀ ਕਿਸੇ ਸਟੇਟਮੈਂਟ ਨੂੰ ਵੀ। ਹਰ ਪੱਖ ਦਾ ਦੂਜਾ ਪੱਖ ਹੁੰਦਾ ਆ, ਔਰ ਜਿਸ ਵੇਲੇ ਵੀ ਗੱਲ ਕਰਨੀ ਆ ਉਹ ਦਿਮਾਗ ਵਿੱਚ ਲੈ ਆਉਣਾ ਚਾਹੀਦਾ ਵੀ ਆਹ ਵੀ ਹੋ ਸਕਦੀ ਹੈ ਗੱਲ, ਔਰ ਸੁਣ ਕੇ ਉਹਦੇ ਉੱਤੇ ਵੀ ਵਿਚਾਰ ਜਿਹੜਾ ਹੈਗਾ ਕਰ ਲੈਣਾ ਚਾਹੀਦਾ। ਇਹ 2-3 ਗੱਲਾਂ ਮੇਰੇ ਦਿਮਾਗ ਵਿੱਚ ਆਉਂਦੀਆਂ ਸੀਗੀਆਂ, ਉਹ ਮੈਂ ਲੜਦਾ ਰਿਹਾ ਇਹਨਾਂ ਗੱਲਾਂ ਕਰਕੇ ਜੀ ਵੀ ਮੈਂ ਹੀ ਠੀਕ ਹਾਂ, ਮੈਂ ਹੀ ਠੀਕ ਹਾਂ। ਪਰ ਹੁਣ ਮੈਂ ਆਪ ਸੋਚਦਾ ਜਾ ਕੇ ਵੀ ਜਿਹੜੀਆਂ ਗੱਲਾਂ ਮੈਂ ਜਿਨ੍ਹਾਂ ਦੀ ਖਾਤਰ ਉਦੋਂ ਲੜਦਾ ਹੁੰਦਾ ਸੀ, ਉਹ ਹੁਣ ਮੈਨੂੰ ਆਪ ਲੱਗਣ ਲੱਗ ਪਈਆਂ ਵੀ ਉਹ ਤਾਂ ਰੈਲੀਵੈਂਟ ਸੀ, ਬੜੀਆਂ ਬੇਵਕੂਫੀਆਂ ਕੀਤੀਆਂ। ਤਾਂ ਮੈਂ ਕਹਿੰਦਾ ਮੇਰੇ ਮਨ 'ਚ ਹੈਗਾ ਵੀ ਲੋਕ ਸ਼ਾਂਤੀ ਨਾਲ ਰਹਿਣ ਜੀ ਥੋੜ੍ਹੇ ਘਰਾਂ ਦੇ ਵਿੱਚ। ਇਸ ਕਰਕੇ ਇਹ 2-3 ਗੱਲਾਂ ਮੇਰੇ ਦਿਮਾਗ ਵਿੱਚ ਸੀਗੀਆਂ ਜੀ, ਜਿਹੜੀਆਂ ਮੈਂ ਪਹਿਲਾਂ ਕਰਨੀਆਂ ਚਾਹੁੰਦਾ ਸੀਗਾ ਜਾ ਕੇ ਵੀ ਉਸ ਪ੍ਰੋਗਰਾਮ ਤੋਂ। ਹੁਣ ਆਪਾਂ ਆਉਂਦੇ ਆਪਣੇ ਤਰਕ ਤੇ ਫੇਥ। ਤਰਕ ਤੇ ਫੇਥ, ਹਾਂਜੀ। ਤਰਕ ਕੀ ਆ ਤੇ ਭਰੋਸਾ ਕੀ ਆ? ਹੁਣ ਸਾਹਿਬ ਲੌਜਿਕ ਕੀ ਆ? ਲੌਜਿਕ ਹੈਗੀ ਆ ਦਲੀਲ ਨਾਲ ਗੱਲ ਕਰਨੀ, ਜਿਹੜੀ ਆਪਾਂ ਨੂੰ ਗੱਲ ਲੱਗੇ ਉਹ ਠੀਕ ਆ। ਉਹ ਹੁਣ ਜਿਹੜੀ ਦਲੀਲ ਆ, ਮੈਂ ਇੱਦਾਂ ਸਮਝਦਾ ਵੀ ਪਾਰਸ਼ਲ ਸੱਚ ਨੂੰ ਵੀ ਲੱਭਣ ਦੇ ਲਈ ਐਕਸਪੈਰੀਮੈਂਟਲ ਵੈਰੀਫਿਕੇਸ਼ਨ ਤੋਂ ਬਾਅਦ ਦਲੀਲ ਸਭ ਤੋਂ ਬੜਾ ਸਾਧਨ ਆ। ਦਲੀਲ ਤੋਂ ਬਿਨਾਂ ਜਿਹੜੀ ਹੈਗੀ ਆ ਲਾਈਫ ਚੱਲ ਹੀ ਨਹੀਂ ਸਕਦੀ ਹੈ ਜੀ, ਬਿਲਕੁਲ ਚੱਲ ਹੀ ਨਹੀਂ ਸਕਦੇ। ਦਲੀਲ ਤੋਂ ਬਿਨਾਂ ਹੀ ਆ, ਦਲੀਲ ਨਾਲ ਇਹ ਸਭ ਕੁਝ ਹੋ ਰਿਹਾ ਜਾ ਕੇ। ਟੋਲਸਟੋਏ ਨੇ ਤਾਂ ਇੱਕ ਵਾਰ ਇਹ ਗੱਲ ਕਹੀ ਸੀ, ਉਹ ਕਹਿੰਦਾ ਦਲੀਲ ਤੋਂ ਬਿਨਾਂ ਤੁਸੀਂ ਸੱਚ ਨੂੰ ਪਾਏ ਨਹੀਂ ਸਕਦੇ। ਰੀਜ਼ਨ ਹੀ ਆ ਜਿਹੜਾ ਹੈਗਾ ਆ ਤੁਹਾਨੂੰ ਜਿਹੜਾ ਦੱਸਦਾ ਆ ਵੀ ਆਹ ਗੱਲ ਠੀਕ ਆ, ਆਹ ਗੱਲ ਗਲਤ ਆ। ਹੁਣ ਉਹਦੇ ਵਿੱਚ ਤਾਂ ਅਸੀਂ ਇਹ ਕਹਿੰਦੇ ਹੈਗੇ ਜਾ ਕੇ ਜੀ, ਦੇਖੋ ਫਿਲੋਸਫੀ ਨੇ ਜਿਹੜੀ ਟ੍ਰੈਡੀਸ਼ਨਲ ਮੋਰੈਲਿਟੀ ਸੀ ਨਾ,
ਵੀ ਆ ਚੰਗਾ ਹੁੰਦਾ, ਆਹ ਮਾੜਾ ਹੁੰਦਾ, ਕੁੜੀ ਦੇ ਸਿਰ ਤੇ ਕੱਪੜਾ ਲੈਣਾ ਹੋਇਆ ਤਾਂ ਫਲਾਨਾ ਹੈ ਇੱਦਾਂ। ਉਹ ਫਿਲਾਸਫੀ ਨੇ ਰੀਜ਼ਨ ਉਹਨੂੰ ਡਿਸਟਰੋਏ ਕਰ ਦਿੱਤਾ ਵੀ ਨਹੀਂ ਇਹ ਗੱਲਾਂ ਨਹੀਂ ਹੈ, ਇਹਨਾਂ ਦਾ ਐਥਿਕਸ ਦੇ ਨਾਲ ਕੀ ਤਾਲੁਕ ਹੈਗਾ ਜਾ ਕੇ, ਇਨਸਾਨ ਦੀਆਂ ਰੀਜ਼ਨ ਦੱਸੋ, ਰੀਜ਼ਨ ਦਿਓ ਜੇ ਕਿ ਇਹਦਾ ਤਾਲੁਕ ਕੀ ਹੈ ਜਾ ਕੇ। ਪਰ ਮਾੜੀ ਗੱਲ ਇਹ ਹੋਈ ਆ ਜੀ ਵੀ ਅਜੇ ਤੱਕ ਨੈਚੁਰਲ ਐਥਿਕਸ ਨਹੀਂ ਲੱਭ ਸਕਿਆ ਵੀ ਨੈਚੁਰਲੀ ਐਥਿਕਸ ਕੀ ਹੈ। ਐਥਿਕਸ ਤਾਂ ਸਾਰੇ ਇਨਸਾਨ ਮੇਡ ਹੈ, ਇਨਸਾਨ ਨੇ ਬਣਾਏ ਨਾ ਸਾਰੇ ਜਿਹੜੇ ਹੈਗੇ ਆ ਗੋਡਿਆ ਬੈਡਿਆ ਗੋਡਿਆ ਬੈਡਿਆ। ਪਰ ਉਹ ਲੌਜਿਕ ਫੇਰ ਵੀ ਤੁਹਾਨੂੰ ਉਸ ਸੱਚ ਤੱਕ ਪਹੁੰਚਣ ਦੇ ਲਈ ਇਹ ਸਭ ਤੋਂ ਵੱਧ ਤੁਹਾਨੂੰ ਇਹ ਮਦਦ ਕਰਦਾ, ਇਹ ਤੁਹਾਨੂੰ ਦੱਸਦਾ, ਕਿਉਂਕਿ ਲੌਜਿਕ ਕੀ ਹੈ, ਦਿਮਾਗ ਹੈ ਨਾ ਜੀ। ਹੁਣ ਇਹਦੀ ਤਿੰਨ ਸਾਹਿਬ ਇਹ ਬੜੀ ਕੰਟਰੋਵਰਸੀ ਆ ਵੀ ਹਿਸਟਰੀ ਵਿੱਚ ਲੌਜਿਕ ਪਹਿਲਾਂ ਆਇਆ ਜਾਂ ਫੇਥ ਪਹਿਲਾਂ ਆਇਆ ਜੀ, ਠੀਕ ਹੈ ਨਾ ਜੀ। ਅੱਛਾ ਹੁਣ ਕਈ ਵਾਰ ਮੈਨੂੰ ਲੱਗਦਾ ਪਹਿਲੀ ਸਟੇਜ ਤਾਂ ਬੱਚਾ ਫੇਥ ਹੀ ਕਰਦਾ ਨਾ, ਮਾਂ ਤੇ ਫੇਥ ਕਰਕੇ ਚੱਲਦਾ। ਚਲੋ ਆਪਾਂ ਇੱਥੇ ਅੱਗੇ ਚੱਲਦੇ ਹਾਂ। ਆਪਾਂ ਬਹੁਤ ਵਾਰ ਗ੍ਰੀਕ ਫਿਲਾਸਫੀ ਦੀ ਗੱਲ ਕਰਦੇ ਰਹੇ ਹਾਂ ਕਿ ਗ੍ਰੀਕਸ ਜਿਹੜੇ ਆ ਉਹਨੀ ਲੌਜਿਕ ਨੂੰ ਬਹੁਤ ਬੜਾਵਾ ਦਿੱਤਾ ਜਾਂਦਾ। ਬਿਲਕੁਲ ਪਲਾਟੋਨ ਸਾਰੇ ਲੌਜਿਕ ਤੇ ਸੀ, ਇਹ ਸਾਰੇ ਲੌਜਿਕ ਤੇ ਸੀਗੇ ਜੀ। ਔਰ ਉੱਥੇ ਲੌਜਿਕ ਦੇ ਸਕੂਲ ਸੀਗੇ, ਜਿਹੜੀ ਅਰਿਸਟੋਟਲ ਦੀ ਅਕੈਡਮੀ ਵੀ ਸੀਗੀ, ਉਹਦੇ ਵਿੱਚ ਵੀ ਜਿਹੜਾ ਲੌਜਿਕ ਇੱਕ ਸਬਜੈਕਟ ਦੇ ਤੌਰ ਤੇ ਪੜ੍ਹਾਇਆ ਜਾਂਦਾ ਸੀ ਜੀ। ਔਰ ਤੁਸੀਂ ਹੈਰਾਨ ਹੋਵੋਗੇ ਜਾ ਕੇ ਜੀ, ਆਪਣੇ ਤਕਸ਼ਾ ਯੂਨੀਵਰਸਿਟੀ 'ਚ ਵੀ ਪੜ੍ਹਾਇਆ ਜਾਂਦਾ ਸੀ, ਉੱਥੇ ਵੀ ਲੌਜਿਕ ਪੜ੍ਹਾਇਆ ਜਾਂਦਾ ਸੀ। ਅੱਛਾ ਹੁਣ ਤੁਸੀਂ ਦੇਖੋ, ਜਿਸ ਵੇਲੇ ਅਲੈਗਜ਼ੈਂਡਰ, ਅੱਗੇ ਮੈਂ ਆਪਾਂ ਕੀਤੀ ਹੈ ਗੱਲ, ਅਲੈਗਜ਼ੈਂਡਰ ਦਾ ਜਨਮ ਹੋਇਆ ਫਿਲਪਸ ਦੇ ਵਿੱਚ, ਮੈਕਡੋਨੀਆ ਦੇ ਵਿੱਚ, ਉਸ ਵੇਲੇ ਵਧਾਈਆਂ ਦਿੱਤੀਆਂ ਲੋਕਾਂ ਨੇ ਆ ਕੇ ਵੀ ਬਾਦਸ਼ਾਹ ਦੇ ਜਿਹੜਾ ਬੇਟਾ ਪੈਦਾ ਹੋ ਗਿਆ, ਗਾਹਾਂ ਹੋ ਗਿਆ। ਅਤੇ ਬਾਦਸ਼ਾਹ ਨੇ ਉਸ ਵੇਲੇ ਕਿਹਾ ਵੀ ਮੈਨੂੰ ਬਹੁਤ ਖੁਸ਼ੀ ਆ ਵੀ ਮੇਰੇ ਬੇਟਾ ਪੈਦਾ ਹੋਇਆ, ਪਰ ਜ਼ਿਆਦਾ ਖੁਸ਼ੀ ਮੈਨੂੰ ਇਸ ਗੱਲ ਦੀ ਆ ਵੀ ਇਹ ਅਰਿਸਟੋਟਲ ਦੇ ਟਾਈਮ ਦੇ ਵਿੱਚ ਪੈਦਾ ਹੋਇਆ। ਔਰ ਅਰਿਸਟੋਟਲ ਹੁਣ ਇਹਨੂੰ ਬਾਦਲੀਲ ਬਣਾ ਦਊਗਾ, ਉਹਨੇ ਉਹ ਇਹਨੂੰ ਦਲੀਲ ਸਕਾਲ ਦਊਗਾ, ਉਹਨੇ ਇਹ ਗੱਲ ਕਹੀ ਜਾ ਕੇ। ਉਸ ਵੇਲੇ ਤਿੰਨ ਸਾਹਿਬ ਐਥਨਸ ਦੇ ਵਿੱਚ ਇਹ ਗੱਲ ਹੈਗੀ ਆ, ਕੋਈ 326 'ਚ ਆਇਆ ਸਿਕੰਦਰ ਇੱਥੇ, ਇਸ BC ਦੇ ਵਿੱਚ ਆਇਆ ਇਹ। ਤੁਸੀਂ ਦੇਖੋ ਉਹਨਾਂ ਦਿਨਾਂ ਦੇ ਵਿੱਚ ਐਥਨਸ ਦੇ ਵਿੱਚ ਇਹ ਹੁੰਦਾ ਸੀਗਾ, ਜਿਸ ਵੇਲੇ ਮੇਰਾ ਤੁਹਾਡੇ ਨਾਲ ਬਹੁਤ ਝਗੜਾ ਹੋ ਗਿਆ, ਮੈਂ ਤੁਹਾਡੇ ਨਾਲ ਬਹੁਤ ਲੜਾਈ ਹੋ ਗਈ, ਗੁੱਸਾ ਆ ਗਿਆ ਨਾ ਜੀ, ਅਤੇ ਗੁੱਸੇ ਵਿੱਚ ਸਭ ਤੋਂ ਵੱਧ ਇਹ ਹੁੰਦੀ ਸੀ ਗੱਲ, ਤਾਂ ਜਾਂ ਤੂੰ ਬੇਦਲੀਲ ਬਣ ਜਾਏ। ਇਹ ਗਾਲ ਹੁੰਦੀ ਸੀ, ਸਰਾਫ ਹੈ ਕਿਸਮ ਦਾ, ਇਹ ਸਰਾਪ ਹੁੰਦੀ ਸੀ, ਇਹ ਉਹਨੂੰ ਬਦਦੁਆ ਦਿੱਤੀ ਜਾਂਦੀ ਸੀ, ਜਾਂ ਤੂੰ ਬੇਦਲੀਲ ਬਣ ਜਾਵੇਂ ਜਾ ਕੇ। ਹੁਣ ਸਾਹਿਬ ਬੇਦਲੀਲ ਕਰਨ ਦਾ ਮਤਲਬ ਪਤਾ ਕੀ ਹੈ? ਦਲੀਲ ਹੀ ਨਹੀਂ ਦੇ ਸਕਦਾ, ਤੂੰ ਪਾਗਲ ਹੋ ਜਾਏ, ਬੇਵਕੂਫ ਪਾਗਲ ਹੋ ਜਾਵੇਂ। ਕਿਉਂਕਿ ਬੇਦਲੀਲ ਕੌਣ ਹੁੰਦਾ ਜੀ? ਜਿਹਨੂੰ ਕੋਈ ਪਾਗਲ ਹੁੰਦਾ ਜਾ ਕੇ। ਸੋ ਜਿਹੜੀ ਦਲੀਲ ਆ ਇੱਕ ਵੈਸੇ ਹੁਣ ਇਨਸਾਨ ਹੁਣ ਵੀ ਬਹੁਤ ਰੈਸ਼ਨਲਿਜ਼ਮ 'ਤੇ ਬਹੁਤ ਹੋਇਆ। ਇਹ ਜਿਹੜੀਆਂ ਰੈਸ਼ਨਲ ਸੁਸਾਇਟੀਆਂ ਜਿਹੜੀਆਂ ਬਣੀਆਂ ਸਾਰੀ ਵਰਲਡ ਦੇ ਵਿੱਚ, ਤਰਕ ਦੇ ਵਿੱਚ ਬਣੇ, ਇੱਥੇ ਆਪਣੇ ਸਰੀ 'ਚ ਵੀ ਬਣੀ ਹੋਈ ਤਰਕਸ਼ੀਲ ਸੁਸਾਇਟੀ ਇੱਥੇ ਬਣੀ, ਉਹ ਤਰਕੇ ਸਿਖਾਲਦੇ ਨੇ ਔਰ ਬੜਾ ਵਧੀਆ ਕੰਮ ਕਰ ਰਹੇ ਆ। ਉਹ ਤਰਕਸ਼ੀਲ ਵਾਲੇ ਬਹੁਤ ਵਧੀਆ ਕੰਮ ਕਰ ਰਹੇ ਆ। ਸੋ ਤਰਕ ਸਿਖਾਲਦੇ ਆ ਲੋਕਾਂ ਨੂੰ ਵੀ ਤਰਕ ਨਾਲ ਕੀ ਕਰਦੇ। ਉਹ ਲਾਲਾ ਹਰਦਿਆਲ ਦੀ ਕੋਟੇਸ਼ਨ ਹੈ ਜੀ, ਉਹ ਕਹਿੰਦਾ ਵੀ ਡੂ ਨਾਟ ਨੀਡ ਸਿਲੀ ਸੇਂਟਸ, we do not need silly saint or selfish scholars. We need scholarly saints and saintly scholars. ਵਾਹ ਇਹ ਚਾਹੀਦੇ ਸਨ, ਦੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾਲ ਨਾਲ ਚੱਲਦੀਆਂ। ਸੋ ਦਲੀਲ ਬਾਰੇ ਮੈਂ ਇੱਕ ਜ਼ਰੂਰ ਕਹੂੰਗਾ ਆਪਣੇ ਸੁਣਨ ਵਾਲਿਆਂ ਨੂੰ, ਦਲੀਲ ਨੂੰ ਡਿਵੈਲਪ ਕਰੋ ਜ਼ਰੂਰ। ਦਲੀਲ ਜਿਹੜੀ ਹੈ, ਦਲੀਲ ਡਿਵੈਲਪ ਹੋਣ ਦੇ ਨਾਲ ਤੁਸੀਂ ਤਿੱਖੇ ਬਣਦੇ ਆ, ਤੁਹਾਡੀ ਸੋਚਣ ਸ਼ਕਤੀ ਤੁਹਾਡੀ ਵੱਧਦੀ ਆ। ਸੋ ਤੁਸੀਂ ਦਲੀਲ ਨਾਲ ਗੱਲ ਕਰਦੇ ਆ ਜਾ ਕੇ, ਕਿਸੇ ਦੇ ਨਾਲ ਜਿੰਨਾ ਵੀ ਗੱਲ ਕਰੀਏ ਬਾਦਲੀਲ ਗੱਲ ਕਰੋ, ਬੇਦਲੀਲ ਗੱਲ ਨਾ ਕਰੋ ਜਾ ਕੇ। ਔਰ 10 ਬੰਦੇ 20 ਬੰਦੇ ਕਚੀਰਾ ਕਰਦੇ ਹੋਣ, ਹਾਂ, ਬਾਦਲੀਲ ਇੱਕ ਬੰਦਾ ਜਦੋਂ ਦਲੀਲ ਦੇ ਦਿੰਦਾ ਨਾ, ਹਾਂ, ਸਾਰੇ ਚੁੱਪ ਕਰ ਜਾਂਦੇ, ਸਾਰੇ ਚੁੱਪ ਕਰ, ਉਹਦਾ ਜਵਾਬ ਕੋਈ ਨਹੀਂ। ਦਲੀਲ ਦੇ ਵਿੱਚ ਪਾਵਰ ਬਹੁਤ ਹੁੰਦੀ ਹੈ, ਪਾਵਰ ਬਹੁਤ ਹੈ, ਦਲੀਲ ਦੇ ਵਿੱਚ ਪਾਵਰ ਬਹੁਤ ਹੁੰਦੀ ਹੈ ਜਾ ਕੇ। ਬੰਦਾ 10 ਬੰਦਿਆਂ ਨਾਲ ਲੜ ਨਹੀਂ ਸਕਦਾ, ਨਹੀਂ ਲੜ ਨਹੀਂ ਸਕਦਾ, ਪਰ ਦਲੀਲ ਦੀ ਗੱਲ ਇੱਕ ਕਰ ਸਕਦਾ, ਕਨਵਿੰਸ ਕਰ ਸਕਦਾ, ਉਹਨਾਂ ਨੂੰ ਚੁੱਪ ਕਰਾ ਸਕਦਾ। ਬਿਲਕੁਲ ਠੀਕ ਹੈ, ਫਿਜ਼ੀਕਲੀ ਤੁਸੀਂ ਇੱਕ ਨੂੰ ਕੁੱਟ ਸਕਦੇ ਆ ਜੇ ਤਕੜੇ ਵੀ ਹੈਗੇ, ਪਰ ਜਿਹੜੀ ਤੁਹਾਡੀ ਗੱਲ ਬਿਲਕੁਲ ਠੀਕ ਹੈ, ਦਲੀਲ ਦੇ ਨਾਲ ਤੁਸੀਂ 10 ਨੂੰ ਕਨਵਿੰਸ ਕਰ ਸਕਦੇ ਆ ਜਾ ਕੇ। ਸੋ ਲੌਜਿਕ ਜਿਹੜਾ ਹੈਗਾ ਇਹਨੂੰ ਡਿਵੈਲਪ ਕਰਨ ਦੇ ਲਈ ਬਹੁਤ ਮੈਂ ਇਸ ਗੱਲ ਤੇ ਜ਼ੋਰ ਦਿੰਦਾ ਜੀ ਵੀ ਸਾਡੇ ਸੁਣਨ ਵਾਲੇ ਲੌਜਿਕ ਨੂੰ ਜ਼ਰੂਰ ਡਿਵੈਲਪ ਕਰਨ, ਦਲੀਲ ਨਾਲ ਗੱਲ ਕਰਨ, ਧੱਕੇ ਨਾਲ ਗੱਲ ਕਰਨ ਵਾਲੀ ਜਿਹੜੀ ਹੈਗੀ ਗੱਲ ਨਹੀਂ ਆਉਂਦੀ ਹੈ ਜਾ ਕੇ। ਜਿਸ ਵੇਲੇ ਅਸੀਂ ਖੰਡਨ ਕਰਦੇ ਹਾਂ ਨਾ ਜੀ ਕਿਸੇ ਚੀਜ਼ ਦਾ ਜਾਂ ਕਿਸੇ ਵਿਅਕਤੀ ਦਾ ਜਾਂ ਕਿਸੇ ਦਾ ਵੀ, ਇੱਕ ਗੱਲ ਦਿਮਾਗ ਦੇ ਵਿੱਚ ਜ਼ਰੂਰ ਰੱਖਣੀ ਚਾਹੀਦੀ ਹੈ ਜਾ ਕੇ ਵੀ ਇਸ ਬੰਦੇ ਦੇ ਕਈ ਗੁੱਡ ਪੁਆਇੰਟ ਵੀ ਹੈਗੇ ਆ ਜਿਹੜੇ ਕਿ ਸਾਡੇ, ਦੇਖੋ ਜਿਹੜਾ ਅੰਗਰੇਜ਼ੀ 'ਚ ਕਿਹਾ ਜਾਂਦਾ ਹੈਗਾ ਜੀ, ਬਾਈ ਰਿਸਪੈਕਟਿੰਗ ਅਦਰਸ ਵੀ ਰਿਸਪੈਕਟ ਆਵਰ ਸੈਲਵਸ। ਜਦੋਂ ਅਸੀਂ ਕਿਸੇ ਦੀ ਰਿਸਪੈਕਟ ਕਰਦੇ ਹਾਂ ਤਾਂ ਸਹੀ ਮੈਨੇ 'ਚ ਅਸੀਂ ਆਪਣੀ ਰਿਸਪੈਕਟ ਕਰਦੇ ਹਾਂ ਜਾ ਕੇ। ਐਂਡ ਬਾਈ ਬਲਿਟਲਿੰਗ ਅਦਰਸ ਵੀ ਬਲਿਟਲ ਆਵਰ ਸੈਲਵਸ।
ਜੇ ਹੁਣ ਫਰਜ਼ ਕਰ ਲਓ ਕਿਸੇ ਦਾ ਮੈਂ ਖੰਡਨ ਕਰਦਾ ਜਾ ਕੇ ਤਾਂ ਸਹੀ ਕਹਿ ਜੀ, ਮੈਂ ਆਪਣੇ ਆਪ ਨੂੰ ਛੋਟਾ ਬੰਦਾ ਬਣਾ ਲੈਣਾ ਜਾ ਕੇ ਜੀ। ਮੈਨੂੰ ਨੀਚਤਾਈ ਦਿਖਦੀ ਹੈ ਉਸ ਬੰਦੇ ਦੀ, ਉਹ ਹੀ ਦਿਖਦੀ ਹੈ ਬੰਦੇ ਦੀ ਜਾਂ ਫਿਲਾਸਫੀ ਦੀ ਜਾਂ ਕਿਸੇ ਹੋਰ ਚੀਜ਼ ਦੀ। ਸੋ ਇੱਕ ਗੱਲ ਦਾ ਖਿਆਲ ਰੱਖਣਾ ਚਾਹੀਦਾ ਥਿੰਨ ਸਾਹਿਬ, ਵੀ ਮੈਂ ਤੁਹਾਨੂੰ ਦੱਸਦਾ, ਨੋ ਪਰਸਨ ਇਜ਼ ਇਨਫਾਲੀਬਲ। ਦੁਨੀਆ ਵਿੱਚ ਕੋਈ ਬੰਦਾ ਵੀ ਅੱਜ ਤੱਕ ਇਹੋ ਜਿਹਾ ਪੈਦਾ ਨਹੀਂ ਹੋਇਆ ਜਿਹੜਾ ਇਹ ਕਹੇ ਮੈਂ ਜ਼ਿੰਦਗੀ 'ਚ ਕਦੇ ਗਲਤੀ ਨਹੀਂ ਕੀਤੀ ਹੈ। ਹਰ ਬੰਦਾ ਗਲਤੀ ਕਰਦਾ, ਹੁਣ ਵੀ ਅਸੀਂ ਕਰਦੇ ਹਾਂ, ਅਸੀਂ ਫਿਊਚਰ 'ਚ ਵੀ ਕਰਨੀ ਆ, ਇਹ ਨਹੀਂ ਹੈ। ਪਰ ਉਹਨਾਂ ਸਿਚੁਏਸ਼ਨ ਵਿੱਚ ਫਿਰ ਉੱਦਾਂ ਦੀ ਗਲਤੀ ਨਹੀਂ ਹੋਣੀ ਚਾਹੀਦੀ। ਪਰ ਮੈਨੂੰ ਕੋਰਟ 'ਚ ਕਈ ਵਾਰ ਬੰਦੇ ਮਿਲਦੇ ਹੁੰਦੇ ਜੀ, ਗਲਤੀ ਹੋ ਗਈ, ਮੈਂ ਕਹਿੰਦਾ ਤੁਸੀਂ ਕੋਈ ਗੱਲ ਦੀ ਗਾਹਾਂ ਨਾ ਕਰਿਓ, ਗਲਤੀ ਤਾਂ ਹੋ ਜਾਂਦੀ ਹੈ, ਹਰ ਬੰਦੇ ਤੋਂ ਹੁੰਦੀ ਹੈ, ਕਿਹੜੇ ਬੰਦੇ ਤੋਂ ਨਹੀਂ ਹੁੰਦੀ ਹੈ। ਕਿਹੜਾ ਦੁਨੀਆ ਦਾ ਬੰਦਾ ਕਲੇਮ ਕਰ ਸਕਦਾ ਵੀ ਮੈਂ ਜ਼ਿੰਦਗੀ 'ਚ ਗਲਤੀ ਨਹੀਂ ਕੀਤੀ ਹੈ, ਪਰ ਦੁਬਾਰਾ ਨਹੀਂ ਹੋਣੀ ਚਾਹੀਦੀ ਹੈ ਜਾ ਕੇ। ਪਰ ਇੱਕ ਗੱਲ ਨਾਲ ਆ, ਜਿਹੜੇ ਬੰਦਾ ਵੀ ਅਸੀਂ ਕਹਿੰਦੇ ਗਲਤੀ ਕੀਤੀ ਆ, ਉਹਨੇ ਜ਼ਿੰਦਗੀ 'ਚ ਬਹੁਤ ਚੰਗੇ ਕੰਮ ਵੀ ਕੀਤੇ ਹੋਣੇ ਆ, ਜਿਹੜੇ ਕਿ ਅਸੀਂ ਅੱਖੋਂ ਕੱਢ। ਜਦੋਂ ਸਾਨੂੰ ਮੈਂ ਦੇਖਿਆ ਥਿੰਨ ਸਾਹਿਬ, ਮੈਂ ਫੈਮਿਲੀ ਦੇ ਵਿੱਚ ਦੇਖਿਆ, ਮੈਂ ਫੈਮਿਲੀ ਵਿੱਚ ਦੇਖਿਆ, ਉਦੋਂ ਮੈਂ ਇੱਦਾਂ ਕਰਦਾ ਸੀ, ਜਦ ਵੀ ਕਿਤੇ ਖਿਝ ਆਉਂਦੀ ਨਾ ਮੈਨੂੰ ਜਾ ਕੇ, ਫਿਰ ਮੈਂ ਦੇਖ ਲੈਂਦਾ ਵੀ ਦੂਜੇ ਇਹ ਚੰਗੇ ਕੰਮ ਵੀ ਕੀਤੇ ਹੋਏ ਨੇ, ਠੀਕ ਹੈ, ਇਹ ਚੰਗੇ ਕੰਮ ਉਹ ਮੈਂ ਭਲਾ ਉਹ ਟਾਈਮ ਹੁੰਦਾ ਦੇਖਣ ਦਾ। ਨਹੀਂ ਅਸੀਂ ਸਪਿਰਿਚੁਅਲੀ ਆਪਣੇ ਆਪ ਨੂੰ ਗਿਰਾ ਦਿੰਦੇ ਹਾਂ ਹੇਠਾਂ, ਜਦ ਅਸੀਂ ਗਾਲਾਂ ਕੱਢਣ 'ਤੇ ਆ ਜਾਂਦੇ ਹਾਂ, ਦੂਜੇ ਨੂੰ ਐਂ ਪੈਂਦੇ ਹਾਂ ਫਲਾਣਾ, ਅਸੀਂ ਆਪ ਡਿੱਗ ਜਾਂਦੇ ਹਾਂ ਸਪਿਰਿਚੁਅਲੀ। ਉਹ ਬੰਦੇ ਨੇ ਤਾਂ ਜਾਂ ਘਰ ਵਾਲੀ ਨੇ ਜਾਂ ਘਰ ਵਾਲੇ ਨੇ ਤਾਂ ਪਤਾ ਨਹੀਂ ਡਿੱਗਣਾ ਜਾਂ ਨਹੀਂ ਡਿੱਗਣਾ, ਅਸੀਂ ਡਿੱਗ ਜਾਂਦੇ ਹਾਂ ਜਿਸ ਵੇਲੇ ਅਸੀਂ ਇਹ ਕਹਿੰਦੇ ਵੀ ਹੁਣ ਐਂ ਕਰਨਾ, ਹੁਣ ਐਂ ਕਰਨਾ। ਸੋ ਇਹਨਾਂ ਗੱਲਾਂ ਤੋਂ ਜਿਹੜਾ ਹੈਗਾ ਅਵੋਇਡ ਕਰਨਾ ਚਾਹੀਦਾ ਹੈਗਾ। ਬਾਕੀ ਚੰਗਾ ਮਾੜਾ ਤਾਂ ਉਹ ਮਾਓ ਤੁੰਗ ਦੀ ਕੋਟੇਸ਼ਨ ਹੈ ਜੀ, ਸੇ ਨੋ ਮੈਨ ਗੁੱਡ ਟਿਲ ਹੀ ਡਾਈਜ਼। ਉਹ ਕਹਿੰਦਾ ਕਿਸੇ ਬੰਦੇ ਨੂੰ ਵੀ ਚੰਗਾ ਨਾ ਤੁਸੀਂ ਕਹੋ ਜਦ ਤੱਕ ਮਰ ਨਹੀਂ ਜਾਂਦਾ। ਕੀ ਪਤਾ ਇਹ ਇਨਸਾਨ ਹੈ, ਕੋਈ ਇੱਦਾਂ ਦੇ ਕੰਮ ਕਰ ਦਿੱਤਾ ਜਿਹੜਾ ਜ਼ਿਆਦਾ ਹੀ ਖਰਾਬ ਹੁੰਦਾ ਜਾ ਕੇ। ਸੋ ਬਹੁਤ ਸਾਨੂੰ ਕੰਜੂਸੀ ਵਰਤਣੀ ਚਾਹੀਦੀ ਆ ਜਿਸ ਵੇਲੇ ਕਿਸੇ 'ਤੇ ਵੀ ਕ੍ਰਿਟਿਸਿਜ਼ਮ ਆਉਂਦਾ ਜਾਂ ਕਿਸੇ ਨੂੰ ਅਸੀਂ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਮੈਨੂੰ ਤਾਂ ਥਿੰਨ ਸਾਹਿਬ ਐਨ ਲੱਗਦਾ ਹੁੰਦਾ, ਜਦ ਮੈਂ ਤੁਹਾਨੂੰ ਸੱਚੀ ਦਾ ਹੋਣਿਆ, ਉਹ ਤਾਂ ਮੈਂ ਪਹਿਲੀ ਗੱਲ ਨਹੀਂ ਕਹਿਣਾ, ਤੁਹਾਡੀ ਉਮਰ 'ਚ ਮੈਂ ਵੀ ਬਹੁਤ ਸਾਰਾ ਕੁਛ ਕਰਦਾ ਸੀਗਾ ਜਾ ਕੇ। ਹੁਣ ਮੈਨੂੰ ਇੱਦਾਂ ਲੱਗਦਾ ਜਦ ਮੈਂ ਕਿਸੇ ਦੇ ਖਿਲਾਫ ਕੋਈ ਗੱਲ ਕਹਿਣ ਨੂੰ ਕਰਦਾ ਜਾ ਕੇ, ਉਸੇ ਵੇਲੇ ਮੈਨੂੰ ਲੱਗਦਾ ਵੀ ਤੇਰੇ ਅੰਦਰ ਕੀ ਤਬਦੀਲੀ ਆਈ ਹੈ, ਇਹ ਗੱਲ ਕਹਿਣਾ ਕੀ, ਇਹ ਕਹਿਣ ਦੀ ਲੋੜ ਸੀਗੀ, ਇਹਦੇ ਨਾਲ ਤੈਨੂੰ ਕੀ ਫਾਇਦਾ ਹੋਇਆ, ਕੀ ਤੂੰ ਐਜ਼ ਏ ਪਰਸਨ ਚੰਗਾ ਬਣ ਗਿਆ ਅੱਗੇ ਨਾਲੋਂ ਇਹ ਗੱਲ ਕਰਕੇ, ਜਾਂ ਤੂੰ ਅੱਗੇ ਨਾਲੋਂ ਹੇਠਾਂ ਡਿੱਗਿਆ ਜਾ ਕੇ। ਇਹ ਮੇਰਾ ਤਾਂ ਪਮਾਨਾ ਹੁਣ ਇਹ ਹੁੰਦਾ। ਦੇਖੋ ਤਾਂ ਫੈਮਿਲੀ ਵੀ ਇੱਕ ਮੈਂ ਤੁਹਾਨੂੰ ਦੱਸਾਂ, ਫੈਮਿਲੀ ਜਿਹੜੀ ਹੈਗੀ ਆ ਇਹ ਵੀ ਇੱਕ ਬੋਡੀ ਦੇ ਯੂਨਿਟ ਮੰਗਿਆ। ਦੇਖੋ ਬੋਡੀ ਕਿੱਦਾਂ ਦੀ ਚੀਜ਼ ਆ, ਮੇਰੀ ਉਂਗਲੀ ਦੇ ਵਿੱਚ ਕੰਡਾ ਲੱਗ ਜਾਵੇ ਨਾ, ਮੇਰਾ ਸਾਰਾ ਬੋਡੀ ਡਿਸਟਰਬ ਹੋ ਜਾਣਾ, ਸਾਰਾ ਬੋਡੀ ਡਿਸਟਰਬ ਹੋ ਜਾਣਾ। ਮੇਰੀ ਅੱਖ ਵਿੱਚ ਕੁਛ ਪੈ ਜਾਵੇ, ਅੱਖ ਥੋੜ੍ਹੀ ਛੋਟੀ ਜਿਹੀ ਆ, ਪਰ ਮੈਂ ਸਾਰਾ ਹੀ ਡਿਸਕੰਫਰਟ ਹੋ ਜਾਣਾ ਬੋਡੀ। ਇਹ ਫੈਮਿਲੀ ਵੀ ਇੱਦਾਂ ਹੀ ਆ। ਫੈਮਿਲੀ ਦਾ ਇੱਕ ਫਰਦ ਜਿਸ ਵੇਲੇ ਦੁਖੀ ਹੁੰਦਾ, ਸਾਰੇ ਦੁਖੀ ਹੋ ਜਾਂਦੇ। ਸੋ ਇਹਦਾ ਧਿਆਨ ਰੱਖਣਾ ਚਾਹੀਦਾ। ਫਿਰ ਤੁਸੀਂ ਕਹਿਣਾ ਵੀ ਬਾਰ-ਬਾਰ ਇਹ ਚੀਜ਼ਾਂ ਵੀ ਲੌਜਿਕ ਨਾਲ ਤਾਲੁਕ ਰੱਖਦੀਆਂ। ਅੱਛਾ, ਹੁਣ ਮੈਂ ਤੁਹਾਨੂੰ ਦੱਸਦੀ ਵੀ ਲੌਜਿਕ ਦੀ ਗੱਲ ਹੈ ਕਿ ਕੀ ਲੌਜਿਕ ਜਿਹੜਾ ਹੈਗਾ ਆ ਪੱਕੀ ਤੌਰ 'ਤੇ ਤੁਹਾਨੂੰ ਸੱਚ ਲੱਭਣ ਦੇ ਵਿੱਚ ਸਹਾਈ ਹੁੰਦਾ। ਮੈਂ ਇੱਦਾਂ ਕਹਿ ਸਕਦਾ ਵੀ ਬਾਕੀ ਸਾਰੀਆਂ ਸੋਚਾਂ ਨਾਲੋਂ ਇਹ ਸੋਚ ਹੈਲਪ ਜ਼ਿਆਦਾ ਕਰਦੀ ਆ, ਪਰ ਪੂਰਨ ਨਹੀਂ ਹੈ ਇਹ। ਅੱਛਾ, ਪੂਰਨ ਨਹੀਂ ਹੈ ਇਹ ਜਾ ਕੇ। ਪੂਰਨ ਕਿੱਦਾਂ ਨਹੀਂ ਹੈ ਜਾ ਕੇ? ਕਿਉਂਕਿ ਲੌਜਿਕ ਵੀ ਬਦਲਦਾ। ਅੱਛਾ ਜੀ, ਦਲੀਲ ਵੀ ਬਦਲਦੀ ਆ ਸੈਂਸ ਸਾਹਿਬ, ਦਲੀਲ ਵੀ ਇੱਕ ਤਾਂ ਦਲੀਲ ਬਦਲਦੀ ਆ, ਹਰ ਚੀਜ਼ ਬਦਲਦੀ। ਇੱਕ ਦੂਜੀ ਗੱਲ ਇਹ ਆ ਵੀ ਜਿਹੜਾ ਬੰਦਾ ਇੰਟੈਲੀਜੈਂਟ ਜ਼ਿਆਦਾ ਆ ਔਰ ਜਿਹਦੇ ਕੋਲ ਫੈਕਟਸ ਜ਼ਿਆਦਾ ਆ, ਉਹ ਆਪਣੀ ਗੱਲ ਮੰਨ ਜਾਂਦਾ। ਫੈਕਟ ਜ਼ਿਆਦਾ, ਉਹ ਆਪਣੀ ਗੱਲ, ਵਿਗਿਆਨਕ ਫੈਕਟ ਹੋਣੇ ਚਾਹੀਦੇ, ਵਿਗਿਆਨਕ ਫੈਕਟਸ ਉਹਦੇ ਕੋਲ। ਸੈਂਸ ਸਾਹਿਬ ਵਿਗਿਆਨ ਵੀ ਬਦਲਦਾ। ਉਸ ਫਿਰ ਮੈਂ ਮਾਓ ਨੂੰ ਕੋਟ ਕਰਦੇ ਹਾਂ। ਮਾਓ ਨੇ ਇੱਕ ਤਾਂ ਮਾਓ ਦੇ ਤੋਂ ਕਹਿਣਾ ਕਰਦੇ, ਪੁਰਾਣੀਆਂ ਗੱਲਾਂ ਚੇਤੇ ਆ ਜਾਂਦੀਆਂ। ਮਾਓ ਕਹਿੰਦਾ ਜਿਹੜੀਆਂ ਗੱਲਾਂ ਅਸੀਂ ਅੱਜ ਕਰਦੇ ਹਾਂ, ਜੇ ਇਹਨੂੰ ਭਰ ਕੇ ਕਹਿੰਦਾ ਜ਼ਮੀਨ ਦੇ ਵਿੱਚ ਗੱਡ ਦਿੱਤਾ ਜਾਵੇ ਹੇਠਾਂ, ਤੇ ਉਹ 100 ਸਾਲ ਦੇ ਬਾਅਦ ਕਹਿੰਦਾ ਕੋਈ ਉਹਨੂੰ ਕੱਢ ਲੈਂਦਾ, ਕੱਢ ਕੇ ਉਹ ਸੁਣਦਾ, ਤਾਂ ਕਹਿੰਦਾ ਉਹ ਸੁਣਦਾ ਕਿ ਕਹੂਗਾ ਇਹ ਬੜੇ ਬੇਵਕੂਫ ਹੁੰਦੇ ਸੀ ਬੰਦੇ, ਕਿੱਦਾਂ ਦੀਆਂ ਗੱਲਾਂ ਕਰ ਰਹੇ ਆ, ਇਹਨਾਂ ਨੂੰ ਇਸ ਗੱਲ ਦਾ ਵੀ ਨਹੀਂ ਪਤਾ ਹੈ ਜਾ ਕੇ ਕੀ ਕਰਦੇ, ਕਿੱਦਾਂ ਦੀਆਂ ਗੱਲਾਂ ਕਰ ਰਹੇ। ਸੋ ਜਿਹੜੀ ਤੁਸੀਂ ਸਾਇੰਸ ਦੇ ਵਿੱਚ ਜਿਹੜੀ ਅੱਜ ਦੀ ਮਹਾਨ ਕਾਢ ਆ, ਉਹ ਕੱਲ੍ਹ ਨੂੰ ਸਧਾਰਨ ਚੀਜ਼ ਹੋ ਜਾਣੀ ਹੈ। ਠੀਕ ਹੈ ਨਾ, ਸਧਾਰਨ ਚੀਜ਼ ਹੋ ਜਾਣੀ। ਮੈਂ ਇੱਕ ਵਿੱਚੋਂ ਗੱਲ ਦੱਸਦਾ ਜੀ, ਮੇਰੇ ਬਾਬੇ ਹੁਣੀ ਕਹਿੰਦੇ 1920 ਅਸੀਂ ਨਿਊਜ਼ੀਲੈਂਡ ਬੈਠੇ ਜੀ। ਅੱਛਾ, ਉਹ ਨਿਊਜ਼ੀਲੈਂਡ ਬਾਹਰ ਬੁਸ਼ਾਂ ਵੱਢਦੇ ਹੁੰਦੇ ਸੀ ਉਹਨਾਂ ਦਿਨਾਂ 'ਚ, ਪਹਿਲਾਂ ਚਲੇ ਗਏ। ਉਹ ਕਹਿੰਦੇ ਉਹਨਾਂ ਦਿਨਾਂ ਵਿੱਚ ਕਾਰ ਆ ਗਈ ਜੀ। ਅੱਛਾ, ਕਾਰ ਤਾਂ ਸਾਡੇ ਚਾਰ ਇੱਕ ਉੱਥੇ ਮੋਗੇ ਦੇ ਕੋਲ ਉਹਨਾਂ ਦੇ ਫਰੈਂਡ ਸੀ, ਉਹ ਅਸੀਂ ਕਹਿੰਦੇ ਉੱਥੇ ਸਾਰੇ ਬੈਠੇ ਹੋਏ, ਕਹਿੰਦੇ ਮੈਂ ਛੋਟਾ ਜਿਹਾ ਸੀ, ਤਾਂ ਉਹ ਕਹਿੰਦੇ ਆਪਸ ਵਿੱਚ ਗੱਲ ਕਰਨ ਵੀ ਦੇਖੋ ਵੀ ਕਿੱਦਾਂ ਦੇ ਸਮੇਂ ਆ ਗਏ ਆ, ਕਿੱਦਾਂ ਦੀਆਂ ਚੀਜ਼ਾਂ ਨਿਕਲੀ ਜਾਂਦੀਆਂ। ਆਹ ਇੱਕ ਚੀਜ਼ ਨਿਕਲਿਆ ਹੀ ਆ, ਨਾ ਇਹਨੂੰ ਕੋਈ ਧੱਕਦਾ ਆ, ਨਾ ਇਹਨੂੰ ਕੋਈ ਘੋੜਾ ਮਾਰ ਕੇ ਖਿੱਚਦਾ ਆ, ਆਪੇ ਹੀ ਦੌੜੀ ਜਾਂਦੀ ਆ। ਕਹਿੰਦੇ ਦੇਖੋ ਕਿਆ। ਉਹ ਫਿਰ ਮੇਰੇ ਬਾਬੇ ਉਹਨਾਂ ਨੂੰ ਕਹਿੰਦੇ, ਉਹ ਕਹਿੰਦੇ ਕਾਂਸਿਆਂ ਦੇਖ ਲੈ ਕਿੰਨੇ ਲੱਕੀਆਂ, ਕਿੱਦਾਂ ਦੀਆਂ ਗੱਲਾਂ ਦੇਖ ਲਈਆਂ।
ਠੀਕ ਹੈ ਨਾ। ਉਹਨਾਂ ਲਈ ਹੁਣ ਸਾਨੂੰ ਅੱਜ ਦੇ ਲੱਗਦਾ ਜੀ ਵੀ ਆਹ ਕੀ ਹੋਈ ਜਾਂਦਾ, ਦੇਖੀ ਜਾ ਬਿਨਾਂ ਤਾਰ ਤੋਂ ਟੈਲੀਫੋਨ ਚੱਲੀ ਉੱਦਾਂ ਹੀ ਚੱਲੀ ਜਾਂਦੇ ਆ ਜਾ ਕੇ। ਹੁਣ ਇਹ ਗੱਲਾਂ ਜਿਸ ਵੇਲੇ 50 ਸਾਲ ਨੂੰ ਹੋਣੀ ਉਹਦੀ ਹੋਏ ਕਹਿਣਾ ਵੀ ਉਹ ਕਿੱਦਾਂ ਦੇ ਬੰਦੇ ਨੇ। ਸੋ ਹਰ ਚੀਜ਼ ਜਿਹੜੀ ਹੈਗੀ ਆ ਤਬਦੀਲ ਬਦਲਦੀ ਮੋਸ਼ਨ 'ਚ ਬਦਲੀ ਜਾਂਦੀ ਹੈ। ਇੱਦਾਂ ਹੀ ਹੁਣ ਜਿਹੜਾ ਲੌਜਿਕ ਵੀ ਥਿੰਨ ਸਾਹਿਬ ਬਦਲਦਾ। ਅੱਛਾ ਜੀ। ਲੌਜਿਕ ਵੀ ਬਦਲਦਾ। ਮੇਰੇ ਵਾਈਫ ਦੇ ਇੱਕ ਬ੍ਰਦਰ ਹੀ ਸੀ ਮੈਥਮੈਟੀਸ਼ੀਅਨ, ਉਹ ਜਿਹੜੇ ਦੁਨੀਆ ਦੇ 100 ਸੀ ਉਹਨਾਂ 'ਚ ਉਹਦਾ ਨਾਂ ਸੀਗਾ ਜੀ। ਉਹ ਇੱਕ ਵਾਰ ਬੈਠੇ ਜੀ ਤਾਂ ਉਹ ਮੇਰੇ ਫਾਦਰ ਉਹਨਾਂ ਨੂੰ ਕਹਿੰਦੇ ਕੋਈ ਗੱਲ ਐਬਸੋਲੂਟ ਤੇ ਦੂਏ 'ਤੇ ਗੱਲ ਚੱਲਦੀ ਸੀ ਵੀ ਆਹ ਗੱਲ ਪੱਕੀ ਆਹ ਗੱਲ ਨਹੀਂ ਪੱਕੀ। ਤਾਂ ਮੇਰੇ ਫਾਦਰ ਉਹਨਾਂ ਨੂੰ ਕਹਿੰਦੇ ਜੀ ਵੀ ਹੁਣ ਇਹਨੂੰ ਆਪਾਂ ਕਿੱਦਾਂ ਕਹਿ ਦਈਏ 2 ਦੂਣੀ 4 2 ਦੂਣੀ ਤਾਂ 4 ਹੀ ਹੋਣੇ ਨਾ 2 ਦੂਣੀ 'ਚ। ਉਹ ਉਹਨਾਂ ਨੂੰ ਕਹਿੰਦੇ ਇਹ ਫਾਰਮੂਲਾ ਵੀ ਇਨਸਾਨ ਨੇ ਬਣਾ ਲਿਆ ਵੀ 2 ਦੂਣੀ 4 ਇਹਦੇ ਉੱਤੇ ਫਿਰ ਮੈਥਮੈਟਿਕਸ ਬਿਲਡ ਕਰ ਲਿਆ। ਕਹਿੰਦੇ ਜੇ 2 ਦੂਣੀ 5 ਤੇ ਕਹਿੰਦਾ ਬਣਾ ਲੈਂਦੇ ਤਾਂ ਉੱਤੇ ਬਿਲਡ ਹੋ ਜਾਣਾ ਸੀ ਜਾ ਕੇ। ਹੁਣ ਡੈਸੀਮਲ ਆ ਗਿਆ, ਹੁਣ ਹੋਰ ਪਾਸੇ ਨੂੰ ਚਲੀ ਗਈ ਗੱਲ ਜਾ ਕੇ। ਸੋ ਚੀਜ਼ਾਂ ਜਿਹੜੀਆਂ ਹੈਗੀਆਂ ਬਦਲਦੀਆਂ। ਪਰ ਹੁਣ ਆਪਾਂ ਇਸ ਤੇ ਆ ਜਾਈਏ ਵੀ ਜਿਹੜਾ ਲੌਜਿਕ ਹੈਗਾ ਆ ਖੁਸ਼ਕ ਲੌਜਿਕ ਜਿਹੜਾ ਹੈ ਨਾ ਇਹ ਵੀ ਬਹੁਤੀ ਜਿੱਦਾਂ ਕਹਿ ਲਓ ਬਿਲਕੁਲ ਹੀ ਦਲੀਲ ਦੀ ਗੱਲ ਨਹੀਂ ਹੈ। ਜਿੱਦਾਂ ਉਹਦਾ ਇੱਕ ਸ਼ੇਰ ਹੈ ਨਾ, ਅੱਛਾ ਹੈ ਦਿਲ ਕੇ ਪਾਸ ਰਹੇ ਪਾਸਬਾਨੇ ਅਕਲ ਲੇਕਿਨ ਕभी कभी इसे तनहा भी छोड़ दे ਹੈ। ਕਿਤੇ ਇਹ ਵੀ ਹੋ ਜਾਣਾ ਚਾਹੀਏ। ਹਰ ਵੇਲੇ ਇਹ ਗੱਲ ਨਹੀਂ ਠੀਕ ਹੈ। ਹੁਣ ਜਿਹੜਾ ਲੌਜਿਕ ਹੈ ਥਿੰਨ ਸਾਹਿਬ, ਲੌਜਿਕ ਤੁਹਾਨੂੰ ਇਹ ਗੱਲ ਕਹਿੰਦਾ ਜਾ ਕੇ ਵੀ ਫਿਕਰ ਨਾ ਕਰ, ਫਿਕਰ ਕਿਤੇ ਕੁਛ ਨਹੀਂ ਬਣਨਾ। ਪਰ ਤੁਸੀਂ ਫਿਕਰ ਕਰਦੇ ਆ ਫਿਰ ਵੀ, ਤੁਸੀਂ ਫਿਰ ਵੀ ਫਿਕਰ ਕਰਦੇ ਆ। ਲੌਜਿਕ ਤਾਂ ਤੁਹਾਨੂੰ ਦੱਸੀ ਜਾਣਾ। ਤੁਸੀਂ ਮੈਂ ਕਹਿੰਦਾ ਵਰਲਡ ਦੇ ਸਭ ਤੋਂ ਵੱਡੇ ਤਰਕਸ਼ੀਲ ਵੀ ਹੋ ਜਾਓ ਤਾਂ ਉਹ ਲੌਜਿਕ ਨੇ ਦੱਸੀ ਜਾਣਾ। ਲੌਜਿਕ ਜਿਹੜਾ ਹੈਗਾ ਇਹ ਇਮੋਸ਼ਨਸ 'ਤੇ ਕਾਬੂ ਨਹੀਂ ਇਹ ਤੋਂ ਪਾ ਹੁੰਦਾ ਜਾ ਕੇ। ਅੱਛਾ। ਇਮੋਸ਼ਨਸ ਜਿਹੜੇ ਆ ਤੁਹਾਡੇ ਜਾ ਕੇ ਜੀ, ਤੁਹਾਡਾ ਬੱਚਾ ਦੁਖੀ ਹੈ ਜਾ ਕੇ ਤਾਂ ਤੁਸੀਂ ਕਹਿੰਦੇ ਵੀ ਠੀਕ ਹੈ ਵੀ ਡਾਕਟਰ ਲੈ ਜਾਂਦਾ, ਠੀਕ ਹੈ ਤਾਂ ਹੋਰ ਕੀ ਗੱਲ। ਪਰ ਤੁਸੀਂ ਡਿਸਟਰਬ ਰਹਿਣਾ, ਤੁਸੀਂ ਅਪਸੈਟ ਰਹਿਣਾ ਕਿਉਂਕਿ ਤੁਹਾਡੇ ਇਮੋਸ਼ਨਸ ਆ। ਲੌਜਿਕ ਤਾਂ ਦੱਸੀ ਜਾਂਦਾ ਤੁਹਾਨੂੰ ਜਾ ਕੇ ਵੀ ਤੂੰ ਇੰਨਾ ਕੋਈ ਫਰਕ ਨਹੀਂ ਪੈਂਦਾ। ਤੁਹਾਡੇ ਫਿਕਰ ਕਰਨ ਨਾਲ ਕੀ ਪੈਣਾ ਜਾ ਕੇ ਫਰਕ। ਉਹ ਪਿਛਲੀ ਵਾਰ ਉਹਦੀ ਦੱਸੀ ਸੀ ਨਾ ਉਹ ਪੰਜਾਬੀ ਉਹ ਜਿਹੜਾ ਸੀ ਹਰੇਕ ਫਿਨਰਲ 'ਤੇ ਉਹ ਨੱਚਦਾ ਹੁੰਦਾ ਸੀ ਮੋਹਰੇ ਜੀ। ਉਹ ਕਹਿੰਦਾ ਇਹ ਤਾਂ ਫਾਨੀ ਆ, ਸਾਰੀਆਂ ਚੀਜ਼ਾਂ ਦੁਨੀਆ ਦੀਆਂ ਫਾਨੀ ਹੈਗੀਆਂ। ਇਸ ਕਰਕੇ ਜਿਹੜੀ ਮੌਤ ਆ ਮੌਤ 'ਤੇ ਅਫਸੋਸ ਨਹੀਂ ਕਰਨਾ ਚਾਹੀਦਾ, ਨੱਚਣਾ ਚਾਹੀਦਾ। ਉਹ ਹਰੇਕ ਫਿਨਰਲ ਦੇ ਮੋਹਰੇ ਨੱਚਿਆ ਕਰੇ ਜਾ ਕੇ ਜਾਵੇ। ਫਿਰ ਉਹਦੇ ਸੰਨ ਦੀ ਡੈਥ ਹੋ ਗਈ ਜੀ। ਉਹ ਜਦ ਉਹਦਾ ਫਿਨਰਲ ਗਿਆ ਫਿਰ ਉਹ ਨੱਚਿਆ ਨਹੀਂ ਜੀ, ਨੱਚਿਆ ਨਹੀਂ। ਹਾਲਾਂਕਿ ਲੌਜਿਕ ਤਾਂ ਉੱਥੇ ਵੀ ਉਹੀ ਸੀਗਾ। ਸੋ ਜਿਹੜਾ ਲੌਜਿਕ ਹੈਗਾ ਇਹ ਪਾਰਸ਼ਲੀ ਤੁਹਾਨੂੰ ਜਿਹੜਾ ਹੈਲਪ ਕਰਦਾ। ਜਿਹੜਾ ਫੇਥ ਆ, ਜਿਹੜਾ ਸਾਹਿਬ ਜਿਹੜਾ ਫੇਥ ਤੇ ਲੌਜਿਕ ਇਕੱਠੇ ਚੱਲਦੇ ਆ। ਅੱਛਾ ਜੀ, ਇਕੱਠੇ ਕਿਵੇਂ ਚੱਲ ਸਕਦੇ? ਮੈਂ ਦੱਸਦਾ, ਵਿਪਰੀਤ ਕਹਿੰਦੇ ਆ। ਦੇਖੋ ਫੇਥ ਨੂੰ ਆਪਾਂ ਵੰਡਦੇ ਹੈਗੇ 2-3 ਭਾਗਾਂ ਦੇ ਵਿੱਚ। ਇੱਕ ਫੇਥ ਆ, ਇੱਕ ਬਲਾਈਂਡ ਫੇਥ ਆ। ਇੱਕ ਜਿਹੜਾ ਫੇਥ ਆ ਉਹ ਹੁਣ ਤੁਸੀਂ ਇੱਥੇ ਬੈਠੇ ਆ, ਮੇਰਾ ਇਹ ਫੇਥ ਆ ਵੀ ਥਿੰਨ ਸਾਹਿਬ ਨੇ ਉਹ ਚੱਕ ਕੇ ਗਲਾਸ ਮੇਰੇ ਸਿਰ 'ਚ ਨਹੀਂ ਮਾਰਨਾ। ਮੇਰਾ ਫੇਥ ਹੈ। ਇਹ ਮੇਰਾ ਫੇਥ ਬੇਸਡ ਔਨ ਮਾਈ ਤਜਰਬੇ 'ਤੇ ਆ ਕਿਉਂਕਿ ਮੈਂ ਤੁਹਾਡੇ ਨਾਲ ਡੀਲ ਕਰਦਾ। ਮੈਨੂੰ ਪਤਾ ਵੀ ਹੀ ਇਜ਼ ਨਾਟ ਅ ਪਰਸਨ ਲਾਈਕ ਦੈਟ, ਇੱਦਾਂ ਦਾ ਪਰਸਨ ਹੈ ਨਹੀਂ। ਇਹ ਮੇਰਾ ਫੇਥ ਆ, ਇਹ ਕਿਉਂਕਿ ਮੇਰਾ ਫੇਥ ਹੈ ਵੀ ਇੱਦਾਂ ਰਹਿਣਾ। ਇੱਕ ਫੇਥ ਹੈਗਾ ਫੇਥ ਬੇਸਡ ਔਨ ਲੌਜਿਕ। ਫੇਥ ਜਿਹੜੇ ਹੈਗੇ ਆ, ਫੇਥ ਤੋਂ ਬਿਨਾਂ ਤਾਂ ਅਸੀਂ ਇੱਕ ਪੈਰ ਨਹੀਂ ਪੱਟ ਸਕਦੇ ਥਿੰਨ ਸਾਹਿਬ। ਯਕੀਨੀ ਬਣਾਉਣੇ ਆ ਵੀ ਆਹ ਗੱਲ ਠੀਕ ਆ, ਇਹ ਗੱਲ ਠੀਕ ਆ। ਫੇਥ ਤੋਂ ਬਿਨਾਂ ਤਾਂ ਤੁਸੀਂ ਜਾਣੀ ਤੁਰ ਨਹੀਂ ਸਕਦੇ ਹੈਗੇ ਫੇਥ ਤੋਂ ਬਿਨਾਂ ਜਾ ਕੇ। ਔਰ ਜਿਹੜੀ ਫੈਮਿਲੀ ਆ, ਫੈਮਿਲੀ ਤਾਂ ਲੌਜਿਕ ਨਾਲੋਂ ਫੇਥ 'ਤੇ ਜ਼ਿਆਦਾ ਖੜੀ ਆ। ਜੇ ਫੈਮਿਲੀ ਮੈਂਬਰਾਂ ਦਾ ਜਦ ਫੇਥ ਟੁੱਟਦਾ ਨਾ ਫਿਰ ਫੈਮਿਲੀ ਟੁੱਟਦੀ ਹੈ। ਜਦ ਉਹਦਾ ਲੌਜਿਕ ਟੁੱਟਦਾ ਫੇਰ ਨਹੀਂ ਟੁੱਟਦੀ ਹੈ, ਜਾਂ ਫੇਥ ਟੁੱਟਦਾ। ਪਹਿਲਾਂ ਫੇਥ ਹੀ ਟੁੱਟਦਾ। ਹਾਂ, ਪਹਿਲਾਂ ਫੇਥ ਟੁੱਟਦਾ ਜਾ ਕੇ, ਫੇਥ ਟੁੱਟਦਾ ਜਾ ਕੇ। ਸੋ ਫੇਥ ਜਿਹੜਾ ਹੈਗਾ ਆ, ਫੇਥ ਤੋਂ ਬਿਨਾਂ ਔਰ ਲੌਜਿਕ ਤੋਂ ਬਿਨਾਂ ਜ਼ਿੰਦਗੀ ਚੱਲ ਨਹੀਂ ਸਕਦੀ। ਇਹ ਇੰਟਰਕਨੈਕਟਡ ਹੈ ਦੋਨੋਂ। ਅੱਛਾ। ਫੇਥ ਜਿਹੜਾ ਹੈਗਾ ਆ ਲੌਜਿਕ 'ਤੇ ਬੇਸਡ ਆ। ਹੁਣ ਜਿਹੜਾ ਤੁਸੀਂ ਫੇਥ ਕਰਦੇ ਆ ਥਿੰਨ ਸਾਹਿਬ, ਉਹਦੀ ਕੋਈ ਦਲੀਲ ਆ ਪਹਿਲਾਂ ਤਾਂ ਹੀ ਕਰਦੇ ਆ। ਉੱਦਾਂ ਹੀ ਫੇਥ ਤਾਂ ਨਹੀਂ ਕਰਦੇ ਤੁਸੀਂ ਕਰਦੇ ਹੈਗੇ। ਤੁਸੀਂ ਜਹਾਜ਼ ਦੇ ਵਿੱਚ ਚੜ੍ਹਦੇ ਆ, ਚਾਹੇ ਡਿੱਗਦਾ ਆ, ਪਰ ਫਿਰ ਵੀ ਤੁਸੀਂ ਗਿਲਦੇ ਆ ਵੀ ਨਹੀਂ ਚਾਂਸ ਹੈਗੇ ਇਹਦੇ ਡਿੱਗਣ ਦੇ, ਹੈ ਨਹੀਂ, ਫਿਰ ਵੀ ਚੜ੍ਹ ਜਾਓ ਇੱਥੇ ਜਾ ਕੇ। ਫੇਥ ਕਰ ਲੈਂਦੇ ਆ ਤੁਸੀਂ ਜਾ ਕੇ। ਸਭ ਤੋਂ ਕਹਿੰਦੇ ਵੱਡੀ ਮਿਸਾਲ ਜਿਹੜੀ ਫੇਥ ਦੀ ਆ, ਭਰੋਸੇ ਦੀ ਆ, ਜਦੋਂ ਕੋਈ ਵੀ ਪਿਤਾ ਜਾਂ ਮਾਤਾ ਬੱਚੇ ਨੂੰ ਹਵਾ 'ਚ ਉਛਾਲਦੀ ਆ। ਹਾਂ, ਬੱਚਾ ਹੱਸਦਾ ਔਰ ਕਿਲਕਾਰੀਆਂ ਮਾਰਦਾ ਖੁਸ਼ੀ ਦੇ ਵਿੱਚ, ਉੱਚੀ ਉੱਚੀ ਹੱਸਦਾ, ਕਿਉਂਕਿ ਉਹਨੂੰ ਇਹ ਫੇਥ ਹੁੰਦਾ ਕਿ ਇਹਨੇ ਮੈਨੂੰ ਬੁੱਚ ਲੈਣਾ ਵਾਪਸ, ਮੈਂ ਥੱਲੇ ਨਹੀਂ ਡਿੱਗਣਾ। ਜਦੋਂ ਉਹਨੂੰ ਹਵਾ 'ਚ ਉਛਾਲਦਾ ਤਾਂ ਉਹ ਖਿੜਖਿੜ ਕਰਕੇ ਹੱਸਦਾ। ਔਰ ਫਿਰ ਜਦੋਂ ਥੱਲੇ ਨੂੰ ਡਿੱਗਦਾ ਤਾਂ ਉਹਦੀਆਂ ਬਾਹਾਂ ਦੇ ਵਿੱਚ ਉਹਨੂੰ ਪਿਤਾ ਉਹਦਾ ਚੁੱਕ ਲੈਂਦਾ, ਫਿਰ ਸੁੱਟਦਾ ਉੱਪਰ ਨੂੰ, ਫਿਰ ਹੱਸਦਾ। ਉਹ ਕਹਿੰਦਾ ਫਿਰ ਸੁੱਟ, ਕਿਉਂਕਿ ਉਹਨੂੰ ਪੂਰਨ ਭਰੋਸਾ ਕਿ ਇਹ ਮੈਨੂੰ ਥੱਲੇ ਨਹੀਂ ਡਿੱਗਣ ਦਿੰਦਾ, ਮੈਨੂੰ ਫੜ ਲੈਂਦਾ ਰਸਤੇ 'ਚ। ਪੂਰਨ ਭਰੋਸਾ ਜਾਂ ਉਸ 'ਚ ਇਗਨੋਰੈਂਟ ਆ। ਈਵਨ ਬੱਚਿਆਂ ਨੂੰ ਵੀ ਸੈਂਸ ਹੁੰਦੀ ਆ ਕਿ ਯੈਸ ਇਹ ਮੈਨੂੰ ਡਿੱਗਣ ਨਹੀਂ ਦਿੰਦਾ, ਭਾਵੇਂ ਇਗਨੋਰੈਂਟ ਵੀ ਹੋਵੇ।
ਸਿੰਘ ਸਾਹਿਬ ਜਿਹੜਾ ਰੀਜ਼ਨ ਆ ਜਾਂ ਇਹ ਜਿਹੜਾ ਲੌਜਿਕ ਆ, ਇਹ ਇਨਸਟਿੰਕਟ ਜਾਂ ਇਮੋਸ਼ਨ ਦੀ ਘਾਟ ਨਹੀਂ ਕਰ ਸਕਦਾ ਹੈ। ਅੱਛਾ, ਉਹ ਨਹੀਂ ਕਰ ਸਕਦਾ ਹੈ। ਜੇ ਤੁਸੀਂ ਕਹੋ ਜਾ ਕੇ ਵੀ ਤੁਸੀਂ ਜਾ ਕੇ ਆਪਣੇ ਦੂਜਿਆਂ ਬੱਚਿਆਂ ਦੇ ਨਾਲ ਉੱਦਾਂ ਦੇ ਵਰਤਾਅ ਕਰ ਲਓਗੇ ਜਿੱਦਾਂ ਦਾ ਤੁਸੀਂ ਆਪਣੇ ਬੱਚਿਆਂ ਨਾਲ ਕਰਦੇ ਆ, ਤੁਸੀਂ ਨਹੀਂ ਕਰ ਸਕੋਗੇ। ਕੁਛ ਹੱਦ ਤੱਕ ਕਰ ਸਕੋ, ਬਹੁਤ ਜ਼ੋਰ ਲਾ ਕੇ। ਜੇ ਕੋਈ ਬਹੁਤ ਮੈਂ ਤੁਹਾਨੂੰ ਆਪਣੇ ਘਰ ਦੀ ਗੱਲ ਦੱਸਦਾ, ਮੇਰੇ ਫਾਦਰ ਉਹ ਇੱਦਾਂ ਨਿਆਣਿਆਂ ਨੂੰ ਕੈਂਡੀਆਂ ਕੁੰਡੀਆਂ ਵੰਡਦੇ ਰਹਿੰਦੇ ਹੁੰਦੇ ਸੀ। ਇੱਕ ਵਾਰ ਮੈਨੂੰ ਕਹਿੰਦੇ ਮੈਂ ਚਾਹੁੰਦਾ ਇੱਦਾਂ ਆ ਵੀ ਇਹਨਾਂ ਬੱਚਿਆਂ ਦੇ ਨਾਲ ਵੀ ਮੈਂ ਉੱਦਾਂ ਦਾ ਵਰਤਾਅ ਕਰਾਂ ਜਿੱਦਾਂ ਦਾ ਮੈਂ ਸਨੀ ਉਹਨਾਂ ਨਾਲ ਕਰਦਾ, ਪੋਤਿਆਂ ਨਾਲ, ਪਰ ਮੇਰੇ ਤੋਂ ਹੁੰਦਾ ਨਹੀਂ। ਕਹਿੰਦੇ ਮੈਂ ਜ਼ੋਰ ਬਹੁਤ ਲਾਉਣਾ, ਹੁੰਦਾ ਨਹੀਂ ਹੈ ਮੇਰੇ ਤੋਂ। ਅਤੇ ਮੈਂ ਕਿਹਾ ਜੀ ਇਹ ਤਾਂ ਨੈਚੁਰਲ ਹੈ। ਕਹਿੰਦੇ ਹਾਂ ਨੈਚੁਰਲ ਹੀ ਹੋਣਾ। ਕਹਿੰਦੇ ਮੈਂ ਸੋਚਦਾ ਤਾਂ ਬੜਾ ਵੀ ਮੈਨੂੰ ਇੱਦਾਂ ਹੋਣਾ ਚਾਹੀਦਾ। ਪਹਿਲਾਂ ਤਾਂ ਮੈਂ ਮੈਂ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਵੀ ਕਮ ਸੇ ਕਮ ਉਹ ਇਸ ਪਾਸੇ ਵੱਲ ਨੂੰ ਸੋਚਦੇ ਸੀਗੇ, ਠੀਕ ਹੈ ਨਾ, ਜਾ ਕੇ। ਪਰ ਉਹ ਕਹਿੰਦੇ ਹੁੰਦਾ ਨਹੀਂ ਹੈ, ਇਹ ਹੋਣਾ ਵੀ ਨਹੀਂ ਹੈ। ਇਹ ਤੁਹਾਡਾ ਲੌਜਿਕ ਜਿੰਨਾ ਮਰਜ਼ੀ ਡਿਵੈਲਪ ਕਰ ਲਓ, ਇਹ ਉੱਦਾਂ ਹੋਣਾ ਨਹੀਂ ਹੈ ਜਾ ਕੇ। ਬਲੱਡ ਰਿਲੇਸ਼ਨਸ਼ਿਪ ਹਾਂ, ਕਿਉਂਕਿ ਇਨਸਟਿੰਕਟ ਹੈ ਜੀ, ਨੈਚੁਰਲ ਹੈ ਇਹ ਜਾ ਕੇ, ਠੀਕ ਹੈ ਨਾ। ਤੁਸੀਂ ਕੁਛ ਹੱਦ ਤੱਕ ਕੰਟਰੋਲ ਕਰ ਲਓਗੇ। ਤਿੰਨ ਸਾਹਿਬ ਨੂੰ ਗੁੱਸਾ ਜਿਹੜਾ ਹੈਗਾ ਇੱਕ ਇਨਸਟਿੰਕਟ ਆ। ਗੁੱਸਾ ਜਿਹੜਾ ਤੁਹਾਡਾ ਦਲੀਲ ਤੁਹਾਨੂੰ ਦੱਸਦੀ ਆ ਵੀ ਗੁੱਸਾ ਨਾ ਕਰ, ਗੁੱਸੇ ਨਾਲ ਤੇਰਾ ਬਹੁਤ ਨੁਕਸਾਨ ਹੋ ਜਾਂਦਾ। ਲੌਜਿਕ ਦਬ ਜਾਂਦਾ, ਲੌਜਿਕ ਤੁਹਾਨੂੰ ਦੱਸਦਾ, ਤੁਸੀਂ ਕੁਛ ਹੱਦ ਤੱਕ ਕੰਟਰੋਲ ਕਰ ਲੈਂਦੇ ਆ ਜੀ। ਪਰ ਜੇ ਤੁਸੀਂ ਕਹੋ ਕੰਪਲੀਟਲੀ ਨਹੀਂ ਹੁੰਦੇ। ਜਿਹੜੀਆਂ ਇਨਸਟਿੰਕਟਸ ਤੁਹਾਡੇ ਅੰਦਰ ਅਗਰੈਸਿਵਨੈਸ ਦੀ ਹੈਗੀ ਹੈ ਜੀ, ਤੁਸੀਂ ਥੋੜ੍ਹਾ ਜਿਹਾ ਅਗਰੈਸਿਵ ਹੋਵੋਗੇ, ਚਾਹੇ ਘਟਾ ਲਓਗੇ, ਕੰਟਰੋਲ ਕਰ ਲਓਗੇ, ਜ਼ੋਰ ਲਾ ਕੇ ਕਰਕੇ, ਪਰ ਤੁਸੀਂ ਕੱਢ ਨਹੀਂ ਸਕਦੇ ਜੀ। ਹੁਣ ਇਹ ਕਹਿ ਦਿੰਦੇ ਆ ਜੀ ਵੀ ਜਿਹੜਾ ਫੇਥ ਆ ਇਹ ਹੈਗਾ, ਇਹ ਇਮੋਸ਼ਨਸ ਜਿਹੜੇ ਹੈਗੇ ਦਿਲ ਦੀ ਗੱਲ ਹੈਗੀ ਆ, ਤਾਂ ਜਿਹੜੀ ਲੌਜਿਕ ਹੈਗਾ ਉਹ ਦਿਮਾਗ ਦੀ ਗੱਲ ਹੈ। ਪਰ ਇੱਥੇ ਮੈਂ ਥੋੜ੍ਹਾ ਇੱਕ ਕਲੀਅਰ ਕਰ ਦਵਾਂ, ਗਾਹਾਂ ਵੀ ਆਪਣੇ ਸੁਣਨ ਵਾਲੇ ਕਰ ਲੈਣ ਜਾ ਕੇ, ਵੀ ਇਹ ਸਾਰੀ ਦਿਮਾਗ ਦੀ ਗੱਲ ਆ, ਦਿਲ ਦੀ ਨਹੀਂ ਹੈ ਕੋਈ ਵੀ। ਦਿਲ ਤਾਂ ਇੱਕ ਬਲੱਡ ਨੂੰ ਪੰਪ ਕਰਦਾ, ਉਹ ਤਾਂ ਇੱਕ ਔਰਗਨ ਆ, ਫੇਫੜਿਆਂ ਮੰਗ ਜਾ ਕੇ। ਪਰ ਅਸੀਂ ਕਹਿੰਦੇ ਜੀ ਮੇਰਾ ਦਿਲ ਐਂ ਕਹਿੰਦਾ, ਦਿਲ ਨਹੀਂ ਕਹਿੰਦਾ। ਹਰ ਚੰਗੀ ਗੱਲ ਵੀ ਮਾੜੀ ਗੱਲ ਵੀ ਦਿਮਾਗ ਹੀ ਆ ਜਿਹੜਾ ਸਾਰੀ ਚੀਜ਼ ਨੂੰ ਜਿਹੜਾ ਹੈਗਾ ਕਰਦਾ ਜਾ ਕੇ। ਸੋ ਉਹ ਇੱਕ ਇੰਨਾ ਪਰ ਗਵਰਨਰ ਆ ਜੀ, ਜਿਹੜਾ ਦਿਮਾਗ ਆ ਨਾ, ਹਾਂਜੀ, ਇਹ ਗਵਰਨ ਕਰਦਾ ਦਿਲ ਨੂੰ। ਵੈਸੇ ਦਿਲ ਦੇ ਨਾਲ ਜਿਹੜੇ ਇਮੋਸ਼ਨਲ ਮਾਮਲੇ, ਭਾਵੇਂ ਸੀਟ ਆਫ ਇਮੋਸ਼ਨਸ ਬ੍ਰੇਨ ਦੇ ਵਿੱਚ ਹੀ ਆ, ਪਰ ਦਿਲ ਨੂੰ ਕੰਟਰੋਲ ਕਰਨ ਲਈ ਗਵਰਨਰ ਆ, ਸਾਰੀ ਚੀਜ਼ਾਂ ਕੰਟਰੋਲ ਕਰਦਾ। ਕਹਿੰਦੇ ਇੱਕ ਡਾਇਰੈਕਟ ਕਨੈਕਸ਼ਨ ਵੀ ਆ, ਕੋਈ ਡਾਕਟਰ ਦੱਸਦੇ ਆ, ਕੋਈ ਵੇਗਸ ਨਾਂ ਦੀ ਨਰਵ ਹੈ ਜਿਹੜੀ ਬ੍ਰੇਨ ਕਈ ਵਾਰੀ ਹੁਕਮ ਦੇ ਦਿੰਦਾ ਦਿਲ ਨੂੰ ਕਿ ਬਸ ਕੰਮ ਬੰਦ ਕਰ ਦੇ, ਕਿਉਂਕਿ ਉਸ ਦੇ ਉੱਤੇ ਬੋਝ ਬਹੁਤ ਵੱਧ ਜਾਂਦਾ, ਜਾਂ ਕਈ ਕਾਰਨ ਹੋ ਸਕਦੇ ਆ, ਡਾਕਟਰੀ ਕਾਰਨ ਨੇ। ਪਰ ਗੱਲ ਥੋੜ੍ਹੀ ਇਹ ਠੀਕ ਆ ਕਿ ਲੌਜਿਕ ਵੀ ਅਤੇ ਜਿਹੜੇ ਇਮੋਸ਼ਨਸ ਵੀ ਆ ਹੈਗੇ ਬ੍ਰੇਨ 'ਚ। ਤੇ ਸਰ ਜਦ ਤੁਸੀਂ ਕਹਿ ਦਿੰਦੇ ਜੀ ਵੀ ਇਹ ਬੰਦੇ ਦਾ ਦਿਲ ਬਹੁਤ ਵਧੀਆ, ਉਹ ਦਿਲ ਉਹਦਾ ਵਧੀਆ ਕਹਿ ਸਕਦੇ, ਜਿਹੜਾ ਸਟਰੋਂਗ ਹੈ, ਹਾਰਟ ਚੰਗੀ ਤਰ੍ਹਾਂ ਪੰਪ ਕਰਦਾ। ਵਧੀਆ ਨਹੀਂ, ਸਾਫ਼ ਕਹਿੰਦੇ, ਸਾਫ਼ ਦਿਲ ਸਾਫ਼ ਹੈ ਉਹਦਾ ਜਾ ਕੇ। ਅੱਛਾ, ਇੱਕ ਥਿੰਨ ਸਾਹਿਬ ਜੀ, ਅੱਛਾ ਇੱਕ ਮੈਂ ਤੁਹਾਨੂੰ ਦੱਸਦਾ, ਜਿਹੜਾ ਬਲਾਈਂਡ ਫੇਥ ਹੈ ਨਾ ਜੀ, ਬਲਾਈਂਡ ਫੇਥ ਬਾਰੇ ਇੱਕ ਵਾਰ ਆਚਾਰੀਆ ਰਜਨੀਸ਼ ਨੇ ਇੱਕ ਗੱਲ ਕਹੀ ਸੀ। ਉਹ ਕਹਿੰਦੇ ਬਲਾਈਂਡ ਫੇਥ ਇਜ਼ ਦੀ ਮੋਸਟ ਪੋਇਜ਼ਨਸ ਥਿੰਗ ਟੂ ਡਿਸਟਰੋਏ ਹਿਊਮਨ ਇੰਟੈਲੀਜੈਂਸ। ਬੰਦੇ ਦੇ ਦਿਮਾਗ ਦਾ ਸੱਤਿਆਨਾਸ਼ ਕਰਦੀ ਹੈ ਜੇ ਕੋਈ ਚੀਜ਼ ਜਾ ਕੇ ਸਭ ਤੋਂ ਬਲਾਈਂਡ ਫੇਥ ਆ। ਹੁਣ ਬਲਾਈਂਡ ਫੇਥ ਔਰ ਫੇਥ ਦਾ ਫਰਕ ਬਹੁਤ ਆ। ਬਲਾਈਂਡ ਫੇਥ ਔਰ ਫੇਥ ਦਾ ਬਹੁਤ ਫਰਕ। ਹੁਣ ਜਿਹੜਾ ਕਈ ਵਾਰ ਆਪਾਂ ਕਹਿੰਦੇ ਜੀ ਰਿਲੀਜਨ ਜਿਹੜਾ ਹੈਗਾ ਬਲਾਈਂਡ ਫੇਥ ਆ। ਰਿਲੀਜਨ ਇੱਕ ਸਟੇਜ 'ਤੇ ਜਾ ਕੇ ਬਲਾਈਂਡ ਫੇਥ ਕਰਦਾ, ਪਰ ਪਹਿਲਾਂ ਜਿਹੜਾ ਹੈਗਾ ਆ ਉਹ ਵੀ ਦਲੀਲ 'ਤੇ ਆਉਂਦਾ। ਆਲ ਰਿਲੀਜਨ ਆਰ ਨਾਟ ਦਲੀਲਲੈਸ। ਸਾਰੇ ਧਰਮ ਦਾ ਸਾਰਾ ਹਿੱਸਾ ਦਲੀਲਲੈਸ ਨਹੀਂ ਹੈ। ਕੁਝ ਕਹੀਏ, ਕੁਝ ਸੁਣੀਏ ਨਾਨਕ ਵੀ ਹੈਗਾ। ਹੁਣ ਮੈਂ ਤੁਹਾਨੂੰ ਇਹਦੀ ਆਪਾਂ ਇੱਦਾਂ ਕਰਦੇ ਹਾਂ, ਤੁਸੀਂ ਜਿਹੜਾ ਹੈਗਾ ਆ ਅਗਲੇ ਸੈਗਮੈਂਟ ਦੇ ਵਿੱਚ ਆਪਾਂ ਇਹ ਦੇਖਦੇ ਹਾਂ ਵੀ ਦਲੀਲ ਤਾਂ ਜਿਹੜਾ ਫੇਥ ਹੈ ਕਿੱਦਾਂ ਇੰਟਰਕਨੈਕਟਡ ਆ, ਔਰ ਪਹਿਲਾਂ ਹਿਸਟਰੀ ਵਿੱਚ ਵਜੂਦ ਕਿਹੜਾ ਆਇਆ ਅਤੇ ਬਾਅਦ 'ਚ ਕਿਹੜਾ ਵਜੂਦ 'ਚ ਆਇਆ, ਔਰ ਬਲਾਈਂਡ ਫੇਥ ਦਾ ਕੀ ਰੋਲ ਹੈ। ਬਲਾਈਂਡ ਫੇਥ ਦਾ ਕੀ ਰੋਲ ਹੈ। ਟਰਸਟ ਨੂੰ ਅਤੇ ਫੇਥ ਨੂੰ ਤਕਰੀਬਨ ਮੈਂ ਬਹੁਤ ਨੇੜੇ ਸਮਝਦਾ। ਉਹਦਾ ਹੀ ਇੱਕ ਰੂਪ ਹੈ। ਟਰਸਟ ਜਿਹੜਾ ਉਹ ਰਿਲੇਸ਼ਨਸ਼ਿਪਸ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਫੈਮਲੀਜ਼ ਦੀ ਗੱਲ ਕਰਦੇ ਹੋ, ਟਰਸਟ ਬਹੁਤ ਜ਼ਰੂਰੀ ਆ। ਮੈਨੂੰ ਤਾਂ ਲੱਗਦਾ ਕਿ ਟਰਸਟ ਦੇ ਆਧਾਰ ਦੇ ਉੱਤੇ ਹੀ ਰਿਲੇਸ਼ਨਸ਼ਿਪ ਚੱਲਦੇ ਆ ਜੀ। ਜੇ ਕਿਤੇ ਟਰਸਟ ਟੁੱਟ ਜਾਂਦਾ ਤਾਂ ਰਿਲੇਸ਼ਨਸ਼ਿਪ ਵਿਗੜ ਜਾਂਦਾ, ਟਰਸਟ ਟੁੱਟ ਜਾਂਦਾ, ਰਿਲੇਸ਼ਨਸ਼ਿਪ। ਔਰ ਜਿਹਤੇ ਤੁਸੀਂ ਪੂਰਨ ਭਰੋਸਾ ਕਰਦੇ ਹੋ, ਪੂਰਾ ਟਰਸਟ ਕਰਦੇ ਹੋ, ਆਮ ਤੌਰ 'ਤੇ ਤੁਸੀਂ ਸੁਣਿਆ ਹੋਣਾ ਬਹੁਤ ਸਾਰੇ ਲੋਕ ਖਤਾ ਖਾ ਗਏ, ਧੋਖਾ ਖਾ ਗਏ ਉਹਨਾਂ ਹੀ ਲੋਕਾਂ ਤੋਂ ਜਿਨ੍ਹਾਂ ਲੋਕਾਂ 'ਤੇ ਉਹ ਟਰਸਟ ਕਰਦੇ ਸੀ, ਪੂਰਾ ਟਰਸਟ ਕਰਦੇ ਸੀ। ਸਾਡੇ ਪਿੰਡ ਕਤਲ ਹੋਇਆ, ਉਹ ਮੰਡੀ ਅਹਿਮਦਗੜ੍ਹ ਨੂੰ ਜਾਂਦੇ ਸੀ। ਜੇ ਉਹ ਕਿਸੇ ਹੋਰ ਵਿਅਕਤੀ ਨੇ ਕਿਹਾ ਹੁੰਦਾ ਜੀ ਤੇ ਉਹ ਟਰਸਟ ਨਹੀਂ ਸੀ ਕਰਦਾ ਕਿ ਅੱਜ ਮੰਡੀ ਨੂੰ ਜਾਣਾ, ਉਹਨੇ ਜਾਣਾ ਨਹੀਂ ਸੀ।
ਉਹਨੂੰ ਨਹੀਂ ਸੀ ਪਤਾ ਕਿ ਰਾਹ 'ਚ ਬੂਝਿਆਂ 'ਚ ਬੰਦੇ ਬੈਠੇ ਆ ਕਿਰਪਾਨਾਂ ਲਈ ਜਿਨ੍ਹਾਂ ਨੇ ਵੱਢ ਸੁੱਟਣਾ ਉਹਨੂੰ। ਜਦੋਂ ਪੂਰਨ ਟਰਸਟ ਤੁਸੀਂ ਕਿਸੇ 'ਤੇ ਕਰਦੇ ਹੋ ਨਾ ਫਿਰ ਸਾਹਿਬ, ਫਿਰ ਖਤਾ ਵੀ ਉੱਥੇ ਹੀ ਖਾਂਦੇ ਹੋ। ਭਰੋਸਾ ਕਰਨਾ ਬਹੁਤ ਚੰਗੀ ਗੱਲ ਆ, ਟਰਸਟ ਕਰਨਾ, ਬਲਾਈਂਡ ਟਰਸਟ ਜਦੋਂ ਹੋ ਜਾਂਦਾ ਫਿਰ ਤੁਸੀਂ ਜਦੋਂ ਉਸ ਦੀ ਕਹੀ ਮੰਨਦੇ ਹੋ। ਬਹੁਤ ਲੋਕਾਂ ਨਾਲ ਇਸ ਤਰ੍ਹਾਂ ਹੋਈਆਂ, ਕਿਉਂਕਿ ਜਿਹਦੇ 'ਤੇ ਤੁਸੀਂ ਟਰਸਟ ਕਰਦੇ ਹੋ, ਕਿਹਦੇ 'ਤੇ ਟਰਸਟ ਕਰਦੇ ਹੋ, ਇਹ ਤੁਹਾਡੀ ਚੋਇਸ ਜਿਹੜੀ ਆ ਇਹ ਕਿਹੋ ਜਿਹੀ ਹੈ, ਜੱਜਮੈਂਟ ਤੁਹਾਡੀ ਕਿਹੋ ਜਿਹੀ ਆ ਕਿ ਤੁਸੀਂ ਟਰਸਟ ਕਰਨ ਵਾਲਾ ਵਿਅਕਤੀ ਹੈ ਜਾਂ ਨਹੀਂ। ਹਾਂ, ਇਹ ਤੁਹਾਡਾ ਲੌਜਿਕ ਕਿਹੋ ਜਿਹਾ, ਲੌਜਿਕ ਤੁਹਾਡਾ ਉਸ ਨੂੰ ਟਰਸਟਵਰਦੀ ਮੰਨਦਾ ਕਿ ਨਹੀਂ ਮੰਨਦਾ। ਹਾਂ, ਇਹ ਮੇਰਾ ਖਿਆਲ ਇਹ ਗੱਲ ਕਾਫੀ ਇੰਪੋਰਟੈਂਟ ਹੈ। ਹਾਂ, ਇਹ ਬਿਲਕੁਲ ਇੰਪੋਰਟੈਂਟ ਹੈ। ਅੱਜ ਤਾਂ ਤੁਸੀਂ ਦੱਸਿਆ ਸਾਡੇ ਵੀ ਇਸ ਤਰ੍ਹਾਂ ਕਤਲ ਹੋਇਆ ਸੀ, ਉਹਨੂੰ ਵਿਸ਼ਵਾਸ ਕੀਤਾ, ਟਰਸਟ ਕੀਤਾ ਅਤੇ ਉਹਦਾ ਫਿਰ ਕਤਲ ਹੋਇਆ ਇੱਦਾਂ। ਠੀਕ, ਇਹ ਠੀਕ ਹੈ। ਜਿਸ ਵੇਲੇ ਤੁਹਾਡਾ ਟਰਸਟ ਟੁੱਟ ਗਿਆ ਤਾਂ ਸਮਝੋ ਫਿਰ ਤੁਹਾਡੇ ਰਿਲੇਸ਼ਨ ਮੈਂ ਸਮਝਦਾ ਟੁੱਟ ਜਾਂਦੇ ਆ। ਅੱਛਾ, ਉਹ ਪਹਿਲੀ ਸਟੇਜ ਦੇ ਵਿੱਚ ਮੈਂ ਇਸ ਗੱਲ 'ਤੇ ਤੁਹਾਡੇ ਨਾਲ ਬਿਲਕੁਲ ਐਗਰੀ ਕਰਦਾ, ਜਾ ਕੇ ਜਿਹੜਾ ਟਰਸਟ ਆ, ਟਰਸਟ ਦੇ ਉੱਤੇ ਪਰਿਵਾਰ ਖੜ੍ਹੇ ਆ, ਜਾ ਕੇ ਫੇਥ 'ਤੇ ਖੜ੍ਹੇ ਆ ਪਰਿਵਾਰ ਜ਼ਿਆਦਾ ਆ, ਪਰ ਉਹ ਫੇਥ ਬੇਸਡ ਔਨ ਰੀਜ਼ਨ ਔਰ ਐਕਸਪੀਰੀਅੰਸ ਹੁੰਦਾ। ਹੁਣ ਮੇਰਾ ਐਕਸਪੀਰੀਅੰਸ ਆ ਤੁਹਾਡੇ ਪ੍ਰਤੀ, ਉਹ ਮੇਰਾ ਟਰਸਟ ਬਣਦਾ ਜਾ ਕੇ। ਜੇ ਮੈਂ ਉੱਦਾਂ ਹੀ ਕਿਸੇ ਦੇ ਬਿਨਾਂ ਟਰਸਟ ਮੰਨ ਲਵਾਂ ਜਾ ਕੇ, ਜੇ ਉਹਨੂੰ ਫਿਰ ਅਸੀਂ ਬਲਾਈਂਡ ਟਰਸਟ ਕਹਿ ਦਿੰਦੇ ਹਾਂ। ਬਲਾਈਂਡ ਟਰਸਟ ਇੱਕ ਮੈਂ ਸਮਝਦਾ ਜੀ, ਬਲਾਈਂਡ ਟਰਸਟ ਅਜੇ ਕਿਸੇ ਚੀਜ਼ ਦੇ ਤਾਂ ਕੀਤਾ ਜਾ ਸਕਦਾ ਜਾ ਕੇ। ਬੇਜਾਨ ਚੀਜ਼ ਦੇ ਉੱਤੇ ਬਲਾਈਂਡ ਟਰਸਟ ਕੀਤਾ ਜਾ ਸਕਦਾ। ਜਾਨਦਾਰ ਚੀਜ਼ 'ਤੇ ਟਰਸਟ ਫੁੱਲ ਕਰਨਾ ਜਿਹੜਾ ਹੈਗਾ ਨਾ ਜੀ, ਉਹਦੇ ਵਿੱਚ ਤੁਸੀਂ ਸੇ ਨੋ ਮੈਨ ਗੁੱਡ ਟਿਲ ਹੀ ਡਾਈਜ਼, ਕਿ ਪਤਾ ਨਹੀਂ ਹੁੰਦਾ ਬੰਦੇ ਨੇ ਕਿਸ ਤਰ੍ਹਾਂ। ਮੈਂ ਇੱਕ ਗੱਲ ਵਿੱਚ ਕਹਿਣੀ ਚਾਹੁੰਦਾ, ਮੈਂ ਚਾਹੁੰਦਾ ਸੀਗਾ ਮੈਨੂੰ ਭੁੱਲ ਗਈ ਗੱਲ, ਮੈਨੂੰ ਪਹਿਲਾਂ ਕਹਿਣੀ ਚਾਹੀਦੀ ਸੀ ਜੀ। ਉਹਦੇ ਵਿੱਚ ਮੈਨੂੰ ਇੱਕ ਫੋਨ ਆਇਆ ਇੰਗਲੈਂਡ ਦੇ ਵਿੱਚੋਂ ਜੀ, ਇੰਗਲੈਂਡ ਦੇ ਵਿੱਚੋਂ ਉਹਦੀ ਫੋਨ ਆਇਆ ਤਾਂ ਉਹ ਫੋਨ ਮੈਨੂੰ ਕਿਹਾ ਨਹੀਂ, ਮੈਂ ਨਾਂ ਲੈ ਲਵਾਂ, ਆਮ ਤੌਰ 'ਤੇ ਮੈਂ ਨਾਂ ਲੈਂਦਾ ਨਹੀਂ ਹੈ ਜਾ ਕੇ, ਪਰ ਇੱਥੇ ਮੈਨੂੰ ਦੱਸਦਾ ਉਹਨੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਖਿਲਾਫ ਬਹੁਤ ਲਫ਼ਜ਼ ਇੱਦਾਂ ਦੇ ਵਰਤੇ ਜਿਹੜੇ ਵਰਤਣੇ ਨਹੀਂ ਚਾਹੀਦੇ ਜਾ ਕੇ। 5 ਵਾਰ ਮੁੱਖ ਮੰਤਰੀ ਬਣਿਆ ਕਿ ਦੇਖੋ ਜੀ, ਜਾ ਕੇ ਇੰਨਾ ਬੇਸਮਝ ਆਦਮੀ ਜਾ ਕੇ ਇਲੈਕਸ਼ਨ ਦੇ ਵਿੱਚ ਖੜ੍ਹ ਗਿਆ ਜਾ ਕੇ ਅਤੇ ਉਹ ਇਹਨੂੰ ਇੰਨੀ ਅਕਲ ਵੀ ਨਾ ਸੀ ਉਸ ਬੰਦੇ ਨੇ ਇਹ ਗੱਲ ਕਹੀ ਜਾ ਕੇ। ਉਹ ਮੈਂ ਜਿਹੜਾ ਸੀਗਾ ਐਤਕੀ ਦੀ ਇਲੈਕਸ਼ਨ ਦੇ ਵਿੱਚ, ਉਹਦੇ ਵਿੱਚ ਜਿਹੜਾ ਹੈਗਾ ਉਹ ਸਪੀਕਰ ਫੋਨ ਲਾਇਆ ਸੀ ਮੈਂ, ਸਪੀਕਰ ਫੋਨ ਲਾਇਆ ਸੀਗਾ ਤਾਂ ਉਹ ਮੇਰੀ ਵਾਈਫ ਵਿੱਚੋਂ ਬੋਲ ਪਈ ਜੀ। ਉਹ ਵਿੱਚੋਂ ਮੇਰੀ ਵਾਈਫ ਉਹ ਕਹਿੰਦੀ ਭਾਅ ਜੀ, ਜਿੱਥੇ ਤੁਸੀਂ ਇਹ ਕਹਿਤਾ ਵੀ ਉਹ 5 ਵਾਰ ਮੁੱਖ ਮੰਤਰੀ ਬਣੇ ਆ, ਉਸ ਵੇਲੇ ਇਹ ਵੀ ਖਿਆਲ ਰੱਖਿਓ ਜਾ ਕੇ ਵੀ ਉਹ ਇੱਕ ਬਾਪ ਵੀ ਆ। ਕਹਿੰਦੇ ਉਹ ਇੱਕ ਬਾਪ ਵੀ ਆ, ਕਿਸੇ ਵੀ ਬਾਪ ਦੇ ਕੋਲ ਉਹਦਾ ਬੇਟਾ ਆ ਕੇ ਇਹ ਕਹਿ ਦੇਵੇ ਵੀ ਡੈਡੀ ਮੈਂ ਫਸਿਆ ਆ, ਮੇਰੀ ਮਦਦ ਕਰੋ ਕਿਸੇ ਤਰ੍ਹਾਂ ਜਾ ਕੇ, ਮੈਂ ਬਹੁਤ ਖੁਸ਼ ਹਾਂ, ਤੁਹਾਡੀ ਮਦਦ ਤੋਂ ਬਿਨਾਂ ਮੇਰਾ ਕੰਮ ਹੋਣਾ ਨਹੀਂ। ਕਿਹੜਾ ਬਾਪ ਹੈ ਕਹਿੰਦੀ ਮਦਦ ਨਹੀਂ ਜਵਾਬ ਦੇ ਦਊਗਾ? ਕਿਹੜਾ ਬਾਪ ਹੈ ਜਿਹੜਾ ਨਹੀਂ ਤੁਸੀਂ ਕਰੋਗੇ? ਕਹਿੰਦੇ ਤੁਹਾਡਾ ਪੁੱਤ ਆ ਕੇ ਤੁਹਾਨੂੰ ਇਹ ਕਹਿ ਦੇਵੇ ਜਾ ਕੇ ਜੀ ਵੀ ਡੈਡੀ ਮੈਂ ਫਸਿਆ ਜਾ ਕੇ ਮੇਰੀ ਮਦਦ ਕਦੇ ਕਰੋਗੇ? ਉਹ ਕਹਿੰਦੇ ਬਾਪ ਤਾਂ ਜਾ ਕੇ ਆਪਣੇ ਸਿਰ ਫਾਂਸੀਆਂ ਲੈ ਲੈਂਦੇ ਆ ਜਾ ਕੇ ਪੁੱਤਾਂ ਦੀ ਖਾਤਰ ਜਾ ਕੇ। ਤੁਸੀਂ ਕਹਿੰਦੇ ਇਹ ਭੁੱਲ ਜਦ ਕੋਈ ਬੰਦਾ ਮਸ਼ਹੂਰ ਹੋ ਜਾਂਦਾ ਫਿਰ ਤੁਸੀਂ ਇਹ ਭੁੱਲ ਜਾਂਦੇ ਆ ਵੀ ਉਹ ਇਨਸਾਨ ਵੀ ਹੈ ਨਹੀਂ ਜਾਂ ਬਾਪ ਵੀ ਹੈ ਨਹੀਂ। ਹੀ ਵਾਜ਼ ਅ ਡੈਡੀ, ਬਾਪ ਸੀਗਾ। ਬਾਪ ਦੇ ਸਾਹਮਣੇ ਕਿਹੜਾ ਆ ਜਾਊਗਾ ਜਾ ਕੇ ਪੁੱਤ ਇੱਦਾਂ ਇਲਤਜਾ ਲੈ ਕੇ ਆ ਜਾਵੇ, ਇੱਕ ਰਿਕੁਐਸਟ ਲੈ ਕੇ ਆ ਜਾਵੇ ਤਾਂ ਉਹ ਚੱਕ ਕੇ ਪਰੇ ਮਾਰੇ ਪਏ ਜਾ ਕੇ ਮੈਂ ਨਹੀਂ ਤੇਰੀ ਮਦਦ ਕਰਨੀ ਜਾ ਕੇ। ਪੁੱਤਰ ਮੋਹ ਦੇ ਵਿੱਚ ਬਹੁਤ ਪਿਤਾ ਨੇ ਜਿਨ੍ਹਾਂ ਨੇ ਵੱਡੀਆਂ ਕੁਰਬਾਨੀਆਂ ਪਿੱਛੇ ਤੁਸੀਂ ਦੇਖੋ ਜਾ ਕੇ ਜਿਹੜਾ ਬੰਦੇ ਦੇ ਅੰਦਰ ਸੰਤਾਨ ਪ੍ਰਤੀ ਪਿਆਰ ਹੈ। ਇਹ ਮੈਂ ਕਹਿੰਦਾ ਜੀ ਵੀ ਇਹ ਦਲੀਲ ਇੱਥੇ ਵੀ ਇਹ ਗੱਲ ਆਉਂਦੀ ਹੈ, ਇੱਥੇ ਦਲੀਲ ਨਹੀਂ ਫਿਰ ਕੰਮ ਕਰਦੀ ਜੀ। ਇੱਥੇ ਉਹਦਾ ਜਿਹੜਾ ਸੰਤਾਨ ਪ੍ਰਤੀ ਮੋਸ਼ਨ ਆ ਉਹ ਇਕੱਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਹੀ ਨਹੀਂ ਕਰਦਾ, ਉਹ ਤੁਹਾਡਾ ਵੀ ਕਰਦਾ, ਉਹ ਮੇਰਾ ਵੀ ਕਰਦਾ, ਉਹ ਹਰ ਵਿਅਕਤੀ ਦਾ ਕਰਦਾ। ਹਰ ਇੱਥੇ ਕੋਟਾਂ ਭਰੀਆਂ ਪਈਆਂ ਥਿੰਨ ਸਾਹਿਬ। ਮੈਂ ਤੁਹਾਨੂੰ ਪਿਛਲੀ ਵਾਰ ਦੱਸਿਆ ਸੀਗਾ ਜਾ ਕੇ ਉਹ ਮੁੰਡਾ ਆ ਗਿਆ, ਦੋਨੋਂ ਮਾਂ ਪਿਓ ਨੂੰ ਕੋਠੇ ਦਿੱਤੇ, ਉਹ ਦੋਨੋਂ ਹੀ ਦੂਜੇ ਦਿਨ ਉਹੀ ਮਾਂ ਪਿਓ ਵਕੀਲ ਲੈ ਕੇ ਉਹਦੀ ਜ਼ਮਾਨਤ ਕਰਾਉਣ ਗਏ, ਉਹ ਜਾ ਕੇ ਕੁੱਟੇ ਉਹਨੂੰ, ਫਿਜ਼ੀਕਲੀ ਕੁੱਟੇ ਦੋਨੋਂ ਜਾ ਕੇ। ਸੋ ਇਹ ਜਿਹੜੇ ਹੈਗੇ ਆ ਇਹ ਦੋਨੋਂ ਚੀਜ਼ਾਂ ਉਹ ਕਹਿ ਰਹੇ ਸੀ ਬਈ ਇਹ ਬਚ ਜਾਵੇ, ਨਸ਼ਾ ਛੱਡ ਦੇਵੇ, ਭਾਵੇਂ ਬੈਠਾ ਰਹੇ, ਅਸੀਂ ਕੰਮ ਕਰਾਂਗੇ। ਕੁਝ ਨਿਆਣੇ ਵੀ ਮੈਂ ਪੋਤੇ ਮੈਂ ਹੀ ਪਾਲ ਦਊਗਾ ਜਾ ਕੇ ਇਹ ਕੁਝ ਵੀ ਨਾ ਕਰੇ ਜਾ ਕੇ। ਉਹ ਹੁਣ ਇਨਸਟਿੰਕਟਿਵਲੀ ਉਹ ਔਰ ਪ੍ਰਕਾਸ਼ ਸਿੰਘ ਬਾਦਲ ਇੱਕੋ ਹੀ ਆ। ਫਾਦਰਲੀ ਇਨਸਟਿੰਕਟ ਸਾਰਿਆਂ ਵਿੱਚ ਇੱਕ ਆ। ਤਿੰਨ ਸਾਹਿਬ ਚਾਹੇ ਕੋਈ 6 ਵਾਰ ਮੁੱਖ ਮੰਤਰੀ ਬਣੇ ਜਾਂ ਪ੍ਰਾਈਮ ਮਿਨਿਸਟਰ ਬਣ ਜਾਵੇ ਤਾਂ ਉਹ ਫਾਦਰਲੀ ਇਨਸਟਿੰਕਟ ਤਾਂ ਇੱਕੋ ਹੀ ਹੈਗੀ ਜਾ ਕੇ, ਜਿਹੜੀ ਦੂਜੀ ਹੈਗੀ ਆ। ਅੱਛਾ, ਇੱਕ ਮੈਂ ਹੁਣ ਤੁਸੀਂ ਦੇਖੋ ਜਿਹੜਾ ਰਿਲੀਜਨ ਆ, ਰਿਲੀਜਨ ਜ਼ਿਆਦਾ ਫੇਥ 'ਤੇ ਆ ਖੜਾ, ਜ਼ਿਆਦਾ ਫੇਥ 'ਤੇ ਆ। ਹੁਣ ਮੈਂ ਸਾਰਾ ਨਹੀਂ ਕਹਿੰਦਾ ਫੇਥ 'ਤੇ ਖੜਾ, ਕਿਉਂਕਿ ਰਿਲੀਜਨ ਵੀ ਜਿਹੜਾ ਲੌਜਿਕ ਨੂੰ ਅਪਣਾਈ ਕਰਦਾ ਹੈ, ਰਿਲੀਜਨ ਵੀ ਸਾਇੰਸ ਦਾ ਆਸਰਾ ਲੈਂਦਾ ਹੈ। ਰਿਲੀਜਨ ਸਾਇੰਸ ਤੋਂ ਬਿਨਾਂ ਚੱਲ ਨਹੀਂ ਸਕਦਾ ਹੈਗਾ, ਸਾਇੰਸ ਲੌਜਿਕ ਹੈ, ਬੇਸ 'ਤੇ ਹੈ। ਸਿੱਖ ਧਰਮ ਕਾਫੀ ਵਿਗਿਆਨਕ ਹੈ, ਸਿੱਖ ਧਰਮ ਕਾਫੀ ਵਿਗਿਆਨਕ ਹੈ। ਮੈਨੂੰ ਲੱਗਦਾ ਬਾਕੀਆਂ ਨਾਲੋਂ ਹੋ ਸਕਦਾ ਜ਼ਿਆਦਾ ਵਿਗਿਆਨਕ ਹੋਵੇ, ਕਿਉਂਕਿ ਰੀਸੈਂਟ ਹੈ। ਤਾਂ ਹੀ ਇਹਦੇ ਵਿੱਚ ਗੱਲ ਹੈ ਵੀ ਵਾਰਤਾਲਾਪ ਦੀ ਗੱਲ ਕਰੋ। ਹੁਣ ਤੁਸੀਂ ਬੁੱਧਿਜ਼ਮ ਵੀ ਸੀਗਾ ਜੀ। ਹੁਣ ਜਿਸ ਵੇਲੇ ਬੁੱਧਿਜ਼ਮ ਦੇ ਵਿੱਚ ਆਪਾਂ ਅੱਗੇ ਇੱਕ ਵਾਰ ਮਿਸਾਲ ਦਿੱਤੀ ਸੀ ਜੀ, ਜਿਸ ਵੇਲੇ ਮਹਾਰਾਜਾ ਅਸ਼ੋਕ ਨੇ ਕਲਿੰਗਾ ਦੀ ਲੜਾਈ ਲੜੀ ਜੀ। ਇਹ ਜਿਹੜਾ ਕਲਿੰਗਾ ਸੂਬਾ ਆ ਇਹ ਇੰਡੀਆ ਦਾ ਅੱਜ ਕੱਲ੍ਹ ਦਾ ਉੜੀਸਾ ਕਹਿ ਲਓ ਇਹਨੂੰ,
ਅੱਛਾ, ਉੜੀਸੇ ਦਾ ਸੂਬਾ ਆ। ਕਲਿੰਗਾ ਦੀ ਜੰਗ ਦੇ ਵਿੱਚ ਬਹੁਤ ਬੰਦੇ ਮਾਰੇ ਗਏ ਜੀ, ਬੱਚੇ ਹੋਰ ਔਰਤਾਂ ਸਾਰੇ ਬਹੁਤ ਬਹੁਤ ਬੰਦੇ ਮਾਰੇ ਗਏ। ਤਾਂ ਉਹਨੂੰ ਜਿੱਤਣ ਤੋਂ ਬਾਅਦ ਮਹਾਰਾਜਾ ਅਸ਼ੋਕ ਜਿਹੜੇ ਸੀਗੇ ਜੀ ਉਹ ਬਹੁਤ ਪਰੇਸ਼ਾਨ ਹੋ ਗਏ ਜਾ ਕੇ। ਉਹਨਾਂ ਨੂੰ ਪਤਾ ਨਾ ਲੱਗੇ ਵੀ ਮੈਂ ਇਹ ਚੰਗਾ ਕੰਮ ਕੀਤਾ ਜਾਂ ਮੈਂ ਮਾੜਾ ਕੰਮ ਕੀਤਾ, ਜਾਂ ਮੈਂ ਉਹ ਇਲਾਕਾ ਵਧਾ ਕੇ ਰਾਜ ਦਾ ਵਧਾਇਆ ਆਪਣਾ, ਜਾਂ ਮੈਂ ਇੰਨੇ ਬੰਦਿਆਂ ਦਾ ਕਤਲੇਆਮ ਕਰਤਾ। ਬਹੁਤ ਪਰੇਸ਼ਾਨ ਹੋ ਗਏ ਜੀ ਉਹ, ਬਹੁਤ ਪਰੇਸ਼ਾਨ ਹੋ ਗਿਆ ਜੀ ਉਹ। ਫਿਰ ਇੱਕ ਬੁੱਧ ਜਿਹੜੇ ਭਿਕਸ਼ੂ ਕੋਲ ਜਾਂਦੇ ਆ ਜੀ, ਬੁੱਧ ਸੈਂਟਰ ਤੇ, ਉਹ ਉਹਨਾਂ ਦਾ ਗੁਰੂ ਹੀ ਸੀ ਕਿਸਮ। ਉਹ ਉਹਨੂੰ ਜਾ ਕੇ ਕਹਿੰਦੇ ਆ ਜਾ ਕੇ ਜੀ ਵੀ ਤੂੰ ਮੇਰਾ ਮਾਰਗਦਰਸ਼ਨ ਕਰੋ, ਤੁਸੀਂ ਮੈਨੂੰ ਦੱਸੋ, ਮੈਂ ਪਰੇਸ਼ਾਨ ਬਹੁਤ ਹੈਗਾ, ਮੈਨੂੰ ਦੱਸੋ ਸੱਚ ਕੀ ਹੈ, ਕੀ ਮੈਂ ਸਹੀ ਕੀਤਾ ਜਾਂ ਮੈਂ ਗਲਤ ਕੀਤਾ ਜਾ ਕੇ, ਵੀ ਮੈਨੂੰ ਇਹ ਦੱਸੋ ਜਾ ਕੇ। ਉਹ ਮੋਹਰਿਓਂ ਕੀ ਕਹਿੰਦੇ ਆ ਜੀ, ਉਹ ਮੋਹਰਿਓਂ ਕਹਿੰਦੇ ਆ ਵੀ ਮੈਂ ਤੈਨੂੰ ਸੱਚ ਨਹੀਂ ਦੱਸ ਸਕਦਾ, ਮੈਂ ਤੈਨੂੰ ਸਹੀ ਜਾਂ ਨਾ ਸਹੀ ਨਹੀਂ ਦੱਸ ਸਕਦਾ, ਮੈਂ ਮਾਰਗਦਰਸ਼ਨ ਤੇਰਾ ਨਹੀਂ ਕਰ ਸਕਦਾ, ਕਿਉਂਕਿ ਤੈਨੂੰ ਮੇਰੇ ਤੇ ਪੂਰਨ ਵਿਸ਼ਵਾਸ ਹੈ, ਮੈਂ ਜੋ ਕਹਿਣਾ ਤੈਂ ਉੱਦਾਂ ਹੀ ਮੰਨ ਲੈਣਾ। ਪਰ ਸੱਚ ਇੱਦਾਂ ਨਹੀਂ ਉਹ ਕਹਿੰਦੇ ਨਿਕਲਦਾ। ਸੱਚ ਨਿਕਲਣਾ ਹੈਗਾ ਗੋਸ਼ਟੀ ਦੇ ਵਿੱਚੋਂ, ਸੱਚ ਨਿਕਲਣਾ ਹੈਗਾ ਡਿਸਕਸ਼ਨ ਦੇ ਵਿੱਚੋਂ, ਲੌਜਿਕ ਚੋਂ ਨਿਕਲਣਾ। ਤੈਂ ਲੌਜਿਕ ਮੇਰੇ ਤਾਂ ਅਪਲਾਈ ਨਹੀਂ ਕਰਨਾ, ਤੈਂ ਤਾਂ ਜੋ ਮੈਂ ਕਹਿਣਾ ਤੈਂ ਕਹਿਣਾ ਉਹ ਠੀਕ ਹੈ, ਇਸ ਕਰਕੇ ਮੈਂ ਨਹੀਂ ਤੈਨੂੰ ਦੱਸ ਸਕਦਾ। ਤੂੰ ਉੱਥੇ ਜਾ ਜਿਹੜਾ ਤੇਰੇ ਨਾਲ ਇਸ ਗੱਲ ਤੇ ਡਿਸਕਸ ਕਰੇ, ਔਰ ਡਿਸਕਸ਼ਨ ਤੋਂ ਬਾਅਦ ਫਿਰ ਤੁਸੀਂ ਕਿਸੇ ਨਤੀਜੇ ਤੇ ਪਹੁੰਚੋ ਜਾ ਕੇ। ਜਿਹੜੇ ਇਸੇ ਕਰਕੇ ਕਿਹਾ ਗਿਆ ਨਾ ਜੀ ਗੁਰੂ ਨਾਨਕ ਸਾਹਿਬ ਨੇ ਬਈ ਕੁਝ ਕਹੀਏ ਕੁਝ ਸੁਣੀਏ ਨਾ, ਡਿਸਕਸ਼ਨ ਕਰੋ, ਉਹਦੇ ਵਿੱਚੋਂ ਨਿਕਲੂਗਾ ਜਾ ਕੇ। ਹੁਣ ਇਹ ਜਿਹੜਾ ਹੈਗਾ ਜਾ ਕੇ, ਤੇ ਦੂਜੇ ਪਾਸੇ ਇੱਕ ਵਾਰ ਇੱਥੇ ਦੀ ਗੱਲ ਹੈ ਜੀ, ਮੇਰੇ ਇੱਕ ਦੋਸਤ ਸੀਗੇ ਅਤੇ ਉਹਨਾਂ ਦਾ ਰਿਲੀਜਨ ਹੋਰ ਸੀ। ਉਹ ਮੈਨੂੰ ਕਹਿੰਦੇ ਇੱਕ ਵਾਰ ਮੈਨੂੰ ਪੂਲ 'ਤੇ ਮਿਲੇ ਜੀ, ਮੈਨੂੰ ਕਹਿੰਦੇ ਮੈਨੂੰ ਗਿੱਲ ਕਹਿੰਦੇ ਸੀ, ਮੈਨੂੰ ਕਹਿੰਦੇ ਗਿੱਲ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਆ, ਅਤੇ ਤੁਸੀਂ ਤਾਂ ਗੱਲ ਕਰ ਲੈਂਦੇ ਆ, ਬਾਕੀ ਤਾਂ ਕਿ ਤੁਹਾਡੇ ਬੰਦੇ ਲੜਨ ਨੂੰ ਫਿਰਦੇ। ਮੈਨੂੰ ਕਹਿੰਦੇ ਜਿਹੜਾ ਹੈਗਾ ਮੈਂ ਗੱਲ ਕਰਨੀ, ਮੈਨੂੰ ਪੂਰਨ 100% ਸੱਚ ਦਾ ਪਤਾ ਲੱਗ ਗਿਆ, 100% ਸੱਚ ਦਾ ਪਤਾ, ਔਰ 100% ਸੱਚ ਬਾਰੇ ਤੁਹਾਡੇ ਨਾਲ ਗੱਲ ਕਰਨੀ ਹੈ। ਮੈਂ ਉਹਨਾਂ ਨੂੰ ਕਿਹਾ ਜੀ, ਮੈਂ ਕਿਹਾ ਜਦ ਤੁਹਾਨੂੰ 100% ਸੱਚ ਦਾ ਹੀ ਪਤਾ ਲੱਗ ਗਿਆ ਤਾਂ ਫਿਰ ਗੱਲ ਆਪਾਂ ਕੀ ਕਰਨੀ ਹੈ? ਗੱਲ ਤਾਂ ਹੀ ਕਰਨੀ ਹੋਵੇ ਜੇ ਥੋੜ੍ਹੀ ਬਹੁਤ ਜਿਹੜੀ ਹੈਗੀ ਗੁੰਜਾਇਸ਼ ਹੈਗੀ ਜਾ ਕੇ। ਔਰ ਇਹ ਜਿਹੜਾ ਜੀ ਇੱਕ ਸੈਂਸ ਸਾਹਿਬ, ਇੱਕ ਮੈਂ ਤੁਹਾਨੂੰ ਦੱਸ ਦਿਆਂ, ਇਹ ਜਿਹੜਾ 100% ਸੱਚ ਆ ਨਾ, ਜੇ ਪੂਰਨ ਸੱਚ ਜਿਹੜਾ ਇਹ ਫੇਥ ਵਾਲੇ ਨੂੰ ਲੱਭ ਸਕਦਾ, ਲੌਜਿਕ ਵਾਲੇ ਨੂੰ ਨਹੀਂ ਲੱਭ ਸਕਦਾ ਇਹ। ਹੁਣ ਇਹ ਤੇ ਮੈਂ ਦੱਸਦਾ ਗੱਲ ਕਿੱਦਾਂ, ਕਿਉਂਕਿ ਜਿਹੜਾ ਦਲੀਲ ਵਾਲਾ ਬੰਦਾ ਹੈ ਉਹਨੂੰ ਪਤਾ ਹਰ ਚੀਜ਼ ਬਦਲਦੀ ਹੈ, ਉਹਨੂੰ ਕਿਸੇ ਨਤੀਜੇ ਤੇ ਨਹੀਂ ਇਸ ਤੇ ਪਹੁੰਚਣਾ ਹੈਗਾ, ਕਿਉਂਕਿ ਉਹਨੂੰ ਪਤਾ ਵੀ ਇਹ ਹੋ ਸਕਦਾ ਕੱਲ੍ਹ ਨੂੰ ਨਾ ਰਹੇ ਗੱਲ। ਫੇਥ ਵਾਲਾ ਜਿਹੜਾ ਹੈ ਉਹ ਸਮਝਦਾ ਆ ਵੀ ਆਹ ਜਿਹੜੀ ਚੀਜ਼ ਮੇਰੇ ਗ੍ਰੰਥ ਦੇ ਵਿੱਚ ਲਿਖੀ ਆ, ਮੇਰੀ ਧਾਰਮਿਕ ਪੁਸਤਕ ਦੇ ਵਿੱਚ ਲਿਖੀ ਆ, ਇਹ 100% ਸੱਚ ਹੈ। ਸੋ 100% ਸੱਚ ਦਾ ਜੇ ਗਿਆਨ ਕੋਈ ਕਿਸੇ ਨੂੰ ਵਿਸ਼ਵਾਸ 100% ਹੋ ਸਕਦਾ, ਤਾਂ ਉਹ ਜਿਹੜਾ ਫੇਥ ਵਾਲੇ ਨਹੀਂ ਹੋ ਸਕਦਾ। ਪਰ ਹੁਣ ਜਿਹੜੇ ਦਲੀਲਵਾਦ ਆ ਉਹ ਕੀ ਕਹਿੰਦੇ, ਇੱਕ ਫਿਕਰ ਉਹ ਕਹਿੰਦੇ ਵਾਕ ਵਿਦ ਦੋਜ਼ ਹੂ ਆਰ ਸੀਕਿੰਗ ਦੀ ਟਰੂਥ, ਉਹਨਾਂ ਬੰਦਿਆਂ ਨਾਲ ਚੱਲੋ ਜਿਹੜੇ ਸੱਚ ਦੀ ਭਾਲ ਦੇ ਵਿੱਚ ਤੁਰੇ ਹੋਏ ਆ। ਵਾਕ ਵਿਦ ਦੋਜ਼ ਹੂ ਆਰ ਸੀਕਿੰਗ ਦੀ ਟਰੂਥ, ਰਨ ਫਰੋਮ ਦੋਜ਼ ਹੂ ਫਾਈਂਡ ਇਟ। ਜਿਹੜੇ ਕਹਿੰਦੇ ਮੈਨੂੰ ਸੱਚ ਦਾ ਪਤਾ ਲੱਗ ਗਿਆ, ਦੌੜੋ, ਉਹ ਝੂਠ ਬੋਲਦੇ ਆ। ਪਰ ਸੱਚ, ਕਿਉਂਕਿ ਸੱਚ ਦੀ ਜਿਹੜੀ ਭਾਲ ਆ ਇਹ ਕੌਨਸਟੈਂਟ ਆ, ਇਹਦਾ ਐਂਡ ਨਹੀਂ ਹੋਣਾ ਕਦੇ ਵੀ ਜਾ ਕੇ। ਇਹ ਇੱਦਾਂ ਹੀ ਚੱਲੀ ਜਾਣੀ, ਇੱਦਾਂ ਹੀ ਚੱਲੀ ਜਾਣੀ ਆ। ਜਿੱਦਾਂ ਮੈਂ ਪਹਿਲਾਂ ਗੱਲ ਕਿਹਾ, ਅੱਜ ਦਾ ਸੱਚ ਕੱਲ੍ਹ ਦਾ ਸੱਚ ਜ਼ਰੂਰੀ ਨਹੀਂ ਹੈ ਉਹ ਹੋਵੇ ਜਾ ਕੇ, ਉਹ ਬਦਲਦਾ। ਇਸ ਗੱਲ ਕਰਕੇ ਪਹਿਲਾਂ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਜਾ ਕੇ, ਐਵੇਂ ਨਾ ਕਿਸੇ ਨਾਲ ਲੜੋ ਇਸ ਗੱਲ ਦੇ ਉੱਤੇ ਜਾ ਕੇ ਵੀ ਸਾਰਾ ਸੱਚ ਮੇਰੇ ਕੋਲ ਹੀ ਹੈ ਜਾ ਕੇ, ਵੀ ਇਹ ਬੰਦਾ ਜਿਹੜਾ ਸੱਚ ਹੈ ਹੀ ਨਹੀਂ। ਉਸ ਬੰਦੇ ਦਾ ਵੀ ਦੂਜਾ ਪੱਖ ਹੈਗਾ, ਉਹਦੀ ਵੀ ਕੰਟਰੀਬਿਊਸ਼ਨ ਕੁਛ ਨਾ ਕੁਛ ਹੋਣੀ ਆ, ਉਹਨੂੰ ਵੀ ਸਮਾਜ ਦੇ ਨਾਲ ਯੋਗਦਾਨ ਪਾਇਆ ਆਪਣੇ ਸਮਾਜ ਨੂੰ ਬਿਹਤਰ ਬਣਾਉਣ ਲਈ। ਵੀ ਨਹੀਂ ਉਹ ਨਹੀਂ ਹੋਣਾ, ਨਹੀਂ ਜੀ ਜੋ ਅਸੀਂ ਕਹਿੰਦੇ ਉਹੀ ਸੱਚ ਆ, ਜੋ ਅਸੀਂ ਇੱਦਾਂ ਹੈ ਨਹੀਂ ਹੈ ਦਿਨ ਸਾਹਿਬ, ਜੋ ਅਸੀਂ ਕਹਿੰਦੇ ਹਾਂ ਉਹ ਸੱਚ ਜਿਹੜਾ ਹੈਗਾ ਉਹ ਪਾਰਸ਼ੀਅਲ ਸੱਚ ਹੁੰਦਾ, ਜਾਂ ਉਹ ਮੈਨੂੰ ਸੱਚ ਲੱਗਦਾ ਹੁੰਦਾ, ਉਹ ਮੈਨੂੰ ਸੱਚ ਲੱਗਦਾ ਹੁੰਦਾ। ਸੋ ਇਸ ਗੱਲ ਕਰਕੇ ਫਿਰ ਆਪਾਂ ਉੱਥੇ ਮੁੜ ਕੇ ਆ ਜਾਈਏ, ਇਸ ਗੱਲ ਕਰਕੇ ਕਿਸੇ ਨਾਲ ਨਾ ਲੜੋ ਜਾ ਕੇ ਵੀ ਮੇਰੇ ਕੋਲ ਸਾਰਾ ਸੱਚ ਹੈ, ਤੇਰੇ ਕੋਲ ਸੱਚ ਨਹੀਂ ਹੈ, ਮੈਂ ਗੁੱਡ ਪਰਸਨ ਹੈ, ਤੂੰ ਗੁੱਡ ਪਰਸਨ ਨਹੀਂ ਹੈਗਾ। ਇਹ ਗੁੱਡਨੈਸ, ਅੱਛਾਈ ਔਰ ਬੁਰਾਈ ਆਪਾਂ ਸਾਰਿਆਂ ਵਿੱਚ ਥੋੜ੍ਹੀ ਥੋੜ੍ਹੀ ਹੈਗੀ ਆ, ਕਿਸੇ ਕੋਲ ਵੱਧ ਆ, ਕਿਸੇ ਕੋਲ ਘੱਟ ਆ। ਔਰ ਇਹ ਅਜੇ ਤੱਕ ਤਾਂ ਇਹੀ ਨਹੀਂ ਸੈਂਸਾ ਪਤਾ ਲੱਗਦਾ ਹੈਗਾ ਵੀ ਅੱਛਾਈ ਕੀ ਹੈ ਤਾਂ ਬੁਰਾਈ ਕੀ ਹੈ। ਡਿਫਾਈਨ ਕਿਵੇਂ ਕਰੀਏ, ਡਿਫਾਈਨ ਕੀ ਕਰੀਏ, ਕਿੱਥੇ ਅੱਜ ਬੁਰਾਈ ਆ ਉਹ ਅੱਜ ਤੋਂ 10 ਸਾਲ ਬਾਅਦ ਉਹ ਬੁਰਾਈ ਰਹਿੰਦੀ ਨਹੀਂ, ਉਹ ਰਹਿੰਦੀ ਨਹੀਂ। ਸੈਂਸ ਸਾਹਿਬ ਪਿੱਛੇ ਨਿਗਾਹ ਮਾਰ ਕੇ ਦੇਖ ਲਓ, ਪਿੱਛੇ ਕਿੱਦਾਂ ਗੱਲ ਹੁੰਦੀ ਸੀ। ਜਿੱਦਾਂ ਆਪਾਂ ਕਈ ਵਾਰ ਮਿਸਾਲ ਦਿੱਤੀ ਹੈ ਜਾ ਕੇ, ਉਸ ਵੇਲੇ ਇੱਦਾਂ ਹੁੰਦੀ ਸੀ ਵੀ ਜਿਹੜਾ ਇੱਦਾਂ ਕਰ ਦੇਵੇ ਤੇ ਇਹਨੂੰ ਕਤਲ ਕਰ ਦਿਓ ਜਾ ਕੇ। ਹੁਣ ਵੀ ਹੈਗੇ ਆ, ਹੁਣ ਸੁਸਾਇਟੀਆਂ ਹੈਗੀਆਂ ਜਿਹੜੀਆਂ ਕਈ ਗੱਲਾਂ ਜਿਹੜੀਆਂ ਔਰਤਾਂ ਦੇ ਕਤਲ ਕਰਦੇ ਆ ਇਹਨਾਂ ਗੱਲਾਂ ਦੇ ਉੱਤੇ ਜਾ ਕੇ, ਇੱਦਾਂ ਹੈਗੀ ਆ, ਪਰ ਇੱਥੇ ਉਹ ਨਹੀਂ ਹੈ। ਹੁਣ ਅਫਗਾਨਿਸਤਾਨ ਦੀ ਜਿਹੜੀ ਸੱਚਾਈ ਆ, ਅੱਛਾਈ ਆ, ਉਹ ਹੋ ਰਿਹਾ, ਇੱਥੇ ਕੈਨੇਡਾ ਦੀ ਅੱਛਾਈ ਸੱਚਾਈ ਹੋ ਰਿਹਾ। ਹੁਣ ਕਿਹਨੂੰ ਠੀਕ ਕਰੀਏ, ਕਿਹਨੂੰ ਆਪਾਂ ਠੀਕ ਕਹੀਏ ਵੀ ਕਿਹੜੀ ਸਹੀ ਹੈ, ਕਿਹੜੀ ਗੱਲ ਹੈ। ਸੋ ਇਸ ਗੱਲ ਦੇ ਉੱਤੇ ਹਰ ਵੇਲੇ ਇਹ ਸਕੋਪ ਰੱਖਣਾ ਚਾਹੀਦਾ ਜਾ ਕੇ ਵੀ ਜਿਹੜੀ ਜਿਹਨਾਂ ਵੀ ਮੈਂ ਗੱਲ ਕਰ ਰਿਹਾ ਇਹਦੀ ਗੱਲ ਵੀ ਠੀਕ ਹੋ ਸਕਦੀ ਹੈ।
ਇਹਦੀ ਗੱਲ ਵੀ ਠੀਕ ਘਰ ਦੇ ਵਿੱਚ ਸਪੈਸ਼ਲੀ ਫੈਮਿਲੀ ਦੇ ਵਿੱਚ ਵੀ ਹੋ ਸਕਦਾ ਵੀ ਇਹਦੀ ਗੱਲ ਵੀ ਠੀਕ ਹੋ ਸਕਦੀ। ਅਸੀਂ ਜਿਹੜੀਆਂ ਮੇਲ ਓਰੀਐਂਟਡ ਸੁਸਾਇਟੀ ਆ ਉਹ ਕੀ ਆ ਆਦਮੀ ਸਮਝਦਾ ਇਹਨੂੰ ਇੱਦਾਂ ਦਾ, ਕਿਉਂਕਿ ਮੈਂ ਕਦੇ ਵੀ ਜਿਹੜਾ ਵੀ ਇੱਥੇ ਆਪਾਂ ਗੱਲ ਕੀਤੀ ਆ ਆਪਾਂ ਕਦੇ ਵੀ ਆਦਮੀ ਜਾਂ ਔਰਤ ਦੇ ਹਿਸਾਬ ਨਾਲ ਗੱਲ ਨਹੀਂ ਕੀਤੀ ਹੈ। ਆਪਾਂ ਇਨਸਾਨੀਅਤ ਦੇ ਗੱਲ ਕੇ ਜ਼ੁਲਮ ਚਾਹੇ ਔਰਤ ਨਾਲ ਹੁੰਦਾ ਚਾਹੇ ਆਦਮੀ ਨਾਲ ਹੁੰਦਾ, ਪਰ ਜ਼ਿਆਦਾਤਰ ਘਰਾਂ ਦੇ ਵਿੱਚ ਆਦਮੀ ਠੋਸਦੇ ਆ ਆਪਣੀ ਗੱਲ, ਜ਼ਿਆਦਾਤਰ ਬਿਲਕੁਲ। ਹਾਂ, ਪਰ ਔਰਤਾਂ ਵੀ ਕਰਦੀਆਂ, ਇਹਦੀਆਂ ਵੀ ਔਰਤਾਂ ਨਹੀਂ ਕਰਦੀਆਂ ਹੈਗੀਆਂ। ਸੋ ਇਹ ਕਦੇ ਵੀ ਇਸ ਗੱਲ 'ਤੇ ਨਹੀਂ ਖੜਨਾ ਚਾਹੀਦਾ ਵੀ ਮੈਂ 100% ਜਿਹੜਾ ਹੈਗਾ ਸਹੀ ਆ ਔਰ ਜਿਹਦਾ ਮੈਂ ਡੀਲ ਕਰ ਰਿਹਾ ਇਹ ਗਲਤ ਹੈ ਔਰ ਇਹਨਾਂ ਫਿਰ ਝਗੜਾ ਕਰੋ। ਝਗੜਾ ਨਾ ਕਰੋ, ਉਹਨੂੰ ਰਾਈਟ ਦੇ ਦਿਓ। ਤੁਸੀਂ ਯੂ ਹੈਵ ਰਾਈਟ ਟੂ ਹੈਵ ਯੂਰ ਵਿਊਜ਼। ਤੁਸੀਂ ਸਮਝ ਸਕਦੇ ਹੋ ਤੁਹਾਡੀ ਗੱਲ ਠੀਕ ਹੈ, ਬਿਲਕੁਲ ਠੀਕ ਹੈ, ਪਰ ਉਹ ਦੂਜੇ 'ਤੇ ਨਾ ਠੋਸੋ, ਆਪਣੇ ਕੋਲ ਰੱਖੋ ਤੁਸੀਂ। ਫਿਰ ਜਿਹੜਾ ਲੌਜਿਕ ਅਤੇ ਟਰਸਟ ਆ, ਲੌਜਿਕ ਅਤੇ ਫੇਥ ਆ, ਇਹਨੂੰ ਸੈਪਰੇਟ ਕੀਤਾ ਜਾ ਸਕਦਾ ਕਿ ਇੱਕ ਦੂਜੇ ਦੇ ਮਤਵਾਜ਼ੀ ਚੱਲ ਸਕਣ? ਮੇਰੇ ਖਿਆਲ ਦੇ ਵਿੱਚ ਫੇਥ ਅਤੇ ਜਿਹੜਾ ਲੌਜਿਕ ਹੈ ਇਹਨੂੰ ਆਪਾਂ ਸੈਪਰੇਟ ਨਹੀਂ ਕਰ ਸਕਦੇ। ਮੈਂ ਬਲਾਈਂਡ ਫੇਥ ਦੀ ਗੱਲ ਨਹੀਂ ਕਰ ਰਿਹਾ, ਫੇਥ ਦੀ ਗੱਲ ਕਰ ਰਿਹਾ। ਇਹਨੂੰ ਦੋਨਾਂ ਨੂੰ ਹੀ ਇੱਕ ਦੂਜੇ ਦੀ ਲੋੜ ਆ, ਦੋਨਾਂ ਨੂੰ ਹੀ ਲੋੜ ਆ। ਸਾਇੰਸ ਨੂੰ ਵੀ ਕਿਸੇ ਚੀਜ਼ 'ਤੇ ਫੇਥ ਕਰਕੇ ਅੱਗੇ ਚੱਲਦੀ ਹੈ ਹੋ ਜਾ ਕੇ। ਪੂਰਨ ਸਾਇੰਸ ਨੇ ਵੀ ਫੇਥ ਕਰਦੀ ਹੈ, ਚਾਹੇ ਉਹ ਜਿਹੜੀ ਚੀਜ਼ ਉਹਨੂੰ ਤਜਰਬਾ ਕਰ ਲਿਆ ਫਿਰ ਉਹਨੂੰ ਉੱਤੇ ਫੇਥ ਕੀਤਾ, ਠੀਕ ਹੈ ਨਾ, ਜਾ ਕੇ ਉਹਨਾਂ ਦੇ ਉੱਤੇ ਫੇਥ ਕੀਤਾ ਕਿਉਂਕਿ ਉਹ ਦੇਖ ਸਕਦੇ ਆ ਉਹਦੇ ਰਿਜ਼ਲਟਸ। ਮੈਂ ਤਾਂ ਉਹੀ ਗੱਲ ਕਰਦਾ ਜੀ, ਆਇਨਸਟਾਈਨ ਨੇ ਜੋ ਕੀਤਾ ਉਹਨੂੰ ਦੁਬਾਰਾ ਨਿਊਟਨ ਨੇ ਦੁਬਾਰਾ ਨਹੀਂ ਉਹਨੂੰ ਨਿਊਟਨ ਵਾਲੀਆਂ ਗੱਲਾਂ ਕੀਤੀਆਂ। ਹੁਣ ਮੈਨੂੰ ਉਹਨਾਂ ਦੀ ਇੱਕ ਯਾਦ ਆ ਗਈ ਕਿ ਹੀ ਵਾਜ਼ ਅ ਵੈਰੀ ਗੁੱਡ ਮੈਨ ਜੀ, ਬਹੁਤ ਵਧੀਆ ਗੁੱਡ ਮੈਨ। ਆਇਨਸਟਾਈਨ ਨੂੰ ਉਹਨਾਂ ਨੂੰ ਇੱਕ ਵਾਰ ਕਿਸੇ ਨੇ ਪੁੱਛਿਆ ਜੀ ਵੀ ਤੁਸੀਂ ਤਾਂ ਜੋ ਸਾਇੰਸ ਦੇ ਲਈ ਕੀਤਾ ਅੱਜ ਤੱਕ ਕਿਸੇ ਨੇ ਇੰਨਾ ਨਹੀਂ ਕੀਤਾ, ਬਹੁਤ ਉੱਪਰ ਚਲੇ ਗਏ, ਤੁਸੀਂ ਤਾਂ ਨਿਊਟਨ ਤੋਂ ਵੀ ਪਾਰ ਚਲੇ ਗਏ, ਨਿਊਟਨ ਤੋਂ ਵੀ ਉੱਪਰ ਚਲੇ ਗਏ। ਉਹਨੇ ਜਵਾਬ ਦਿੱਤਾ, ਉਹ ਕਹਿੰਦੇ ਹਾਂ ਇਹ ਫਰਕ ਕਹਿੰਦੇ ਸਿਰਫ ਇੰਨਾ ਆ ਵੀ ਨਿਊਟਨ ਨੇ ਸਾਇੰਸ ਨੂੰ ਆਪਣੇ ਪੈਰਾਂ 'ਤੇ ਖੜ੍ਹ ਕੇ ਜਾ ਕੇ ਫਰੋਲਿਆ, ਮੈਂ ਉਹਦੇ ਮੋਢਿਆਂ 'ਤੇ ਬੈਠ ਕੇ ਫਰੋਲਿਆ। ਕਿਆ ਬਾਤ ਹੈ, ਠੀਕ ਹੈ ਨਾ। ਉਹ ਇੱਕ ਤਾਂ ਨਿਮਰਤਾ ਵੀ ਉਹਨਾਂ ਦੀ ਕਿੰਨੀ ਸੀ, ਔਰ ਦੂਜੀ ਗੱਲ ਉਹਨਾਂ ਦੀ ਠੀਕ ਵੀ ਸੀਗੀ। ਹੁਣ ਤੁਸੀਂ ਦੇਖੋ ਰਿਲੀਜਨ ਨੂੰ ਆਪਾਂ ਲੈ ਲਈਏ, ਇਹ 'ਤੇ ਆਪਾਂ ਫੇਥ ਜ਼ਿਆਦਾ ਕਹਿੰਦੇ ਵੀ ਰਿਲੀਜਨ ਜ਼ਿਆਦਾ ਫੇਥ ਦੇ ਉੱਤੇ ਚੱਲਦਾ। ਹੁਣ ਰਿਲੀਜਨ ਵੀ ਬਿਨਾਂ ਲੌਜਿਕ ਤੋਂ ਚੱਲ ਹੀ ਨਹੀਂ ਸਕਦਾ। ਹੁਣ ਮੈਂ ਤੁਹਾਨੂੰ ਦੱਸਦਾ, ਜਿੰਨੇ ਅਸੀਂ ਧਾਰਮਿਕ ਸਥਾਨ ਚਲਾਉਣ ਵਾਲੇ ਬੰਦੇ ਆ, ਤੁਹਾਡਾ ਖਿਆਲ ਆ ਵੀ ਇਹ ਦਲੀਲ ਤੋਂ ਲੌਜਿਕ ਤੋਂ ਬਿਨਾਂ ਚੱਲੂਗੇ? ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਲਈ ਲੋੜ ਪੈਂਦੀ ਹੈ ਲੌਜਿਕ ਦੀ, ਐਡਮਿਨਿਸਟ੍ਰੇਸ਼ਨ ਲਈ ਉਹਨੂੰ ਚਲਾਉਣ ਦੇ ਲਈ ਫਰਕ ਪੈਂਦਾ ਉੱਥੇ ਜਾ ਕੇ। ਸੋ ਇਹ ਅਲੱਗ-ਅਲੱਗ ਨਹੀਂ ਚੰਗੇ ਸੀ। ਜਿੱਦਾਂ ਇੱਕ ਵਾਰ ਬਰਟਨ ਰਸਲ ਨੇ ਇਹ ਗੱਲ ਕਿਹਾ ਸੀ, ਉਹਨੇ ਕਿਹਾ ਸੀ ਗੁੱਡ ਲਾਈਫ ਇਜ਼ ਇੰਸਪਾਇਰਡ ਬਾਈ ਲਵ ਗਾਈਡਡ ਬਾਈ ਨੌਲੇਜ। ਜਿਹੜੀ ਗੁੱਡ ਲਾਈਫ ਆ ਇੰਸਪਾਇਰਡ ਬਾਈ ਲਵ, ਇਹ ਰਿਲੀਜਨ ਆ ਗਿਆ, ਫੇਥ ਗਾਈਡਡ ਬਾਈ ਨੌਲੇਜ, ਇਹ ਸਾਇੰਸ ਆ ਗਈ ਜਾ ਕੇ। ਫਿਰ ਇਹ ਦੋਨੋਂ ਹੀ ਚੀਜ਼ਾਂ ਜ਼ਰੂਰੀ ਹੈ, ਇੰਸਪਾਇਰਡ ਬਾਈ ਲਵ ਐਂਡ ਗਾਈਡਡ ਬਾਈ ਨੌਲੇਜ। ਫਿਰ ਉਹਨੇ ਮਿਸਾਲ ਦਿੱਤੀ, ਉਹ ਕਹਿੰਦੇ ਜਦੋਂ ਇੱਕ ਦੂਜੇ ਤੋਂ ਅਲੱਗ ਹੁੰਦੇ ਆ ਨਾ ਫਿਰ ਤਬਾਹੀਆਂ ਹੁੰਦੀਆਂ। ਜਿੱਦਾਂ ਉਹਨੇ ਮਿਸਾਲ ਦਿੱਤੀ, ਉਹ ਕਹਿੰਦੇ ਵੀ ਹੁਣ ਜਿਹੜੇ ਲੰਡਨ ਦੇ ਵਿੱਚ ਇੱਕ ਵਾਰ ਪਲੇਗ ਪੈ ਗਈ, ਕਹਿੰਦੇ ਲੰਡਨ ਦੇ ਵਿੱਚ ਪਲੇਗ ਪੈ ਗਈ ਜਾ ਕੇ, ਤਾਂ ਜਿਹੜੇ ਉਹ ਗੁੱਡ ਮੈਨ ਸੀਗੇ ਉਹ ਇੰਸਪਾਇਰਡ ਬਾਈ ਲਵ, ਉਹਨੇ ਕਿਹਾ ਵੀ ਆਹ ਤਾਂ ਬਹੁਤ ਮਾੜੀ ਗੱਲ ਹੋ ਗਈ, ਲੋਕ ਮਰ ਰਹੇ ਆ, ਇੰਨਾ ਜ਼ੁਲਮ ਹੋ ਰਿਹਾ, ਇਹਦਾ ਕੁਛ ਇਲਾਜ ਕੱਢਿਆ ਜਾਵੇ ਜਾ ਕੇ। ਪਲੇਗ ਪੈ ਗਈ, ਪਲੇਗ ਦਾ ਕੁਛ ਤਾਂ ਕਰੀਏ ਜਾ ਕੇ। ਉਹ ਫਿਰ ਸਾਰੇ ਜਿਹੜੇ ਨੋਬਲ ਪਰਸਨ ਸੀ, ਗੁੱਡ ਮੈਨ ਸਾਰੇ ਸੀਗੇ, ਦੇ ਵਰ ਇੰਸਪਾਇਰਡ ਬਾਈ ਲਵ। ਫਿਰ ਉਹ ਜਾ ਕੇ ਚਰਚ ਵਿੱਚ ਚਲੇ ਗਏ, ਚਰਚ ਜਾ ਕੇ ਉਹਨੇ ਪ੍ਰੇਅਰ ਕੀਤੀ ਗੋਡ ਮੋਰੇ ਵੀ ਇਹ ਜਿਹੜਾ ਹੈਗਾ ਪਲੇਗ ਜਿਹੜੀ ਹੈਗੀ ਆ ਖਤਮ ਹੋਣੀ ਚਾਹੀਦੀ ਆ। ਉਹ ਹੋਇਆ ਕਿ ਹੋਰ ਜ਼ਿਆਦਾ ਫੈਲ ਗਈ, ਕਿਉਂਕਿ ਇਕੱਠੇ ਹੋਏ ਲੋਕ ਇੱਕ ਦੂਜੇ ਦੇ ਕੋਲ ਨਾਲ ਮੋਢੇ ਨਾਲ ਮੋਢਾ ਲੱਗਾ, ਉਹ ਪਲੇਗ ਹੋਰ ਪੈ ਗਏ। ਹੁਣ ਉਹ ਕਹਿੰਦੇ ਕੀ ਗੱਲ ਹੋਈ, ਇੰਸਪਾਇਰਡ ਬਾਈ ਲਵ ਤਾਂ ਸੀਗੇ ਉਹ, ਪਰ ਗਾਈਡਡ ਬਾਈ ਨੌਲੇਜ ਨਹੀਂ ਹੈ। ਉਹ ਨਹੀਂ ਹੈ ਉਹਨਾਂ ਦੇ ਕੋਲ ਜਾ ਕੇ ਜਿਹੜੇ ਹੈਗੇ, ਕਿਉਂਕਿ ਨੌਲੇਜ ਦਾ ਗਾਈਡਡ ਨਹੀਂ ਸੀ, ਉਹ ਤਬਾਹੀ ਹੋ ਗਈ ਜਾ ਕੇ। ਦੂਜੇ ਪਾਸੇ ਕਹਿੰਦੇ ਜਿਹੜੀ ਕਹਿੰਦੇ ਆਪਣੇ ਸੈਕੰਡ ਵਰਲਡ ਵਾਰ ਹੋਈ ਹੈ, ਇਹ ਕਹਿੰਦੇ ਗਾਈਡਡ ਬਾਈ ਨੌਲੇਜ ਸੀਗੀ, ਲੇਟੈਸਟ ਨੌਲੇਜ ਸੀ ਉਹਨਾਂ ਕੋਲ, ਵੈਪਨਾਂ ਦੀ ਸਭ ਕੁਛ ਦੀ ਸਾਰੇ ਦੇ ਲੇਟੈਸਟ ਗਾਈਡਡ ਬਾਈ ਨੌਲੇਜ ਸੀਗੀ, ਇੰਸਪਾਇਰਡ ਬਾਈ ਲਵ ਹੈ ਨਾ ਸੀ, ਉਹ ਨਾ ਸੀ ਕਿਉਂਕਿ ਉਹ ਮੁਹੱਬਤ ਹੈ ਨਾ ਸੀ, ਮਾਰਨਾ ਚਾਹੁੰਦੇ ਸੀਗੇ। ਸੋ ਇਹ ਦੋਨੋਂ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਇਕੱਠੀਆਂ ਚੱਲਦੀਆਂ ਤਾਂ ਇਨਸਾਨੀਅਤ ਦਾ ਭਲਾ ਹੈਗਾ ਆ। ਜੇ ਇਹ ਇਕੱਠੀਆਂ ਨਹੀਂ ਚੱਲਦੀਆਂ ਹੈਗੀਆਂ ਤਾਂ ਇਨਸਾਨੀਅਤ ਦਾ, ਕਿਉਂਕਿ ਇਮੋਸ਼ਨ ਔਰ ਲੌਜਿਕ ਇਹ ਇਕੱਠੇ ਚੱਲਣੇ ਆ, ਇਹਨਾਂ ਦੋਹਾਂ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ ਕਿਸੇ ਚੀਜ਼ ਦਾ ਜਾ ਕੇ। ਇਹਨਾਂ ਦੇ ਨਾਲੇ ਨਾਲ ਜਿਹੜੇ ਹੈਗੇ ਸਾਰੀਆਂ ਚੀਜ਼ਾਂ ਜਿਹੜੀਆਂ ਚੱਲਣੀਆਂ। ਜੇ ਅਸੀਂ ਅਲੱਗ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਹੋਣੇ ਨਹੀਂ ਹੈ, ਇਕੱਠੇ ਆ। ਤੁਹਾਡੇ ਹਰ ਬੰਦੇ ਦੇ ਅੰਦਰ ਦੇਖੋ ਫੇਥ ਵੀ ਆ, ਹਰ ਬੰਦੇ ਦੇ ਅੰਦਰ ਦਲੀਲ ਵੀ ਆ, ਹਰ ਬੰਦੇ ਦੇ ਅੰਦਰ। ਹੁਣ ਆਪਾਂ ਧਰਮ ਦੀ ਗੱਲ ਸਿੰਘ ਸਾਹਿਬ ਕਰ ਲਈਏ, ਸਾਇੰਸ ਤੋਂ ਬਿਨਾਂ ਧਰਮ ਕਿੱਦਾਂ ਚੱਲ ਜੂ ਜੀ? ਉਹਨਾਂ ਨੂੰ ਤਾਂ ਬਿਜਲੀ ਲਾਈਟ ਦੀ ਵੀ ਲੋੜ ਹੈ ਜਾ ਕੇ ਜੀ, ਤੇ ਉਹ ਅੰਦਰ ਮਾਈਕ ਦੀ ਵੀ ਲੋੜ ਹੈ ਜਾ ਕੇ, ਉਹਦੇ ਵਿੱਚ ਹੈ ਪਬਲਿਸਿਟੀ ਕਰਨ ਦੀ ਵੀ ਲੋੜ ਹੈਗੀ ਹੈ, ਇੱਥੇ ਤੁਹਾਡੇ ਕੋਲ ਵੀ ਆ ਕੇ ਪ੍ਰਚਾਰ ਕਰਨ ਦੀ ਲੋੜ ਹੈ, ਸਾਧਨ ਦੀ ਹੈ, ਉਹਦੀ ਜਿਹੜੀ ਹੈਗੀ ਆ ਲੋੜ ਨਹੀਂ ਹੈ।
ਇਹਨੂੰ ਵੀ ਲੋੜ ਹੈਗੀ ਆ, ਪਰ ਜਿਹੜਾ ਰੈਸ਼ਨੈਲਿਟੀ ਆ ਉਹਨੂੰ ਘੱਟ ਲੋੜ ਆ, ਉਹ ਚੱਲ ਸਕਦਾ ਥੋੜਾ ਜਿਹਾ। ਪਰ ਜੇ ਆਪਾਂ ਰਿਲੀਜਨ ਨੂੰ ਗੁੱਡਨੈਸ ਸਮਝੀਏ, ਜੇ ਰਿਲੀਜਨ ਨੂੰ ਸਿਰਫ ਮੱਥਾ ਟੇਕਣਾ ਸਮਝਣਾ, ਦੈਟ ਇਜ਼ ਸੈਪਰੇਟ ਥਿੰਗ। ਕਿਉਂਕਿ ਮੇਰੀ ਡੈਫੀਨੇਸ਼ਨ ਉਹ ਰਿਲੀਜਨ ਦੀ ਨਹੀਂ ਹੈ ਜਾ ਕੇ, ਮੇਰੀ ਡੈਫੀਨੇਸ਼ਨ ਗੁੱਡਨੈਸ ਦੀ। ਗੁੱਡਨੈਸ ਦੇ ਲਈ ਰੀਜ਼ਨ ਦੀ ਲੋੜ ਹੈ, ਰੀਜ਼ਨ ਨੂੰ ਜਿਹੜੀ ਹੈਗੀ ਆ ਗੁੱਡਨੈਸ ਦੀ ਲੋੜ ਆ। ਸੋ ਇਹ ਦੋਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਇਕੱਠੀਆਂ ਜਿਹੜੀਆਂ ਚੱਲਣੀਆਂ ਜਾ ਕੇ। ਔਰ ਇੱਕ ਵੀ ਜਿਹੜਾ ਹੈਗਾ ਆ ਟੋਟਲ ਨਹੀਂ ਹੈ ਜਾ ਕੇ, ਜੇ ਮਨੁੱਖਤਾ ਦਾ ਕਲਿਆਣ ਕਰਨ ਵਾਲੀ ਟੋਟਲ ਦੀ ਗੱਲ ਨਹੀਂ। ਹੁਣ ਜਿੱਦਾਂ ਇਹ ਕਹਿੰਦੇ ਜਿਹੜੇ ਰਿਲੀਜਨ ਵਾਲੇ ਗੱਲ ਹੈਗੀ ਆ, ਉਹਦੇ ਵਿੱਚ ਡਾਕਟਰ ਰਾਧਾ ਕ੍ਰਿਸ਼ਨ ਜਿਹੜੇ ਇੰਡੀਆ ਦੇ ਮੇਰੇ ਖਿਆਲ ਸੈਕੰਡ ਪ੍ਰੈਜ਼ੀਡੈਂਟ ਹੋਏ ਆ, ਉਹਨਾਂ ਦਾ ਇੱਕ ਬੁੱਕ ਮੈਂ ਪੜ੍ਹੀ ਸੀ, ਬੁੱਕ ਤਾਂ ਮੈਨੂੰ ਚੁੱਲ ਗਿਆ, ਮੈਨੂੰ ਇੱਕ ਚੇਤੇ ਰਹਿ ਗਿਆ। ਉਹ ਕਹਿੰਦੇ to be spiritual is not to reject reason. To be spiritual is not to reject reason, but to go beyond it. क्या बात है। ਉਹ ਕਹਿੰਦੇ ਸਪਿਰਿਚੁਅਲ ਹੋਣਾ ਜਾਂ ਧਾਰਮਿਕ ਹੋਣਾ ਇਹ ਰੀਜ਼ਨ ਨੂੰ ਰਿਜੈਕਟ ਕਰਨ ਵਾਲੀ ਗੱਲ ਨਹੀਂ ਹੈ, ਪਰ ਇਹ ਤੋਂ ਵੀ ਅੱਗੇ ਜਾਣ ਦੀ ਗੱਲ ਆ। ਇਹ ਤੋਂ ਅੱਗੇ ਜਾਣ ਦੀ ਉਹਨੇ ਫਿਰ ਐਕਸਪਲੇਨ ਕੀਤਾ ਵੀ ਹਰ ਬੰਦੇ ਦਾ ਜਿਹੜਾ ਰੀਜ਼ਨ ਆ ਉਹ ਇੱਕ ਸਟੇਜ ਤੇ ਜਵਾਬ ਦੇ ਜਾਂਦਾ ਜਾ ਕੇ। ਉਹ ਕਹਿੰਦਾ ਵੀ ਮੇਰੇ ਤਾਂ ਗੱਲ ਸਮਝ ਨਹੀਂ ਆਉਂਦੀ ਹੈ, ਮੈਨੂੰ ਤਾਂ ਪਤਾ ਨਹੀਂ ਲੱਗਦਾ ਹੈਗਾ। ਉਹ ਕਹਿੰਦੇ ਇੱਥੇ ਫਿਰ ਰਿਲੀਜਨ ਉਹਦੀ ਮਦਦ ਕਰਦਾ, ਇੱਥੇ ਫਿਰ ਸਪਿਰਿਚੁਅਲਿਟੀ ਉਹਦੀ ਮਦਦ ਕਰਦੀ ਆ। ਫਿਰ ਉਹ ਕਹਿੰਦੀ ਆ ਵੀ ਜੇ ਨਹੀਂ ਸਮਝਾ ਫਿਰ ਤੂੰ ਫੇਥ ਕਰ ਲਾ ਉਹਦੇ ਤੇ, ਟਰਸਟ ਕਰ ਲਾ ਉਹਦੇ ਤੇ ਜਾ ਕੇ। ਸੋ ਇਸ ਗੱਲ ਕਰਕੇ ਫਾਈਨਲੀ ਮੈਂ ਇੱਕ ਇੱਥੇ ਮੁਕਾਦਮਾ ਵੀ ਇੱਕ ਤਾਂ ਇਹ ਦੋਨੋਂ ਅਲੱਗ-ਅਲੱਗ, ਦੂਜੇ ਹੋਣੇ ਨਹੀਂ ਹੈ। ਦੂਜੇ ਫਿਰ ਮੈਂ ਕਹਾਂ ਵੀ ਟੋਟਲ ਇੱਦਾਂ ਨਾ ਸਮਝੋ ਘਰ ਦੇ ਵਿੱਚ ਵੀ ਮੇਰੀ ਗੱਲੇ ਠੀਕ ਹੈ, ਨਾਲ ਦੇ ਦੀ ਗੱਲ ਗਲਤ ਹੈ ਜਾ ਕੇ। ਬਾਕੀ ਉਹ ਫਿਰ ਮੈਂ ਇੱਕ ਵਾਰ ਦੁਹਰਾਉਣਾ ਗੱਲ ਇਹ ਆ, ਬਾਈ ਰਿਸਪੈਕਟਿੰਗ ਅਦਰਸ ਵੀ ਰਿਸਪੈਕਟ ਅਵਰਸੈਲਵਸ, ਬਾਈ ਬਲਿਟਲਿੰਗ ਅਦਰਸ ਵੀ ਬਲਿਟਲ ਅਵਰ। ਜੇ ਅਸੀਂ ਸਮਝਦੇ ਹਾਂ ਕਿਸੇ ਨੂੰ ਬਲਿਟਲ ਕਰਕੇ ਉਹਨੂੰ ਤਾਂ ਬਲਿਟਲ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ, ਪਰ ਤੁਸੀਂ ਬਲਿਟਲ ਜ਼ਰੂਰ ਹੋ ਗਏ ਆ, ਕਿਉਂਕਿ ਤੁਸੀਂ ਐਜ਼ ਏ ਪਰਸਨ ਜ਼ਰੂਰ ਡਿੱਗ ਗਏ ਆ। ਤੁਹਾਡੀ ਸਪਿਰਿਚੁਅਲ ਲਾਈਫ ਜ਼ਰੂਰ ਖਰਾਬ ਹੋ ਗਈ ਹੈ, ਤੁਹਾਡੀ ਗੁੱਡਨੈਸ ਜ਼ਰੂਰ ਖਰਾਬ ਹੋ ਗਈ ਹੈ। ਜਾਂ ਤੁਸੀਂ ਕਿਸੇ ਦੇ ਖਿਲਾਫ ਜਾ ਕੇ ਇੱਦਾਂ ਆਪਣੇ ਮੈਂ ਜਦ ਬੋਲਣਾ ਸ਼ੁਰੂ ਕਰ ਦੇਵਾਂ ਜਾਂ ਮੇਰੇ ਖਿਲਾਫ ਕੋਈ ਬੋਲਣਾ ਸ਼ੁਰੂ ਕਰ ਦੇਵੇ, ਨਹੀਂ, ਬੈਟਰ ਇਹ ਆ ਰਿਸਪੈਕਟ ਅਦਰਸ। ਜੇ ਤੁਸੀਂ ਆਪਣੀ ਰਿਸਪੈਕਟ ਚਾਹੁੰਦੇ ਆ ਜਾ ਕੇ, ਬਾਈ ਰਿਸਪੈਕਟਿੰਗ ਅਦਰਸ ਵੀ ਰਿਸਪੈਕਟ ਅਵਰਸੈਲਵਸ। ਸਰ ਕੋਈ 20 ਸਾਲ ਪਹਿਲਾਂ ਤੁਸੀਂ ਪਹਿਲੀ ਵਾਰੀ ਇੱਕ ਪ੍ਰੋਗਰਾਮ ਦੇ ਵਿੱਚ ਆਲਾ ਸ਼ਕਤੀਆਂ ਦੇ ਵਿਕਾਸ ਦੀ ਗੱਲ ਕੀਤੀ ਸੀ ਜੀ, ਔਰ ਉਸ ਤੋਂ ਬਾਅਦ ਫਿਰ ਉਹ ਕਈ ਵਾਰੀ ਰਿਪੀਟ ਹੋਈ ਆਪਣੇ ਪ੍ਰੋਗਰਾਮਾਂ ਦੇ ਵਿੱਚ ਓਵਰ ਦਾ ਈਅਰਸ। ਹਾਂਜੀ। ਅੱਜ ਅਖੀਰ ਦੇ ਵਿੱਚ ਇੱਕ ਵਾਰੀ ਆਲਾ ਸ਼ਕਤੀਆਂ ਕਿਹੜੀਆਂ ਨੇ? ਸਰ ਦੇਖੋ, ਮੇਰੇ ਵਿਚਾਰ ਦੇ ਵਿੱਚ ਤਾਂ ਜਿਹੜੀਆਂ ਇਨਸਾਨ ਦੇ ਐਥਿਕਸ, ਗ੍ਰੈਟੀਟਿਊਡ ਤੁਸੀਂ ਪਹਿਲਾਂ ਰੱਖਦੇ ਹੁੰਦੇ ਹੋ, ਗ੍ਰੈਟੀਟਿਊਡ ਤੇ ਕੰਪੈਸ਼ਨ। ਗ੍ਰੈਟੀਟਿਊਡ ਤੇ ਕੰਪੈਸ਼ਨ, ਉਹਦੇ ਵਿੱਚ ਜਿਹੜੀ ਹੈਗੀ ਆ ਤੁਹਾਡੀ ਨਿਮਰਤਾ ਵੀ ਉਹਦੇ ਵਿੱਚ ਆ ਜਾਂਦੀ ਆ, ਗ੍ਰੈਟੀਟਿਊਡ ਵੀ ਆ ਜਾਂਦਾ ਆ, ਸ਼ੁਕਰ ਵੀ ਆ ਜਾਂਦਾ, ਓਨੈਸਟੀ ਉਹਦੇ ਵਿੱਚ ਆ, ਰਿਸਪੈਕਟ ਫॉर ਅਦਰਸ ਇਹ ਵੀ ਹੈ ਬਹੁਤ। ਦੂਜੇ ਲਈ ਕਿੱਦਾਂ ਰਿਸਪੈਕਟ, ਸਨਮਾਨ ਕਿੰਨਾ ਦਿੰਦੇ ਆ ਤੁਸੀਂ, ਕਿੰਨੇ ਜਾ ਕੇ। ਤੇ ਬਾਕੀ ਜਿਹੜਾ ਹੈਗਾ ਤੁਸੀਂ ਜਿਹੜੇ ਆ ਉਹਦੇ ਵਿੱਚ ਇਹ ਵੀ ਇੱਕ ਆਲਾ ਸ਼ਕਤੀ ਹੈ, ਰੀਜ਼ਨ ਐਂਡ ਲੌਜਿਕ ਵੀ ਆਲਾ ਸ਼ਕਤੀ। ਮੈਂ ਉਹੀ ਕਹਿਣ ਗਿਆ ਸੀ ਤੁਹਾਨੂੰ, ਰੀਜ਼ਨ ਐਂਡ ਇਹਨੂੰ ਵੀ ਆਪਾਂ ਉਹ 'ਚ ਇਨਕਲੂਡ ਕਰੀਏ ਜਾ ਕੇ, ਕਿਉਂਕਿ ਰੀਜ਼ਨ ਜਿਹੜਾ ਹੈਗਾ ਉਹ ਵੀ ਇੱਕ ਰੀਜ਼ਨ ਜਿਹੜਾ ਹੈਗਾ ਕਪਲਡ ਵਿਦ ਅਫੈਕਸ਼ਨ, ਕਪਲਡ ਵਿਦ ਗ੍ਰੈਟੀਟਿਊਡ, ਕਪਲਡ ਵਿਦ ਹਿਊਮਿਲਿਟੀ। ਕੋਈ ਗੱਲ ਵੀ ਸਿੰਘ ਸਾਹਿਬ ਤੁਸੀਂ ਕਿਸੇ ਨੂੰ ਕਹਿਣੀ ਹੈ ਤਾਂ ਇੱਦਾਂ ਨਾ ਕਹੋ ਜਾ ਕੇ ਵੀ ਇਹ ਤਾਂ ਕਿੰਨਾ ਬੇਸਮਝ ਬੰਦਾ ਹੈ, ਉੱਠ ਕੇ ਇਲੈਕਸ਼ਨ ਲੜ ਲਈ ਜਾ ਕੇ। ਨੋ, ਟਰਾਈ ਟੂ ਅੰਡਰਸਟੈਂਡ ਵੀ ਇੱਕ ਬਾਪ ਦਾ ਕੀ ਫਰਜ਼। ਮੇਰੇ ਜਿਹਾ ਪੁੱਛੇ ਜਾ ਕੇ ਮੇਰੀ ਇੱਜ਼ਤ ਉਹਨਾਂ ਦੀ ਨਿਗਾਹ ਦੇ ਵਿੱਚ ਵੱਧ ਗਈ, ਪਰ ਹੁਣ ਇੱਥੋਂ ਇਹ ਅੰਦਾਜ਼ਾ ਨਾ ਕੋਈ ਲਾ ਲਿਓ ਜਾ ਕੇ ਮੈਂ ਅਕਾਲੀ ਹੋ ਗਿਆ ਤਾਂ ਜਾਂ ਮੈਂ ਕਾਂਗਰਸੀਆ ਹੋ ਗਿਆ ਜਾਂ ਮੈਂ ਆਈ ਐਮ ਨੇ ਨੋਨ ਪੋਲੀਟੀਕਲ ਨੋਨ ਰਿਲੀਜੀਅਸ ਪਰਸਨ। ਠੀਕ ਹੈ, ਜਿਹੜੀ ਚੰਗੀ ਗੱਲ ਹੈ। ਠੀਕ ਹੈ, ਇੰਸਟਿੰਕਟ ਤੋਂ ਕਿੱਥੇ ਭੱਜ ਜਾਓਗੇ ਤੁਸੀਂ? ਉਹ ਤਾਂ ਹੈਗੀਆਂ, ਚਾਹੇ ਹਰਜਿੰਦਰ ਥਿੰਦ ਹੈ, ਚਾਹੇ ਪ੍ਰਕਾਸ਼ ਸਿੰਘ ਬਾਦਲ ਹੈ, ਚਾਹੇ ਕਸ਼ਮੀਰ, ਉਹ ਤਾਂ ਸਾਰਿਆਂ ਦੇ ਵਿੱਚ ਰਹਿਣੀਆਂ ਹੈ। ਸੋ ਰਿਸਪੈਕਟ ਯੂਅਰ ਇਮੋਸ਼ਨਸ ਐਂਡ ਇਮੋਸ਼ਨ ਜਿਹੜੇ ਹੈਗੇ ਉਹ ਗਾਈਡਡ ਬਾਈ ਤੁਹਾਡੀ ਲੌਜਿਕ, ਗਾਈਡਡ ਬਾਈ ਦਲੀਲ ਜਾ ਕੇ। ਪਰ ਸਰ ਤੁਹਾਡੀ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ, ਤੁਸੀਂ ਬਹੁਤ ਵਧੀਆ ਗੱਲਾਂ ਦੱਸੀਆਂ, ਹਮੇਸ਼ਾ ਦੱਸ ਦਿਓ। ਤੇ ਸਰ ਮੈਂ ਉਹ ਫੇਰ ਦੱਸ ਦਵਾਂ ਜਾ ਕੇ, ਵਧੀਆ ਦੱਸਦਾ ਮੈਂ ਗਲਤੀਆਂ ਕੀਤੀਆਂ ਆ, ਮੈਂ ਤਾਂ ਕਹਿੰਦਾ ਤੁਸੀਂ ਸਾਰੇ ਬਚ ਲਓ, ਜੇ ਉਹਨਾਂ ਤੋਂ ਹੈਗਾ ਬਚ ਹੋ ਗਏ ਜਾ ਕੇ। ਠੀਕ ਹੈ ਜੀ, ਥੈਂਕ ਯੂ। ਓਕੇ, ਥੈਂਕ ਯੂ ਵੈਰੀ ਮਚ।